ਚਾਹ ਅਸੀਂ ਕਰਦਾ ਵੀ ਅਸੀਂ ਉਹ ਪਹਿਲਾਂ ਮੰਗ ਰੱਖੀ ਆਪਣੇ ਲਿਖਣ ਜਦੋਂ ਆਏ ਨੇ ਸਾਡੇ ਉਹਨਾਂ ਨੇ ਲਿਖੇ ਨੇ ਬੰਦੇ ਅਸੀਂ ਬੜੇ ਖੁਸ਼ ਹਾਂ ਵੀ ਜਿਹੜੇ ਮਹਾਤਮਾ ਜੀ ਰਾਤੀ ਜਲੰਧਰ ਹਾਂ ਜਿਹੜੇ ਰਾਤ ਇੱਥੇ ਸਾਡੇ 8 ਵਜੇ ਦਾ ਟਾਈਮ ਚਗਾਵੇਂ ਆ ਗਏ ਨੇ ਇੰਨੀ ਠੰਡ ਦੇ ਵਿੱਚ ਜਿਹੜੇ ਸਾਡੇ ਕੋਲ ਆਪਣੇ ਸੇਵਕ ਇੱਥੇ ਆਏ ਨੇ ਉਹਨਾਂ ਨੇ ਸਾਨੂੰ ਜਲਦੀ ਆਖਿਆ ਵੀ ਜਲਦੀ ਸਾਡੀ ਆਸ਼ਾ ਪੂਰੀ ਹੋ ਗਈ ਇੱਕ ਰਾਤ ਦੇ ਵਿੱਚ ਹੀ ਉਹਨਾਂ ਨੇ ਕੀ ਕੀਤਾ ਭਈ ਰਾਤ ਸਾਨੂੰ ਟੈਲੀਫੋਨ ਮਿਟਾਉਣੋਂ ਆਇਆ ਤੇ ਤੁਹਾਡੇ ਦੁੱਖ ਤਕਲੀਫ ਸੁਣਨਗੇ ਸੰਤ ਭੇਵੇ ਵਾਲੇ ਮਹਾਰਾਜ ਜੀ ਤੇ ਤੁਸੀਂ ਇੱਥੇ ਜ਼ਰੂਰ ਇਕੱਠੇ ਹੋ ਅਸੀਂ ਬੜੀ ਖੁਸ਼ੀ ਨਾਲ ਅਸੀਂ ਆਣੇ ਆ ਵੀ ਮਹਾਰਾਜ ਜੀ ਸਾਡੇ ਜਿਹੜੇ ਚਰਨ ਪੈ ਗਏ ਨੇ ਅਸੀਂ ਬੜੇ ਖੁਸ਼ ਹਾਂ ਸਾਨੂੰ ਮਹਾਰਾਜ ਜੀ ਸਾਨੂੰ ਦਰਸ਼ਨਾਂ ਦੀ ਲੋੜ ਹੈ ਦੁੱਖ ਤਕਲੀਫਾਂ ਤੁਸੀਂ ਸੁਣਨੀਆਂ ਨੇ ਵੇਖੋ ਜੀ ਆਸ਼ਾ ਤਾਂ ਪੂਰੀ ਹੁੰਦੀ ਨਹੀਂ ਬਾਰਡਰ ਵਾਲੇ ਦੀ ਜੋ ਵੀ ਆਖੋਗੇ ਉਹਨਾਂ ਜਿੰਨਾ ਤੁਸੀਂ ਦਾਨ ਕਰੋਗੇ ਉਹਨਾਂ ਹੀ ਥੋੜ੍ਹਾ ਹੋਰ ਸਾਡੇ ਗਰੀਬ ਇਲਾਕਾ ਰਾਜ ਸਿੱਖਾਂ ਦਾ ਸਾਰਾ ਪਿੰਡ ਆ ਸਾਨੂੰ ਗੌਰਮੈਂਟ ਹੀ 6000 ਨੂੰ ਬਾਦਲ ਸਰਕਾਰ ਨੇ 2500 ਰੈਂਟ ਸੀ 8.5 ਬਣਦਾ ਸੀ ਸਭ ਤੋਂ ਵੱਡੇ ਅਸੀਂ ਸਰਪੰਚੀ ਦੇ ਬੜੇ ਇਲੈਕਸ਼ਨ ਲੜੇ ਨੇ ਅਸੀਂ 4 ਕਿੱਲੇ ਦੀ ਫੈਲ ਮੈਂ ਦਿੱਤੀ ਮੇਰੇ ਕੋਲ 1 ਕਿੱਲਾ ਨਹੀਂ ਲਿਆ ਗਿਆ ਕਮਜ਼ੋਰੀਆਂ ਗਿਣ ਲਓ ਗਰੀਬੀਆਂ ਗਿਣ ਲਓ ਅਸੀਂ ਬੜਾ ਮਾਣ ਰੱਖਣੇ ਆ ਵੀ ਜੇ ਸਾਡਾ ਤੁਸੀਂ ਦੁੱਖ ਤਕਲੀਫ ਸੁਣਨਾ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਰਡਰ ਤੇ ਬਿਲਕੁਲ ਬੈਠੇ ਆ ਜੀ ਸਰਪੰਚ ਸਾਹਿਬ ਹੋ ਜੀ ਪਿੰਡ ਦੇ ਹਾਂਜੀ ਪਿੰਡਾਂ ਦੇ ਇਹਨਾਂ ਦੀ ਮੇਨ ਤਕਲੀਫ ਹੈ ਬਾਬਾ ਜੀ ਇਹ ਹੈ ਵੀ ਸਰਕੜਾ ਬਹੁਤ ਸਾਰਾ ਏਰੀਆ ਕਈ ਮਰਬੇ ਜਿਹੜੇ ਨੇ ਉਹ ਸਰਕੜਾ ਅੱਗੇ ਆ ਜਿਹੜਾ ਕਿ ਇਹ ਦਰਿਆ ਤੋਂ ਬਾਹਰ ਹੈ ਇਹ ਸਰਦੀਆਂ ਨੂੰ ਸਰਕੜਾ ਕਰਦੇ ਤੇ ਇਹਨਾਂ ਸਾਰਿਆਂ ਲੋਕਾਂ ਦਾ ਗੁਜ਼ਾਰਾ ਉਹ ਸਰਕੀ ਲਾਪੀ ਪਾਲਾ ਉਹ ਸਰਕੜਾ ਜਿਹੜਾ ਹੁਣ ਕੋਈ ਜਾਣੇ ਪੱਕੜ ਰਾਣੀਆਂ ਚੱਲਦਾ ਹੈ ਜੀ ਪੱਕੜ ਰਾਣੀਆਂ ਉੱਥੇ ਲੇਬਰ ਕਰਦੇ ਲੱਗੇ ਉਠਾਂ ਤੇ ਲਾਉਂਦੇ ਸੀ ਸਭ ਕੁਝ ਕਰਦੇ ਸੀ ਦਰਖੀਆਂ ਬਣਾਉਂਦੇ ਸੀ ਮੇਨ ਇਹਨਾਂ ਦਾ ਜਿਹੜਾ ਉਹ ਕੰਮ ਸੀ ਉਹਨਾਂ ਨੂੰ ਬਾਰਡਰ ਜਿਹੜਾ ਸਰਕੜਾ ਵੱਲੋਂ ਜਾਣੇ ਸੀ ਇਸ ਤੋਂ ਲੈ ਕੇ ਅੱਗੇ ਤੱਕ ਕਾਫੀ ਜਿਹੜਾ ਹਲਕਾ ਹੈ ਜਿਹੜਾ ਰਾਵੀ ਦੇ ਪਾਰਲੇ ਬੰਨੇ ਹੈ ਉਹ ਸਾਰੇ ਦਾ ਸਾਰਾ ਸਰਕੜਾ ਬਹੁਤ ਜ਼ਿਆਦਾ ਹੈ ਕਾਫੀ ਮੀਲਾਂ ਸਰਕੜਾ ਉੱਥੇ ਇਹਨਾਂ ਦਾ ਰੁਜ਼ਗਾਰ ਬਹੁਤਾ ਸੀ ਇੱਥੇ ਇਸ ਵੱਲੋਂ ਡੁੱਬੇ ਦੂਸਰੇ ਜਿਹੜੇ ਪਿੱਛੇ ਚਲੇ ਗਏ ਪਿੱਛੇ ਜਾ ਕੇ ਜਿਹੜੇ ਵਾਪਸ ਆਏ ਨੇ ਇਹ ਵੀ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਇਹ ਸਾਰੇ ਬਿਲਕੁਲ ਗਰੀਬ ਆ ਬਾਬਾ ਜੀ ਆ ਇਹਦੇ ਨਾਲ ਕਈ ਘੰਟੇ ਲੱਗਦੇ ਨੇ ਇਸ ਨੂੰ ਸਪੈਸ਼ਲ ਪ੍ਰੋਟੀ ਪਿੰਡ ਦਾ ਤੂੰ ਦਾ ਨਹੀਂ ਛਾਨ ਕੱਲਾ ਹੀ ਰਾਹ ਆ ਤਾਰ ਦੇਖ ਬਿਲਕੁਲ ਲਾਗੇ ਹੜਿਆ ਛੰਨ ਕਲਾ ਇਸ ਤਰ੍ਹਾਂ ਦੇ ਕੋਈ ਅਸੀਂ 15-20 ਪਿੰਡ ਚੁਣੇ ਨੇ ਆ ਸਾਰਾ ਪਿੰਡ ਅਸੀਂ ਬਣਾਈ ਆ 2 ਦਿਨ ਲਾਏ ਨੇ ਅਸੀਂ ਇਕੱਲੇ ਕਰ ਜਾਂਦੇ ਸਾਰੇ ਦਾ ਸਾਰਾ ਮੈਂ ਤੁਹਾਨੂੰ ਸਾਰਾ ਬੇਨਤੀ ਕਰਦਾ ਇਹ ਜਿਹੜਾ ਮਸਲਾ ਨਾ ਤੁਹਾਨੂੰ ਪਤਾ ਕਿ ਇੱਥੇ ਸਰਕਾਰਾਂ ਦਾ ਕੋਈ ਬੰਦਾ ਨਹੀਂ ਪਹੁੰਚਿਆ ਇਹਦੇ ਕੋਈ ਸ਼ੱਕ ਹੈ ਹੀ ਨਹੀਂ ਠੀਕ ਹੈ ਕਿ ਗੱਲ ਨੂੰ ਮੰਨਦੇ ਹੋ ਇਹ ਮਸਲਾ ਤੁਹਾਡਾ ਬਹੁਤ ਵੱਡਾ ਪਰ ਅਸੀਂ ਆਏ ਹਾਂ ਤੁਸੀਂ ਫਿਕਰ ਨਾ ਕਰਿਓ ਜੀ ਹਾਂਜੀ ਇੱਥੇ ਗੱਡੀਆਂ ਆਉਣਗੀਆਂ ਕਦੀ ਕੋਈ ਗੱਡੀ ਚੌਲਾਂ ਦੀ ਆ ਰਹੀ ਹੈ ਚੌਲ ਬਣ ਜਾਏਗੀ ਕਦੀ ਗੱਡੀ ਕਣਕ ਦੀ ਆ ਰਹੀ ਹੈ ਤਾਂ ਤੁਹਾਨੂੰ ਕਣਕ ਬਣ ਜੂਗੀ ਹਾਂਜੀ ਯਾਨੀ ਜਦੋਂ ਤੱਕ ਤੁਹਾਡਾ ਇਹ ਮਾਹੌਲ ਇਸ ਤਰ੍ਹਾਂ ਦਾ ਬਣਿਆ ਨਾ ਜਦੋਂ ਤੱਕ ਇਹ ਫੌਜਾਂ ਲੱਗੀਆਂ ਨੇ ਇਸ ਤਰ੍ਹਾਂ ਵੀ ਇਹੋ ਜਿਹਾ ਭੀਤ ਮੌਸਮ ਜਿਹੜਾ ਜੰਗ ਦਾ ਮਾਹੌਲ ਬਣਿਆ ਹੈ ਜੀ ਜੋ ਅਸੀਂ ਵੇਖ ਰਹੇ ਹਾਂ ਵੀ ਹੁਣ ਲੜਾਈ ਹੋ ਜਾਏ ਤਾਂ ਆਹ ਜਿਹੜੇ ਤੁਹਾਡੇ ਪਿੰਡ ਨੇ ਤਾਂ ਮੇਰੇ ਖਿਆਲ ਵੀ 1 ਮਿੰਟ ਦੀ ਮਾਰਨੀ ਮੋਰਚੇ ਦੇ ਵਿੱਚ ਮੈਨੂੰ ਪਤਾ ਸਾਨੂੰ ਕਹਿਣ ਦੀ ਲੋੜ ਨਹੀਂ ਪਰ ਜਦੋਂ ਤੱਕ ਤੁਹਾਡਾ ਇਹ ਮਾਹੌਲ ਇਸ ਤਰ੍ਹਾਂ ਦਾ ਬਣਿਆ ਨਾ ਇੱਥੇ ਸਾਡੀਆਂ ਗੱਡੀਆਂ ਆਉਂਦੀਆਂ ਨੇ ਹਾਂਜੀ ਸਮਝ ਗਏ ਅਸੀਂ ਕੋਸ਼ਿਸ਼ ਕਰਨੀ ਹੈ ਕਿ ਇੱਥੇ ਤੁਹਾਨੂੰ ਵੱਧ ਤੋਂ ਵੱਧ ਰਾਸ਼ਨ ਦਿੱਤਾ ਜਾਏ ਹਾਂਜੀ ਇੱਕਦਮ ਤਾਂ ਗੱਲ ਨਹੀਂ ਹੈ ਕਿ ਕੋਈ ਬਿੱਲ ਪਾਸ ਕਰਦੇ ਅਸੀਂ ਕਰ ਦਿਓ ਪਰ ਫਿਰ ਵੀ ਅਸੀਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਹਿਸੂਸ ਕੀਤਾ ਵੀ ਜਿਵੇਂ ਉੜੀਸਾ ਗਏ ਗੁਜਰਾਤ ਗਏ ਹੋਰ ਜਾਣ ਦਾ ਮੌਕਾ ਮਿਲਿਆ ਚਿੱਟੀ ਸਿੰਘ ਵਾਲਾ ਜਿੱਥੇ 37 ਸਿੰਘ ਮਾਰੇ ਗਏ ਗੋਲੀਆਂ ਨਿਸ਼ਾਨਾ ਬਣਾ ਕੇ ਫਿਰ ਲੋਹੀਆਂ ਮੱਝਾਂ ਮਰ ਗਈਆਂ ਸੜ ਕੇ ਜ਼ਿਮੀਂਦਾਰ ਦੀਆਂ ਅਸੀਂ ਉੱਥੇ ਵੀ ਗਏ ਫਿਰ ਅਸੀਂ ਮਹਿਸੂਸ ਕੀਤਾ ਕਈ ਦਿਨਾਂ ਤੋਂ ਵੀ ਫਿਰ ਫੋਨ ਵੀ ਆਉਣੇ ਸ਼ੁਰੂ ਹੋ ਗਏ ਕਈਆਂ ਦੇ ਫਿਰ ਇਹਨਾਂ ਸਾਹਿਬ ਨੇ ਸਾਡੇ ਪੁਲਿਸ ਦੇ ਬਹੁਤ ਵੱਡੇ ਟਾਇਰ ਅਫਸਰ ਨੇ ਇਹਨਾਂ ਮੈਨੂੰ ਫੋਨ ਕੀਤਾ ਬਾਬਾ ਜੀ ਗੱਲ ਚੱਲ ਪਈ ਹੈ ਪੰਜਾਬ 'ਤੇ ਸਾਡਾ ਘਰ ਹੈ ਤੇ ਸਾਨੂੰ ਕੋਈ ਕਰਨਾ ਚਾਹੀਦਾ ਉਹ ਤੋਂ ਬਾਅਦ ਫਿਰ ਅਸੀਂ ਕਿਹਾ ਵੀ ਸਾਹਿਬ ਅਸੀਂ ਤੇ ਕੱਲ੍ਹ ਤੋਂ ਚੱਲ ਕੇ ਜਾ ਕੇ ਆਏ ਹਾਂ ਤੇ ਉਹ ਫਿਰ ਅਸੀਂ ਕਈ ਗੱਲਾਂ ਨਜ਼ਰ ਮੁੱਦੇ ਰੱਖਦੇ ਫਿਰ ਸਾਨੂੰ ਚੱਲਣਾ ਪਿਆ ਜਿੱਥੇ ਤੱਕ ਸਵਾਲ ਹੈ ਤੁਹਾਡੀ ਰੋਟੀ ਤੇ ਰੋਜੀ ਦਾ ਹਾਂਜੀ ਇਹ ਤਾਂ ਮੇਰੀ ਜਦ ਤੱਕ ਜ਼ਿੰਦਗੀ ਹੈ ਔਰ ਜਦ ਤੱਕ ਤੁਹਾਡੀ ਇੱਥੇ ਆਰਮੀ ਬੈਠੀ ਹੈ
ਅਸੀਂ ਤੁਹਾਡੀ ਕਿਸੇ ਗੱਲੋਂ ਪਿੱਠ ਨਹੀਂ ਲਗਾਈ ਹੈ ਜੀ। ਇਹ ਜਿਵੇਂ ਜਿਵੇਂ ਨੰਬਰ ਲੱਗਦਾ, ਏਰੀਆ ਬਹੁਤ ਲੰਬਾ ਹੈਗਾ ਬਾਰਡਰ ਦਾ। ਹਾਂਜੀ, 1 ਜਨਵਰੀ ਤੋਂ ਫਰਵਰੀ ਤੋਂ ਅਸੀਂ ਗੱਡੀਆਂ ਤੋਰ ਦੇਣੀਆਂ ਨੇ। ਤੁਹਾਡੇ ਇੱਥੇ 5 ਜਨਵਰੀ ਫਰਵਰੀ ਨੂੰ ਟਾਈਮ ਲੱਗਦਾ, ਤਾਂ 3 ਨੂੰ ਲੱਗਦਾ, ਤਾਂ 6 ਨੂੰ ਲੱਗਦਾ, ਤਾਂ 7 ਨੂੰ। ਕੋਈ ਗੱਡੀ ਜਿਹੜੀ ਇੱਕ ਗੱਡੀ ਤੁਹਾਡੇ ਪਿੱਛੇ ਚੌਲਾਂ ਦੀ ਆ ਰਹੀ ਕਹਿ ਲਓ, ਦੂਜੀ ਗੱਡੀ ਜਿਹੜੀ ਉਹ ਦੂਜੇ ਜਾਂ ਤੀਜੇ ਚੌਥੇ ਦਿਨ ਉਹ ਕਣਕ ਦੀ ਗੱਡੀ ਆ ਰਹੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਖੰਡ ਤੱਕ ਵੀ ਭੇਜੀ ਜਾਏ, ਚਾਹ ਪੱਤੀ ਤੱਕ ਭੇਜੀ ਜਾਏ। ਤਾਂ ਬੀਬੀਆਂ ਦੀ ਹਾਲਤ ਦੇਖ ਕੇ ਮੈਂ ਮਹਿਸੂਸ ਕਰ ਰਿਹਾ, ਤੁਹਾਡੇ ਬੱਚੇ ਨੇ ਜਿਵੇਂ ਵੀ, ਅਸੀਂ ਕੋਈ ਕੋਸ਼ਿਸ਼ ਕਰਾਂਗੇ ਕਿ ਇਹਨਾਂ ਬੀਬੀਆਂ ਵਾਸਤੇ ਸੂਟ ਵੀ ਭੇਜੀ ਜਾਣ। ਹਾਂਜੀ, ਨਵੇਂ ਸੂਟ ਜਿਹੜੇ ਆਪ ਇਹ ਸੀ ਲੈਣਗੀਆਂ। ਤੇ ਬਾਕੀ ਮੈਂ ਤੁਹਾਡੇ ਨਾਲ ਹਾਂ, ਮੇਰੇ ਸਾਹ ਨੇ ਜਿਹੜੇ ਸਵਾਸ ਨੇ ਜਿੰਨੇ ਵੀ ਦਮ ਨੇ, ਇਹ ਸਮਝ ਲਓ ਵੀ ਤੁਹਾਡੇ ਗਰੀਬਾਂ ਦੀ ਸੇਵਾ ਕਰਨ ਵਾਸਤੇ ਨਹੀਂ। ਮੈਂ ਤੇ ਕੋਈ ਬਹੁਤ ਵੱਡਾ ਆਪਣੇ ਕੋਲ ਮਾਣ ਨਹੀਂ ਪ੍ਰਾਪਤ ਕਰਨ ਵਾਸਤੇ ਆਇਆ, ਜਾਂ ਕੋਈ ਤੁਹਾਡੇ ਕੋਲ ਵੋਟਾਂ ਨਹੀਂ ਮੰਗਣ ਆਇਆ। ਤੇ ਮੈਂ ਸਿਰਫ ਮੰਗਦਾ ਤੇ ਗਰੀਬਾਂ ਦਾ ਭਲਾ ਮੰਗਦਾ ਤੇ ਤੁਹਾਡੇ ਵਰਗਿਆਂ ਦੀ ਸੇਵਾ ਮੰਗਦਾ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਤੇ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ, ਤੁਸੀਂ ਥੋੜਾ ਜਿਹਾ ਸਮਾਂ ਸਬਰ ਕਰੋ, ਇੰਤਜ਼ਾਰ ਕਰੋ। ਤੁਹਾਨੂੰ ਮੈਂ ਕਿਸੇ ਚੀਜ਼ ਦੀ, ਮੈਂ ਤਾਂ ਕੀ ਤੁਹਾਡਾ ਸੇਵਾਦਾਰ ਹਾਂ। ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਤੁਹਾਨੂੰ ਕੋਈ ਕਮੀ ਨਹੀਂ ਆਉਂਦੀ। ਦਰਸ਼ਨ ਨੂੰ ਸਾਨੂੰ ਬੜੀ ਲੋੜ ਹੈ। ਦਰਸ਼ਨ ਤੇਰੇ ਹੋ ਗਿਆ ਬਹੁਤ ਸੋਹਣੀ ਹੋ ਗਈ। ਬਾਕੀ ਇਹ ਗੱਲ ਆ ਭਈ 71 ਦੇ 65 ਚ ਲੜਾਈ ਹੋਈ, ਸਾਡਾ ਨਾ ਡੰਗਰ ਤੇ ਨਾ ਸਾਡਾ ਹੱਲਾਂ ਤੱਕ ਇੱਥੇ ਬਲ ਜਾਂਦੀ ਦੱਸਿਆ ਵੀ ਤੁਹਾਡਾ ਨੁਕਸਾਨ, ਸਾਡਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਰਿਹਾ। ਜੇ ਇਹਨਾਂ ਠੀਕ ਨਹੀਂ ਕਰਾ ਕਿ ਗਰੀਬ ਹੈਗਾ, ਗਰੀਬ ਇਲਾਕਾ ਜਾਂ ਬਹੁਤ ਗਰੀਬ ਇਲਾਕਾ ਹੈ। ਇੱਕੋ ਹੀ ਬਰਾਦਰੀ ਮਾੜੀ ਹੈ। ਗਰੀਬ ਨੇ ਕਿ ਮੈਂ ਕਹਤਾ ਆਇਆ 4 ਕੁਰਸੀਆਂ ਪਿੰਡ ਵਿੱਚੋਂ ਮਿਲੀਆਂ। ਇਹਨਾਂ ਨੂੰ 20 ਵਾਰ ਕਿਹਾ ਕੁਰਸੀਆਂ ਕਹਿੰਦੇ ਪਿੰਡ ਹੈ ਹੀ ਨਹੀਂ ਜੀ, ਇੰਨੀ ਗਰੀਬੀ ਹੈ ਜੀ, ਹਰ ਘਰ 'ਚ 1-2 ਕੁਰਸੀਆਂ ਹੁੰਦੀਆਂ ਨੇ। ਵਾਹਿਗੁਰੂ ਦੀ ਕਿਰਪਾ ਨਾਲ ਜੋ ਤੁਹਾਨੂੰ ਕਹਿ ਕੇ ਚੱਲਿਆ ਹੋਊਗਾ, ਤੁਹਾਨੂੰ ਰਾਸ਼ਨ ਆਉਂਦਾ ਰਹੂਗਾ। ਜਦ ਤੱਕ ਤੁਹਾਡਾ ਮਾਹੌਲ ਇਸ ਤਰ੍ਹਾਂ ਦਾ ਬਣਿਆ ਤੇ ਅਸੀਂ ਪਿੱਛੋਂ ਤੁਹਾਡੇ ਪਿੱਛੇ ਬੜੀ ਸਾਰ ਲੈਂਦੇ ਰਹਾਂਗੇ। ਹੋਰ ਦੱਸੋ, ਅਸੀਂ ਹੋਰ ਪਿੰਡਾਂ 'ਚ ਵੀ ਜਾਣਾ। ਅਸੀਂ ਕੱਲ ਆਸ਼ਾ, ਸਾਨੂੰ ਨਹੀਂ ਪਤਾ ਵੀ ਬਾਬੇ ਹੁਣਾ ਆਉਣਾ ਜਾਂ ਨਹੀਂ ਆਉਣਾ। ਅਸੀਂ ਮੰਗ ਕੀਤੀ ਸੀ ਕਿ ਸਾਡੇ ਮਹਾਰਾਜ ਪੁਰਖਾਂ ਦੇ ਸਾਡੇ ਦਰਸ਼ਨ ਕਰਾਏ। ਗਰੀਬਾਂ ਦਾ ਚਾਹ ਅੱਧਾ ਕੱਪ ਹੀ ਪੀ ਲਓ, ਅਸੀਂ ਪਿਉਣਾ ਜੀ। ਲਓ ਮੈਨੂੰ ਜ਼ਹਿਰ ਵੀ ਦਿਓ, ਖਾਣ ਪੀਣ ਨੂੰ ਤਿਆਰ ਲਿਓ। ਚਾਹ ਪਿਉਣਾ ਜੀ, ਜ਼ਹਿਰ ਵੀ ਦੁੱਧ ਹੀ ਪੀਣ ਨੂੰ ਤਿਆਰ। ਜੇ ਉਹ ਕਿਰਪਾ ਹੋ ਜਾਵੇ ਅਸੀਂ ਬੜੇ ਅੱਧੇ ਬਚ ਜਾਈਏ। ਤੁਸੀਂ ਫਿਕਰ ਨਾ ਕਰੋ, ਬਹੁਤ ਕੁਝ ਹੋਣਾ। ਹੁਣ ਮੈਂ ਵੇਖ ਚੱਲਿਆ ਤੁਹਾਨੂੰ, ਹੁਣ ਮੈਂ ਬਾਬਾ ਸਾਡਾ ਵੀ ਇਹਨਾਂ ਦਾ ਦਿਲ ਉੱਚਾ ਹੋ ਗਿਆ। ਫਿਕਰ ਨਾ ਕਰੋ। ਦਰਸ਼ਨ ਕਰਕੇ ਆ ਵੇਖ ਕੇ ਅਸੀਂ ਉੱਚਾ ਹੋ ਤੁਸੀਂ ਗਏ। ਇੱਥੇ ਬੈਠੇ ਹੋ ਨਾ, ਇੱਥੇ ਲਾਹੌਰ ਕਿੰਨਾ? ਇਹ ਜੀ ਹੁਣ 12-13 ਮੀਲ। ਲਾਹੌਰ 12-13 ਮੀਲ ਹੈ ਤੇ ਲਾਹੌਰ ਤੋਂ 20 ਕਿਲੋਮੀਟਰ ਤੋਂ ਪਰ ਅਸੀਂ ਆਏ ਹਾਂ। ਅਸੀਂ ਤੁਹਾਡੇ ਤੋਂ ਵੀ ਅੱਗੋਂ ਆਏ ਆ। ਤੁਸੀਂ ਤਾਂ ਫਿਰ ਵੀ ਇੰਨੀ ਕੁ ਬਣਾ ਕੇ ਬੈਠੇ ਹੋ, ਅਸੀਂ ਜਦੋਂ ਆਏ ਵੀ ਛੱਡਿਆ ਆ ਉੱਥੇ। ਇਸ ਤਰ੍ਹਾਂ ਇਹ ਗੱਲ ਪਤਾ ਕੋਈ ਨਹੀਂ ਜੀ। ਇਹ ਉੱਥੇ ਖਲਾਰਾ ਖਿਲਰ ਗਿਆ ਜੀ। ਮਹਾਤਮਾ ਜੀ ਬਹੁਤ ਵੱਡਾ ਸੰਤ ਜੀ, ਇਹ ਮਹਾਰਾਜ ਜੀ, ਇਹ ਤੇ ਪੱਕੇ ਡੇਰੇ ਲੱਗ ਗਏ ਨੇ। ਨਾ ਇਹਨਾਂ ਉੱਠਣਾ ਤੇ ਨਾ ਇਹਨਾਂ ਨੇ ਜਾਣਾ। ਨਾ ਖਾਣਾ ਇੱਕ ਵਾਰ ਜੀ ਆ ਰਿਹਾ ਨਾ, 2 ਗਿਆ ਕਿ ਕਿੰਨੇ ਦਾ ਕੋਈ ਗਰੰਟੀ ਨਹੀਂ। ਨਹੀਂ ਕੋਈ ਨਹੀਂ। ਖਲਾਰਾ ਖਿਲਰ ਗਿਆ ਜੀ ਬਹੁਤ ਜ਼ਿਆਦਾ। ਪਾਕਿਸਤਾਨ ਦਾ ਸਵੇਰੇ ਕੋਈ ਬਿਆਨ ਦੇ ਦਿੰਦਾ, ਸ਼ਾਮ ਨੂੰ ਕੋਈ ਬਿਆਨ ਦੇ ਦਿੰਦਾ। ਸਾਡੀ ਸਰਕਾਰ ਜੰਗ ਚੁੱਕੇ ਤੇ ਨੁਕਸਾਨ ਬਹੁਤ ਜ਼ਿਆਦਾ ਜੀ। ਨੁਕਸਾਨ ਇੰਨਾ ਕਿ ਇਹ ਭੱਜਣ ਨਹੀਂ ਦੇਣੀ ਚੀਜ਼ ਨੇ, ਜਿੰਨਾ ਧੋਖਾ ਧਾਪਾ ਕੱਢ ਦਿੱਤੀ ਇਹਨਾਂ ਨੇ। ਕਿਸੇ ਦਾ ਇੰਨਾ ਅਸੀਂ ਮੋਰਚਾ ਵੀ ਨਹੀਂ ਕੱਢ ਸਕੇ ਵੀ ਸਾਡੀ ਆ ਹੀ ਜਾਣੀ ਇੱਥੇ ਦੀ ਚੀਜ਼ ਨਹੀਂ ਆਉਂਦੀ। ਮਹਾਰਾਜ ਜੀ ਰੱਬ ਤੇ ਆਸਰਾ ਰੱਖਿਆ, ਜੇ ਬਚਾਉਣੇ ਤੇ ਵਿਚਾਲੀ ਨਹੀਂ ਦਿੱਤਾ। ਨਹੀਂ ਕਿੱਧਰ ਜਾਈਏ ਧੱਕੇ ਨਹੀਂ ਜੀ। ਆਪਣੇ ਘਰ ਰਿਸ਼ਤੇਦਾਰਾਂ ਕੋ ਜਾਓਗੇ ਕਿੰਨੇ ਕੁ ਦਿਨ? 2 ਦਿਨ ਰੱਖੋ, 4 ਦਿਨ ਰੱਖੋ। ਟਾਈਮ ਹੀ ਨਹੀਂ ਪਾਸ ਹੁੰਦੇ ਜੀ ਰਿਸ਼ਤੇਦਾਰਾਂ ਕੋਲ, ਟਾਈਮ ਹੀ ਨਹੀਂ ਪਾਸ ਹੁੰਦੇ ਸਾਡਾ ਕੋਲ। ਰਿਸ਼ਤੇਦਾਰ ਕਿਹੜੇ ਕਿਲੇ ਬਣਾਏ ਨਾ ਗਰੀਬਾਂ ਦੇ, ਉਹ ਵੀ ਸਾਡੇ ਵਰਗੇ ਰਿਸ਼ਤੇਦਾਰ ਵੀ ਗਰੀਬ ਹੀ ਹੁੰਦੇ ਨੇ। ਸਾਡੇ ਕਿਹੜੇ ਕਿਲੇ ਪਾਏ ਨੇ। ਡੇਰੇ ਬਾਬੇ ਨਾਲ ਕੱਢੇ ਨੇ। ਸਾਡੀ ਰਿਸ਼ਤੇਦਾਰੀ ਕੋਈ ਨਹੀਂ। ਸਾਡੇ ਰਾਜ ਦੇ ਫਿਰੋਜ਼ਪੁਰ ਵਾਲੇ ਵੀ ਹੈਗੇ ਨੇ, ਹਾਂਜੀ ਹੈ। ਬਠਿੰਡੇ ਵਾਲੇ ਵੀ ਹੈਗੇ, ਪਰ ਸਾਡੀ ਸਾਂਝਾ ਨਹੀਂ ਹੈਗੀਆਂ ਨਾ। ਅਸੀਂ ਉਧਰ ਜਾ ਹੀ ਸਕਨੇ। ਸਾਡੇ ਆਬਾਦੀ ਦੇ ਕੰਢੇ ਨੇ ਰਾਤ ਦੇ। ਜਿੱਥੋਂ ਕਿ ਆਪਨੇ ਇਹ ਪਾਰ ਕੀਤਾ ਹੈ, ਇਹ ਆਪਣਾ ਪੁਲ ਜੀ, ਇਸ ਤੋਂ ਜਿਹੜਾ ਅਗਲਾ ਇਲਾਕਾ ਹੈ, ਇਹ 100% ਸਰਕਾਰ ਨੇ ਸਾਨੂੰ ਮਾਈਨ ਦਿੱਤਾ। ਠੀਕ ਹੈ ਜੀ। ਕਿ ਇਹਦੇ ਵਿੱਚ ਤੁਹਾਡਾ ਕੋਈ ਟਿਊਬਵੈਲ ਨਹੀਂ ਚੱਲੂਗਾ, ਕੋਈ ਇਸ ਇਲਾਕੇ ਦੇ ਵਿੱਚ ਬੰਦਾ ਨਹੀਂ ਫਿਰੂਗਾ, ਕਿਉਂਕਿ ਇਹੋ ਜਿਹੇ ਇੱਥੇ ਚੀਜ਼ਾਂ ਦਬਾਈਆਂ ਗਈਆਂ ਨੇ। ਜਿਸ ਤਰ੍ਹਾਂ ਕਿ ਆਪਾਂ ਇੱਥੇ ਬੈਠੇ ਹਾਂ, ਜੇ ਕਿਤੇ ਡੰਗਰ ਚੜ੍ਹ ਜਾਏ ਤੇ ਸਾਡੇ ਤੋਂ ਕੋਈ ਵੀ ਚੀਜ਼ ਨਹੀਂ ਬਚ ਸਕਦੀ।
ਤੇ ਇਹ ਦਹਿਸ਼ਤ ਜਿਹੜੀ ਹੈ ਉਹਨਾਂ ਨੇ ਮੁਆਵਜ਼ਾ ਵੀ ਆਪ ਜੀ ਨੂੰ ਕੁਝ ਦੇਣ ਦਾ ਇਕਰਾਰ ਕੀਤਾ ਹਾਂਜੀ ਜਾਂ ਬਿਲਕੁਲ ਜੀ, ਦਿੱਤਾ ਹੈ? ਉਹਨਾਂ ਕੀਤਾ ਜ਼ਰੂਰ ਹੈ, ਹਾਂਜੀ ਪਰ ਅਜੇ ਤਕਰੀਬਨ ਸਾਨੂੰ 1 ਮਹੀਨੇ ਤੋਂ ਉੱਤੇ ਹੀ ਹੋ ਗਿਆ ਹਾਂਜੀ ਤੇ ਇਹ ਇਲੈਕਸ਼ਨ ਆ ਗਿਆ। ਹੁਣ ਇਹ ਜਿੰਨੇ ਲੀਡਰ ਨੇ, ਜਿੰਨੇ ਵੀ ਅਫਸਰ ਨੇ ਸਾਡੇ, ਸਾਰੇ ਹੀ ਇਸ ਚੱਕਰ 'ਚ ਨੇ ਕਿ ਡਿਊਟੀਆਂ ਲੱਗ ਗਈਆਂ ਕਿ ਅਸੀਂ ਆਪੋ ਆਪਣੀ ਡਿਊਟੀ ਨਿਭਾਈਏ, ਪਰ ਸਾਡੇ ਵੱਲੇ ਇਹ ਇੰਨੇ ਦਿਨ ਗੌਰ ਕੋਈ ਨਹੀਂ। ਗੌਰ ਕੋਈ ਪਹਿਲਾਂ ਕੀਤੀ ਨੇ, ਉਹਦੇ ਵਿੱਚ ਲਿਖਤਾਂ ਪੜਤਾਂ ਬਣ ਗਈਆਂ ਨੇ, ਸਾਡੇ ਕਾਗਜ਼ ਪੱਤਰ ਬਣ ਗਏ ਆ। ਇਸ ਟਾਈਮ ਤੇ ਇਹ ਹੈ ਕਿ ਸਾਡੇ ਜਿਹੜੇ ਗਰੀਬ ਨੇ, ਦਲਿਤ ਭਰਾ ਨੇ, ਜਿਹੜੇ ਸਾਡੇ ਨਾਲ ਕੰਮ ਵੀ ਕਰਦੇ ਸਨ, ਉਹਨਾਂ ਨੂੰ ਨਾ ਤੇ ਕਿਤੇ ਗਾਂਹ ਕੰਮ ਮਿਲਿਆ, ਨਾ ਹੀ ਉਹ ਸਾਡੇ ਨਾਲ ਨੇ। ਅਸੀਂ ਤੇ ਜੀ ਬੈਠੇ ਆ ਚੜ੍ਹਦੇ ਪਾਸੇ, ਉਹ ਜਾ ਬੈਠੇ ਲਹਿੰਦੇ ਪਾਸੇ, ਰਿਸ਼ਤੇਦਾਰੀਆਂ ਆਪੋ ਆਪਣੀਆਂ ਕਰਕੇ ਤੇ ਰਾਸ਼ਨ ਆਪੋ ਆਪਣਾ। ਹੁਣ ਜਿੰਨੇ ਕੁ ਦਿਨ ਹੈਗਾ ਹੀ ਸਾਡੇ ਕੋਲ, ਤਾਂ ਅਸੀਂ ਖਾ ਲਿਆ, ਉਹਦੇ ਨਾਲ ਗੁਜ਼ਾਰਾ ਕਰ ਲਿਆ। ਹੁਣ ਪੱਠਾ ਬੜਾ ਮਹਿੰਗਾ, ਪਸ਼ੂ ਵੀ ਸਾਡੇ ਕੋਲ ਕਾਫੀ ਸਨ, ਜਿਹਦੇ ਵਿੱਚ ਸਾਨੂੰ ਫੇਰ ਭੌਂਕੇ ਪਿੰਡ ਹੀ ਲਿਆਉਣੇ ਪੈਣ ਡਏ ਨੇ। ਕੁਦਰਤੀ ਗੱਲ ਹੈ, ਪਰ ਸਾਡੇ ਜਿਹੜੇ ਪੱਠੇ ਆਪ ਨੇ ਵੇਖ ਲਏ ਨੇ ਕਿ ਮਾਇਨੇ ਇਹ ਮਾਇਨੇ ਉਹ ਅਸੀਂ ਕੱਢ ਨਹੀਂ ਸਕਦੇ। ਤੇ ਮੁਸ਼ਕਲ ਤੇ ਇੱਥੋਂ ਤੱਕ ਹੈ, ਹੁਣ ਵੀ ਐਮਐਲਏ ਸਾਹਿਬ ਆਏ ਸਨ, ਗੱਲਬਾਤ ਚੱਲੀ ਸੀ ਕਿ ਸਾਡੇ ਇਹ ਜਿਹੜੇ ਨੇ ਪਿੰਡ ਚਾਰੇ ਹੀ ਨੋ ਮੈਨ ਲੈਂਡ ਦੇ ਨਾਲ ਲੱਗਦੇ। ਕਿਹੜੇ ਪਿੰਡ ਜੀ ਚਾਰ ਉਹਨਾਂ ਨਾਮ? ਇਹ ਪਿੰਡ ਹੈ ਚੱਕ ਕਲਾ ਬਖਸ਼, ਧਾਰੀਵਾਲ, ਉਧਰ ਮੂਲਾਕੋਟ। ਇਹਨਾਂ ਨੂੰ ਪਿੱਛੇ ਠਾ ਦਿੱਤਾ ਜਾਏ ਤੇ ਸਾਨੂੰ ਰਿਹਾਇਸ਼ੀ ਮਕਾਨ ਬਣਾ ਕੇ ਦਿੱਤੇ ਜਾਣ, ਕਿਉਂਕਿ ਸਾਡੇ ਉੱਤੇ ਇਹ ਜਿਹੜਾ ਆ 7ਵਾਂ 8ਵਾਂ ਵਾਰ ਹੋ ਚੁੱਕਾ ਹੈ ਸਮਾਨ ਚੁੱਕ ਕੇ ਲੈ ਜਾਣਾ ਤੇ ਚੁੱਕ ਕੇ ਲੈ ਆਉਣਾ, ਜਿਹਦੇ ਵਿੱਚ ਸਾਡੇ ਕੋਲ ਜਿਹੜੀਆਂ ਕੋਈ ਟਰੰਕ ਪੇਟੀ ਉਹ ਤੇ ਟੁੱਟ ਭੱਜ ਗਏ ਨੇ, ਨਵੇਂ ਅਸੀਂ ਲੈਣ ਨਹੀਂ ਡਏ, ਕਿਉਂਕਿ ਫਿਰ ਸਾਨੂੰ ਇੱਥੋਂ ਭੱਜਣਾ ਪੈਂਦਾ। 6 ਮਹੀਨੇ ਸਾਨੂੰ ਇਹ ਜਿਹੜੀ ਆ ਭੱਜ ਨੱਸ ਪੈਂਦੀ। ਤੇ ਵੇਖੋ ਜੀ ਸਰਕਾਰ ਕੀ ਕਰਦੀ ਹੈ, ਇਹ ਕੰਮ ਤੇ ਸੈਂਟਰ ਸਰਕਾਰ ਦਾ ਹੀ ਕੰਮ ਤਾਂ ਸੈਂਟਰ ਸਰਕਾਰ, ਹਾਂਜੀ ਬਿਲਕੁਲ ਠੀਕ ਹੈ। ਕਿਉਂਕਿ ਜੇ ਅਸੀਂ ਹੁਣ ਇਹਨਾਂ ਹੁਣ ਤੁਸੀਆਂ ਵਾਲਣੀਆਂ ਸ਼ੁਰੂ ਕਰ ਦਿੱਤੀਆਂ ਨੇ ਪਿੰਡਾਂ ਦੇ ਦੁਆਲੇ, ਵਿਖਾਉਣੇ ਆ ਜੀ ਪਿੰਡ ਮੂਲਾਕੋਟ ਦੇ ਵਿੱਚ ਇਹਨਾਂ ਸ਼ੁਰੂ ਕੀਤੀ ਹੈ। ਜਦੋਂ 4 ਚਫੇਰੇ ਸਾਡੇ ਤੁਸੀਂ ਹੋ ਗਏ, ਉਹਦੇ ਵਿੱਚ ਬੈਂਕਰ ਬਣ ਗਏ ਆਰਮੀ ਦੇ, ਤੇ ਸਾਡੀਆਂ ਧੀਆਂ ਭੈਣਾਂ ਕਿੱਥੇ ਜਾਣਗੇ? ਉਹ ਕਿੱਥੇ ਜਾਣਗੇ? ਹਾਏ ਹਾਏ। ਹਾਂਜੀ ਅਸੀਂ ਤੇ ਬੇਘਰ ਆ ਇਸ ਟਾਈਮ ਤੇ ਬੇਘਰ ਹੀ ਰਹੇ ਆ, ਕਿਉਂਕਿ ਉਹੀ ਹੈ ਕਿ ਮਹਾਂਪੁਰਸ਼ਾਂ ਨੇ ਦੀ ਬਹੁਤ ਵੱਡੀ ਦੇਣ ਹੈ ਤੇ ਇਹ ਕੋਈ ਮਹਾਂਪੁਰਸ਼ੀ ਕਰਦੇ ਨੇ, ਹੋਰ ਤਾਂ ਕੋਈ ਕਰਦਾ ਨਹੀਂ ਇੰਨੀ ਦੇਣ। ਸਰਕਾਰ ਤਾਂ ਨਹੀਂ, ਅਸੀਂ ਉੱਠ ਖਲੋਂਦੇ, ਸਾਡੇ ਹੋਏ ਤਾਂ ਅਸੀਂ ਤਾਂ ਵੀ ਉੱਠ ਖਲੋਂਦੇ। ਕਾਰਗਲ ਦੀ ਲੜਾਈ ਸਾਡਾ ਉਦੋਂ ਵੀ ਡੰਗਾ ਵੱਜਾ ਜੀ, ਉਦੋਂ ਵੀ ਸਾਨੂੰ ਇੱਥੋਂ ਉਠਾ ਦਿੱਤਾ ਗਿਆ ਭੱਜ। ਲੜਾਈ ਕਾਰਗਲ ਦੇ ਵਿੱਚ ਸੀ, ਫਿਰ ਸਾਨੂੰ ਬਾਰਡਰ ਫੇਰ ਖਾਲੀ ਕਰਨਾ ਪਿਆ। ਸਾਡੀਆਂ ਤੇ ਜੀ ਬਾਬਾ ਜੀ ਬਹੁਤ ਵੱਡੀਆਂ ਮੁਸ਼ਕਲਾਂ ਨੇ ਜਿਹੜੀਆਂ ਕਿ ਅਸੀਂ ਭੋਗਣ ਰਹੇ ਹਾਂ। ਜਦੋਂ ਆਹ ਡੰਕਾ ਵੱਜ ਜਾਂਦਾ, ਸਾਡੇ ਚੰਗੇ ਭਲੇ ਧੀਆਂ ਪੁੱਤ, ਪੈੜੀ ਵੀ ਸਾਡੇ ਕੋਲ ਹੈਗੀ 10-10 ਕਿੱਲੇ 5-5 ਕਿੱਲੇ, ਉਹਨਾਂ ਨੂੰ ਰਿਸ਼ਤਾ ਹੀ ਕੋਈ ਨਹੀਂ ਕਰਦਾ ਕਿ ਬਾਰਡਰ ਦੇ। ਮੇਰਾ ਨਾਮ ਸੁਰਿੰਦਰ ਸਿੰਘ ਜੀ, ਜੈਦਾਰ ਸੁਰਿੰਦਰ ਸਿੰਘ। ਮੈਂ ਸ਼੍ਰੋਮਣੀ ਅਕਾਲੀ ਪਾਰਟੀ ਦਾ ਇਸ ਵੇਲੇ ਵਰਕਰ ਹਾਂ ਤੇ ਬਾਕੀ ਸਾਨੂੰ ਇੱਕ ਹੋਰ ਬੜੀ ਬਹੁਤ ਤੰਗੀਆਂ ਜੀ। ਇੱਕ ਤਾਰ ਸਾਡੇ ਲਾਗੋਂ ਲੰਘਦੀ ਆ, ਕੰਡਿਆਂ ਵਾਲੀ। ਇਹਨਾਂ ਲਾਗੇ ਮਣੇ ਬਣਾਏ ਨੇ, ਸਾਡੀਆਂ ਧੀਆਂ ਬੇਟੀਆਂ ਜਦੋਂ ਜਾਂਦੀਆਂ ਟੱਟੀ ਪਿਸ਼ਾਬ ਕਰਨ, ਇਹ ਦੂਰਬੀਨਾਂ ਲਾ ਵੇਂਦੇ ਨੇ। ਸਾਡੀ ਕੋਈ ਇੱਥੇ ਜ਼ਿੰਦਗੀ ਨਹੀਂ, ਕੋਈ ਗੱਲ ਕਹਿ ਨਹੀਂ ਸਕਦੇ ਜੇ ਅਸੀਂ ਦੱਸੀਏ, ਸਾਡੇ ਰੋਣ ਨਿਕਲਦੇ ਨੇ। ਸਾਡੀਆਂ ਧੀਆਂ ਬੇਟੀਆਂ ਕਿੱਥੇ ਬਹਿਣ? ਇਹਨਾਂ ਨਾਲ ਕਈ ਦਫਾ ਅਸੀਂ ਘੋਲ ਕੀਤੇ ਨੇ, ਅਫਸਰਾਂ ਕੋਲ ਗਏ, ਇਹਨਾਂ ਨੂੰ ਕਿਹਾ ਹੈ ਤੁਸੀਂ ਓਪੀ ਪਿੰਡ ਆਪਣੇ ਚੋਕੇ ਪਿੰਡਾਂ ਤੋਂ ਦੂਰ ਕਰ ਲਓ ਥੋੜੇ, ਪਰ ਨਹੀਂ, ਸਾਡੀ ਸੁਣਾਈ ਹੈ ਨਹੀਂ, ਕੋਈ ਪੁੱਛਦਾ ਹੀ ਕੋਈ ਨਹੀਂ ਸਾਨੂੰ। ਉਹ ਆਂਦੇ ਸਾਡੀ ਸਿਕਿਉਰਿਟੀ ਹੈ, ਉਹ ਆਂਦੇ ਸਾਡੀ ਸਿਕਿਉਰਿਟੀ ਅਸੀਂ ਕਿਉਂਕਿ ਜੇ ਅਸੀਂ ਜਗ੍ਹਾ ਛੱਡਦੇ ਆ ਤੇ ਕੱਲ ਨੂੰ ਅੱਤਵਾਦੀ ਅੰਦਰ ਆਉਣਗੇ, ਉਹ ਇੱਥੇ ਮਾੜੇ ਹਾਲਾਤ ਲਿਆਉਣਗੇ ਤੇ ਮੁਸ਼ਕਲਾਂ ਪੈਦਾ ਹੋਣਗੀਆਂ। ਤਾਂ ਜਿਹੜੀ ਸੇਫਟੀ ਆ ਉਹ ਰੱਖਣੀ ਕਿਉਂਕਿ ਜਦੋਂ ਸਾਡਾ ਜਨਮ ਹੀ ਇੱਥੇ, ਰੱਬ ਨੇ ਵਾਹਿਗੁਰੂ ਨੇ ਪਰਮਾਤਮਾ ਨੇ ਜਨਮ ਹੀ ਇੱਥੇ ਦਿੱਤਾ ਹੈ ਤੇ ਸਾਡਾ ਕਰਮ ਵੀ ਇੱਥੇ ਉਹੋ ਜਿਹਾ ਹੀ ਹੋਣਾ ਜਿਹੋ ਜਿਹਾ ਜਗ੍ਹਾ ਤੇ ਸਾਡਾ ਜਨਮ ਹੋ ਗਿਆ। ਨਹੀਂ ਤੇ ਹਿੰਦੁਸਤਾਨ ਦੇ ਵਿੱਚ, ਵਰਲਡ ਦੇ ਵਿੱਚ ਜੋ ਪੰਜਾਬ ਹੈ ਇਸ ਵੇਲੇ ਨਹੀਂ, ਬਲਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਵੀ ਇੱਕ ਸੋਨੇ ਦੀ ਚਿੜੀਆ ਸੀ, ਪਰ ਹੈ ਪਿੱਛੇ ਸੋਨੇ ਦੀ ਚਿੜੀਆ। ਅਸੀਂ ਉਹ ਚਿੜੀਆ ਤੋਂ ਦੂਰ ਹਾਂ ਜੀ, ਅਸੀਂ ਉਸ ਚਿੜੀਆ ਦਾ ਆਨੰਦ ਨਹੀਂ ਮਾਰ ਰਹੇ। ਮੈਂ ਤਾਂ ਸਮਝਦਾ ਘਰ ਦੀ ਬੜੀ ਕਿਰਪਾ ਹੈ ਤੁਹਾਡੇ ਦਰਸ਼ਨ ਕਰ। ਨਹੀਂ ਜੀ, ਅਸੀਂ ਅਸੀਂ ਤੁਹਾਡੇ ਟੈਲੀਵਿਜ਼ਨ 'ਚ ਕਰਦੇ ਰਹੇ ਦਰਸ਼ਨ, ਸੁਣਦੇ ਰਹੇ ਤੁਹਾਡੇ। ਸਮੇਂ ਆਉਂਦੇ ਨੇ, ਸਮੇਂ ਜਾਂਦੇ ਨੇ,
ਤੁਸੀਂ ਫਿਕਰ ਨਾ ਕਰੋ, ਜਿਉਂਦੇ ਰਹੇ ਨਾ ਜਦ ਤੱਕ ਤੁਹਾਡਾ ਮਾਹੌਲ ਇਸ ਤਰ੍ਹਾਂ ਰਹੂਗਾ। ਹਾਂਜੀ, ਤੁਹਾਡੇ ਵਾਸਤੇ ਚੌਲ ਭੇਜਾਂਗੇ, ਆਟਾ ਭੇਜਾਂਗੇ, ਖੰਡ ਭੇਜਾਂਗੇ, ਸਾਰਾ ਸਮਾਨ ਭੇਜਾਂਗੇ। ਆ ਲੜਾਈ ਵਾਲਾ ਵਾਤਾਵਰਨ ਹੈ ਜਿਹਨੂੰ ਕਿਤੇ ਠੀਕ ਹੁੰਦਾ। ਇਲੈਕਸ਼ਨ ਵੀ ਰੋਜ਼ ਨਹੀਂ ਰਹਿਣੇ, ਇਲੈਕਸ਼ਨ ਵੀ ਹੋ ਜਾਣੇ ਨੇ। ਹਾਂਜੀ, ਉਸ ਤੋਂ ਬਾਅਦ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਸ਼ਾਂਤੀ ਦੇ ਮਾਹੌਲ ਦੇ ਵਿੱਚ ਆ ਕੇ ਨਾ ਤੇ ਵਾਹਿਗੁਰੂ ਕਰੇ ਤੁਹਾਡਾ ਭਲਾ ਤੁਹਾਨੂੰ ਮਿਲਿਆ ਜਾਏ, ਤੁਹਾਡੀ ਸਾਰ ਲਈ ਜਾਏ। ਸਰਕਾਰਾਂ ਦੇ ਕੰਮ ਹੁੰਦੇ ਨੇ, ਲਾਰੇ ਵੀ ਹੁੰਦੇ ਨੇ ਤੇ ਉਹ ਵੀ ਜਾਂਦੇ ਨੇ ਤੇ ਨਹੀਂ ਵੀ ਹੁੰਦੇ, ਸਾਰੀਆਂ ਗੱਲਾਂ ਨੇ। ਪਰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਪਿੰਡਾਂ ਦੇ ਵਿੱਚ ਮਾਹੌਲ ਠੀਕ ਹੋ ਜਾਏ। ਜਿਵੇਂ ਬੀਬੀਆਂ ਭੈਣਾਂ ਦੀ ਗੱਲ ਕਹੀ ਹੈ, ਅੱਜ ਜਿੰਨੇ ਵੀ ਤੁਹਾਡੇ ਪਿੰਡ ਨੇ ਲੱਗਦੇ ਨੇ, ਅਸੀਂ ਤੁਹਾਡੇ ਇਕੱਲੇ ਪਿੰਡ ਦੇ ਵਿੱਚ 20 ਫਲੈਸ਼ਾਂ ਬਣਾ ਦਾਂਗੇ, ਨਾਲ ਮੋਟਰ ਲੱਗੀ ਹੋਊਗੀ, ਬਿਜਲੀ ਦਾ ਪ੍ਰਬੰਧ ਹੋਊਗਾ। ਇਹਨਾਂ ਦਾ ਅਸੀਂ ਕਰ ਸਕਦੇ ਹਾਂ। ਆਉਣ ਵਾਲੇ ਜਿਵੇਂ ਵੀ ਬਾਹਰ ਜਾਣਾ, ਬਾਥਰੂਮ ਪਿਸ਼ਾਬ ਵਗੈਰਾ ਜਾਣਾ, ਲੈਟਰਿਨ ਵਗੈਰਾ ਜਾਣਾ, ਇਹਨਾਂ ਤੁਹਾਡਾ ਹੀ ਮਸਲਾ ਹੱਲ ਕਰਾਂਗੇ। ਬਾਕੀ ਇਹ ਮਸਲਾ ਅਸੀਂ ਦੇਖ ਰਹੇ ਹਾਂ ਕਿ ਉਧਰੋਂ ਗੁਰਦਾਸਪੁਰ ਤੋਂ ਚੱਲੇ ਸੀ, ਉਧਰ ਫਿਰੋਜ਼ਪੁਰ ਤੋਂ ਚੱਲੇ ਸੀ, ਫਿਰੋਜ਼ਪੁਰ ਬਹੁਤ ਵੱਡਾ ਮਸਲਾ। ਹਾਂਜੀ, ਪਰ ਅਸੀਂ ਵਹਿਰ ਦੀ ਕਿਰਪਾ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਮਸਲੇ ਨੂੰ ਬੜੇ ਪਿਆਰ ਨਾਲ ਤੇ ਇਹਨੂੰ ਨਜਿੱਠਿਆ ਜਾਵੇ। ਮੈਨੂੰ ਦੁੱਖ ਹੈ ਤੇ ਖੁਸ਼ੀ ਵੀ ਹੈ। ਦੁੱਖ ਇਸ ਗੱਲ ਦਾ ਕਿ ਆਪ ਬੜੀ ਖਤਰੇ ਦੀ ਜ਼ਿੰਦਗੀ ਹੈ। ਅਸੀਂ ਸਾਰਾ ਇਲਾਕਾ ਤੁਹਾਡਾ ਦੇਖਿਆ ਹੈ ਔਰ ਖਾਸ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਸੰਤ ਨੇ, ਮਜ਼ਦੂਰ ਨੇ, ਦਿਹਾੜੀਦਾਰ ਵੀਰ ਨੇ, ਜਿਹੜੇ ਕਮਾਇਆ ਰੱਬ ਨੂੰ ਖਾ ਲਿਆ। ਇਸ ਸਮੇਂ ਸੇ ਮੈਂ ਮੇਰੇ ਅੰਕ ਨੂੰ ਬਹੁਤ ਪਛਾਣ ਲਈ। ਜ਼ਿਮੀਂਦਾਰ ਭਰਾ ਵੀ ਅਸੀਂ ਕੋਈ ਬਹੁਤ ਲੈਂਡ ਲੋਡ ਨਹੀਂ। ਮੈਂ ਹਰ ਜ਼ਿਮੀਂਦਾਰ ਦੇ ਬਾਰੇ ਜਾਣਦਾ ਚੰਗੀ ਤਰ੍ਹਾਂ, ਕਿਉਂਕਿ ਦਾਸ ਦੀ ਜ਼ਿੰਦਗੀ ਵੀ ਇੱਕ ਕਿਸਾਨ ਪਰਿਵਾਰ ਤੋਂ ਸ਼ੁਰੂ ਹੋਈ, ਗਰੀਬ ਪਰਿਵਾਰ ਤੋਂ ਸ਼ੁਰੂ ਹੋਈ। ਅਸੀਂ ਵੇਖੋ ਜਿੰਨੇ ਵੀ ਜ਼ਿਮੀਂਦਾਰ ਸਾਡੇ ਕੱਪੜੇ ਜੂ ਚੁੱਕੇ ਨੇ, ਪਰ ਅੰਦਰੋਂ ਅਸੀਂ ਲੱਕੜ ਦੀ ਤਰ੍ਹਾਂ, ਜਿਵੇਂ ਲੱਕੜ ਨੂੰ ਕੋਲ ਖਾਈ ਜਾਂਦੀ ਹੈ, ਅਸੀਂ ਕਰਜ਼ੇ ਦੇ ਖਾਤੇ ਰਹੇ। ਜੇ 2-4%, 5% ਕੋਈ ਜ਼ਿਮੀਂਦਾਰ ਇਸ ਕਰਜ਼ੇ ਦੀ ਮਾਰ ਤੋਂ ਬਚੇ ਨੇ ਤੇ ਉਹ ਵੱਖਰੀ ਗੱਲ ਹੈ। ਖੁਸ਼ੀ ਹੋ ਰਹੀ ਹੈ ਕਿ ਅੱਜ ਪਹਿਲੀ ਵਾਰੀ ਆਪ ਸਾਰਿਆਂ ਦੇ ਦਰਸ਼ਨ ਕਰਨ ਦਾ ਇਸ ਨਤੀਜੇ ਇਨਸਾਨ ਨੂੰ ਆਪ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮਸਲਾ ਇਹ ਬਹੁਤ ਵੱਡਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। 1200-1300 ਪਿੰਡ ਗੁਰਦਾਸਪੁਰ ਤੋਂ ਲੈ ਕੇ ਫਿਰੋਜ਼ਪੁਰ, ਫਰੀਦਕੋਟ ਇਲਾਕੇ ਚ ਪੱਕਾ ਹੈ, ਪਰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਤੋਂ ਇੱਕ ਕੋਈ ਬੇਨਤੀ ਕਰਕੇ ਆਪ ਰੱਖੇਗਾ। ਆਪ ਨੂੰ ਸਬਰ ਤੇ ਸੰਤੋਖ ਰੱਖਣਾ ਪਵੇਗਾ। ਕਈ ਵਾਰੀ ਇਹ ਹੁੰਦਾ ਸਾਡੇ ਕਲਾਕਾਰ ਜਿਹੜੇ ਨੇ ਉਸ ਨੂੰ ਮੈਨੂੰ ਨੌਕਰੀ ਹੈ ਕਿ ਜਿਹੜੇ ਨਾਲ ਜ਼ਰੂਰੀ ਬੈਠੇ ਨੇ। ਕਈ ਵਾਰੀ ਇਹ ਲੱਗੇ ਕਿ ਆਪੋ ਜੀ ਪਿੰਡ, ਮੈਂ ਕਿਹਾ ਨਹੀਂ, ਜੇ ਕਰਨਾ ਤਾਂ ਸਾਰੇ ਲਈ ਕਰੋ, ਨਹੀਂ ਤਾਂ ਚੁੱਪ ਕਰਕੇ ਬੈਠ। ਇੱਥੇ ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲੇ ਨੌਸ਼ਹਿਰਾ ਢਾਲਾ ਗੁਰਦੁਆਰਾ ਬਾਬਾ ਜਿੱਲਣ ਜੀ ਵਿੱਚ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੰਤ ਬਾਬਾ ਮਾਨ ਸਿੰਘ ਜੀ ਨੇ ਕਿਹਾ ਕਿ ਤੁਸੀਂ ਫਿਕਰ ਨਾ ਕਰੋ, ਤੁਹਾਡੇ ਖਾਣ ਪੀਣ ਦੀ ਜ਼ਿੰਮੇਵਾਰੀ ਸਾਡੀ ਰਹੀ। ਦਾਸ ਤਾਂ ਇਹ ਸਮਝਦਾ ਹੈ ਕਿ ਸਾਨੂੰ ਤਾਂ ਰੱਬ ਨੇ ਗਰੀਬਾਂ ਲਈ ਹੀ ਪੈਦਾ ਕੀਤਾ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਪਿੰਡਾਂ ਦੇ ਵਿੱਚ ਜਿਹੜੇ ਰਾਜ ਸਰਕਾਰ ਨੇ ਜਾਂ ਪਿੰਡਾਂ ਦੇ ਜੀ ਨੇ, ਜਿੰਨੇ ਵੀ ਕਿਸੇ ਪਰਿਵਾਰ ਦੇ ਮੈਂਬਰ ਨੇ, ਪਿੰਡਾਂ ਦੇ ਮੈਂਬਰ ਸਰਪੰਚਾਂ ਪੰਚਾਇਤਾਂ ਰਾਹੀਂ ਪ੍ਰੋਗਰਾਮ ਬਣਾ ਕੇ ਇਹ ਸਾਰਿਆਂ ਨੂੰ ਇੱਕੋ ਜਿਹਾ ਕੜਵੀਆਂ ਬੜੀਆਂ ਹੋਣਗੇ ਕਾਂਗਾਰ ਉੱਥੇ ਬਾਰਡਰ ਦੇ ਵਾਸਤੇ ਲੋਕਾਂ ਨੂੰ ਦੇਣੀ ਪੈਂਦੀ ਹੈ। ਚਾਹੇ 1965 ਦੀ ਜੰਗ ਆਈ ਹੈ, ਚਾਹੇ 1971 ਦੀ ਜੰਗ ਆਈ ਹੈ, ਚਾਹੇ ਕਾਰਗਿਲ ਦੀ ਲੜਾਈ ਹੋਈ ਹੈ। ਭੋਆ ਵਾਲਿਆਂ ਨੇ ਮਾਨਵਤਾ ਦੀ ਸੇਵਾ ਹਿੱਤ ਬਿਨਾਂ ਕਿਸੇ ਸਿਆਸੀ ਵਜ੍ਹਾ ਤੋਂ ਪੰਜਾਬ ਦੇ ਸਰਹੱਦੀ ਖੇਤਰਾਂ ਦਾ ਦੌਰਾ ਕੀਤਾ।
ਉਹਨਾਂ ਨੇ ਸਰਹੱਦੀ ਖੇਤਰਾਂ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਅਤੇ ਫਰਵਰੀ ਵਿੱਚ ਸਰਹੱਦੀ ਖੇਤਰਾਂ ਦੇ ਲੋਕਾਂ ਲਈ ਰਾਸ਼ਨ ਲੰਗਰ ਦਾ ਪ੍ਰਬੰਧ ਕਰਨ ਦਾ ਵਚਨ ਦਿੱਤਾ। ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਨੇ ਆਪਣੇ ਸਮਰਥਕਾਂ ਨਾਲ ਸਰਹੱਦੀ ਇਲਾਕਿਆਂ ਹੁਸੈਨੀਵਾਲਾ ਤੋਂ ਫਾਜ਼ਿਲਕਾ ਤੱਕ 83 ਪਿੰਡ, ਗੁਰਦਾਸਪੁਰ ਤੋਂ ਅਟਾਰੀ ਤੱਕ 70 ਪਿੰਡ ਅਤੇ ਅਟਾਰੀ ਤੋਂ ਖੇਮਕਰਨ ਤੱਕ 40 ਪਿੰਡਾਂ ਦਾ ਦੌਰਾ ਕਰਕੇ ਸਰਵੇਖਣ ਕੀਤਾ। ਪਰ ਇਹ ਤੂਫਾਨੀ ਦੌਰਾ ਕਿਸੇ ਸਿਆਸੀ ਮੰਤਵ ਨਾਲ ਨਹੀਂ ਬਲਕਿ ਮਾਨਵਤਾ ਦੀ ਸੇਵਾ ਲਈ ਕੀਤਾ ਗਿਆ ਸੀ। ਬਾਰਡਰ ਦੇ ਉੱਤੇ ਫੌਜਾਂ ਲੱਗੀਆਂ ਨੇ ਤੇ ਲੋਕ ਬੜੇ ਪਰੇਸ਼ਾਨ ਨੇ, ਜਿਨ੍ਹਾਂ ਵਾਸਤੇ ਕੋਈ ਖਾਣ ਪੀਣ ਦਾ ਕੋਈ ਪ੍ਰਬੰਧ ਕੀਤਾ ਜਾਏ, ਕੋਈ ਸੇਵਾ ਕੀਤੀ ਜਾਏ। ਜਿਹੜੀ ਵਿਪਤਾ ਇਹਨਾਂ ਤੇ ਹੈ ਉਹ ਕੱਲ੍ਹ ਨੂੰ ਸਾਡੇ ਤੇ ਆ ਜਾਏ ਤੇ ਸਾਡਾ ਕੀ ਅਸਰ ਹੋਵੇਗਾ। ਦੂਜੇ ਦੇ ਮੈਂ ਸਮਝਦਾ ਕਿ ਦੂਜੇ ਦੇ ਦਰਦ ਨੂੰ ਆਪਣਾ ਦਰਦ ਸਮਝਣਾ ਇਹੀ ਇਨਸਾਨੀਅਤ ਹੈ ਤੇ ਇਨਸਾਨੀਅਤ ਨੂੰ ਮੁੱਖ ਰੱਖ ਕੇ ਹੀ ਸਾਡੇ ਗੁਰੂਆਂ ਨੇ, ਅਸੀਂ ਕੋਈ ਇਹਨਾਂ ਦੇ ਸਿਰ ਤੇ ਆਸਾਨ ਨਹੀਂ ਕਰਨ ਵਾਸਤੇ ਆਏ ਜਾਂ ਨਾ ਕੋਈ ਇਹਨਾਂ ਦੇ ਕੋਲ ਇਸ ਕਰਕੇ ਆਏ ਹਾਂ ਕਿ ਸਾਨੂੰ ਕਿਸੇ ਕੋਈ ਬਹੁਤ ਵੱਡੇ ਮਾਣ ਸਤਿਕਾਰ ਦੀ ਲੋੜ ਹੈ। ਅਸੀਂ ਇਹਨਾਂ ਕੋਲ ਸਿਰਫ ਇੱਕੋ ਗੱਲ ਨੂੰ ਮੁੱਖ ਰੱਖ ਕੇ ਆਏ ਹਾਂ ਵੀ ਸਾਡੇ ਗੁਰੂ ਨਾਨਕ ਸਾਹਿਬ ਨੇ 20 ਰੁਪਏ ਭੁੱਖੇ ਸਾਧੂ ਨੂੰ ਖਵਾ ਕੇ ਤੇ ਉਹਦੇ ਬਦਲੇ ਆਪਣੇ ਪਿਤਾ ਦੀਆਂ ਚਪੇੜਾਂ ਖਾਧੀਆਂ। ਇੱਥੇ ਸਾਡਾ ਆਉਣ ਦਾ ਮੁੱਖ ਟੀਚਾ ਸਿਰਫ ਇੱਕੋ ਹੀ ਹੈ ਕਿ ਸਾਡਾ ਫਰਜ਼ ਬਣਦਾ ਕਿ ਇਹ ਜਿਹੜੇ ਵਿਵਸਾਇਕ ਲੋਕ ਨੇ ਉਹਨਾਂ ਦੀ ਵੱਧ ਤੋਂ ਵੱਧ ਸਾਰ ਲਈਏ। ਪਿੰਡ ਵਾਲਿਆਂ ਨੇ ਆਪਣੀਆਂ ਮੁਸ਼ਕਿਲਾਂ ਦੱਸਦੇ ਹੋਏ ਕਿਹਾ ਕਿ ਫੌਜ ਵੱਲੋਂ ਖੇਤਾਂ 'ਚ ਲਗਾਈਆਂ ਗਈਆਂ ਬਾਰੂਦੀ ਸੁਰੰਗਾਂ ਕਾਰਨ ਉਹਨਾਂ ਦੇ ਪਸ਼ੂ ਵੀ ਭੁੱਖ ਨਾਲ ਮਰਨ ਦੀ ਕਗਾਰ ਤੇ ਹਨ। ਮੁਸ਼ਕਲਾਂ ਸਾਨੂੰ ਬਹੁਤ ਜ਼ਿਆਦੀਆਂ ਹੈਗੀਆਂ। ਇੱਕ ਤਾਂ ਮੁਸ਼ਕਲਾਂ ਸਾਨੂੰ ਆਪਣੇ ਪਰਿਵਾਰ ਦੇ ਖਾਣ ਪੀਣ ਦੀਆਂ ਬਹੁਤ ਜ਼ਿਆਦੀਆਂ ਹੈਗੀਆਂ। ਕੋਈ ਮਾਈਨ ਵਗੈਰਾ ਕਿਤੇ ਲੜਾਈ ਦੇ ਜੰਗ ਦੇ ਵਿੱਚ ਬਹੁਤ ਜ਼ਿਆਦਾ ਸਾਨੂੰ ਮਤਲਬ ਹੈਗਾ। ਦੂਜੇ ਨੰਬਰ ਸਾਨੂੰ ਪੱਠਿਆਂ ਦਾ ਬਹੁਤ ਮੁਸ਼ਕਲ ਹੈਗੀ। ਜਿਹੜੇ ਕਿੱਲਾ ਅੱਧਾ ਕਿੱਲਾ ਪੱਠੇ 2 ਕਨਾਲਾਂ ਉਹਨਾਂ ਦੇ ਚ ਇਹਨਾਂ ਮਤਲਬ ਆਰਮੀ ਵਾਲੇ ਮਾਈਨ ਲਗਾ ਰੱਖੇ ਆ। ਪੱਠਿਆਂ ਦਾ ਬਹੁਤ ਮੰਦਾ ਹਾਲ ਹੈਗਾ। ਦੂਜੇ ਨੰਬਰ ਜਿਹੜੀ ਕਣਕ ਹੈਗੀ ਕੋਈ ਟੱਪਾ ਕੋਈ ਅੱਧਾ ਕਿੱਲਾ ਉਹਦਾ ਬਹੁਤ ਹੈਗਾ, ਉਹਦਾ ਕੋਈ ਹਿਸਾਬ ਕਿਤਾਬ ਹੈਗਾ। ਨਾ ਕੋਈ ਸਰਕਾਰ ਪੱਖੋਂ ਕੋਈ ਸਹੂਲਤ ਮਿਲ ਰਹੀ ਹੈ ਤੇ ਨਾ ਕੋਈ ਹੋਰ ਮਤਲਬ ਕਿਸੇ ਨੂੰ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਰਾਹਤ ਸਮੱਗਰੀ ਪਹੁੰਚਾਉਣ ਦੇ ਪ੍ਰਸ਼ਾਸਨ ਦੇ ਦਾਅਵੇ ਵੀ ਝੂਠੇ ਸਾਬਤ ਹੋਏ ਨੇ। ਸੰਤ ਪਿਹੋਵਾ ਵਾਲਿਆਂ ਨੇ ਸਰਵੇਖਣ ਤੋਂ ਬਾਅਦ ਫੈਸਲਾ ਕੀਤਾ ਕਿ ਫਰਵਰੀ ਤੋਂ ਉਹ ਰਾਹਤ ਸਮੱਗਰੀ ਲਈ ਕੈਂਪ ਲਾਉਣਗੇ। 1 ਫਰਵਰੀ ਨੂੰ ਗੁਰਦੁਆਰਾ ਸੱਚਖੰਡ ਈਸ਼ਰ ਪ੍ਰਕਾਸ਼ ਮੀਣਾ ਜਲੰਧਰ ਤੋਂ ਪੰਜਾਬ ਦੀ ਸਰਹੱਦ ਤੇ ਜੰਗ ਵਰਗੇ ਪੈਪੀ ਮਾਹੌਲ ਵਿੱਚ ਬੈਠੇ ਦੁਖੀ ਗਰੀਬ ਬੇਸਹਾਰਾ ਭੁੱਖ ਤੋਂ ਸਤਾਏ ਹੋਏ ਲੋਕਾਂ ਲਈ ਰਾਹਤ ਸਮੱਗਰੀ ਦੇ ਭਰੇ ਹੋਏ ਟਰੱਕਾਂ ਨੂੰ ਸੰਤ ਬਾਬਾ ਮਾਨ ਸਿੰਘ ਜੀ ਅਤੇ ਸੰਤ ਬਾਬਾ ਮੋਹਨ ਸਿੰਘ ਜੀ ਰਵਾਨਾ ਕਰਦੇ ਹੋਏ ਅਤੇ ਉਸ ਤੋਂ ਮਗਰੋਂ ਪੱਤਰਕਾਰਾਂ ਨੂੰ ਕੁਝ ਸਵਾਲਾਂ ਦੇ ਜਵਾਬ ਦਿੰਦੇ ਹੋਏ ਮਹਾਂਪੁਰਖ ਇਹ ਬਾਬਾ ਜੀ ਜਿਹੜੀ ਤੁਸੀਂ ਰਾਹਤ ਸਮੱਗਰੀ ਭੇਜ ਰਹੇ ਹੋ, ਹਾਂਜੀ, ਇਹਦਾ ਤੁਹਾਡੇ ਮਨ 'ਚ ਖਿਆਲ ਕਿਵੇਂ ਆਇਆ? ਇਹ ਸਾਡੇ ਮਨ ਵਿੱਚ ਖਿਆਲ ਕਿ ਸਾਡਾ ਫਰਜ਼ ਬਣਦਾ ਜੇ ਇਹੀ ਸਾਡੇ ਤੇ ਕੱਲ ਨੂੰ ਗੁਜ਼ਰੇ ਤੇ ਸਾਨੂੰ ਕੋਈ ਰੋਜੀ ਰੋਟੀ ਪਹੁੰਚਾਉਣ ਵਾਲਾ ਨਾ ਮਿਲੇ ਤੇ ਸਾਡੇ ਤੇ ਕੀ ਗੁਜ਼ਰੇਗੀ। ਸਾਡਾ ਫਰਜ਼ ਬਣਦਾ ਹਿੰਦੁਸਤਾਨ ਹੀ ਨਹੀਂ ਬਲਕਿ ਦੁਨੀਆ ਦੇ ਕੋਨੇ-ਕੋਨੇ 'ਚ ਜਿੱਥੇ ਵੀ ਕੋਈ ਦੁਖੀ ਮਨੁੱਖਤਾ ਦਾ ਬੰਦਾ ਬੈਠਾ ਉਹਦੀ ਸਾਰ ਲੈਣੀ ਇਹ ਸਾਡਾ ਸਾਰਿਆਂ ਦਾ ਫਰਜ਼ ਹੈ। ਤੇ ਨਾਲੇ ਸਾਡੀ ਅਰਦਾਸ ਦੀ ਰੋਜ਼ ਹੁੰਦੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਸਰਬੱਤ ਦੇ ਭਲੇ ਨੂੰ ਮੁੱਖ ਰੱਖ ਕੇ ਸਾਡੇ ਗੁਰੂਆਂ ਨੇ ਜੋ ਵੀ ਕੰਮ ਕੀਤਾ ਪੁੱਤਰ ਵਾਰੇ ਪਿਤਾ ਵਾਰਿਆ ਸਰਪੰਚ ਵਾਰਿਆ ਇਸੇ ਕਰਕੇ ਜ਼ਿੰਦਗੀ ਦੀ ਹਰ ਖੁਸ਼ੀ ਉਹਨਾਂ ਨੇ ਸਰਬੱਤ ਦੇ ਭਲੇ ਤੋਂ ਨਿਸ਼ਾਵਰ ਕੀਤੀ। ਤੇ ਇਹਨਾਂ ਗੱਲਾਂ ਨਜ਼ਰ ਮੁੱਦੇ ਰੱਖਦੇ ਸਾਡੇ ਮਨ 'ਚ ਖਿਆਲ ਆ ਵੀ ਜੇ ਉੜੀਸਾ ਜਾ ਸਕਦੇ ਹਾਂ ਅਸੀਂ, ਗੁਜਰਾਤ ਜਾ ਸਕਦੇ, ਪੰਜਾਬ ਦਾ ਸਾਡਾ ਘਰ ਹੈ ਤੇ ਉਹ ਜਿਹੜੇ ਬਾਰਡਰ ਤੇ ਬੈਠੇ ਦੁਖੀ ਪੀੜਤ ਲੋਕ ਨੇ ਉਹਨਾਂ ਦੀ ਸਾਰ ਲੈਣੀ ਸਾਡਾ ਫਰਜ਼ ਬਣਦਾ। ਇਹ ਕਿਹੜੀ ਜਗ੍ਹਾ ਤੇ ਰਾਹਤ ਸਮੱਗਰੀ ਅੱਜ ਭੇਜੀ ਗਈ ਹੈ? ਇਹ ਅੱਜ ਜਿਹੜੀ ਰਾਹਤ ਸਮੱਗਰੀ ਭੇਜੀ ਗਈ ਹੈ ਗੁਰਦਾਸਪੁਰ ਤੋਂ ਅੱਗੇ ਬਹਿਰਾਮ ਪੈਂਦਾ, ਬਹਿਰਾਮ ਤੋਂ ਅੱਗੇ ਰਾਵੀ ਦਰਿਆ ਤੋਂ ਪਾਰ 11 ਪਿੰਡ ਪੈਂਦੇ ਨੇ। ਉਹਨਾਂ 11 ਪਿੰਡਾਂ ਵਾਸਤੇ ਅੱਜ ਮਤਲਬ ਇਹ ਰਾਹਤ ਸਮੱਗਰੀ ਭੇਜੀ ਗਈ ਹੈ ਔਰ ਇਹ ਕੋਈ 130 ਕਰੀਬ ਪਿੰਡ ਬਣਦੇ ਨੇ ਜਿਹੜੇ ਕਿ ਅਸੀਂ 12-13 ਦਿਨਾਂ ਦੇ ਵਿੱਚ ਸਾਰੇ ਪਿੰਡਾਂ ਨੂੰ ਕਵਰ ਕਰ ਜਾਵਾਂਗੇ। ਇਹ ਸਮੱਗਰੀ 'ਚ ਬਾਬਾ ਜੀ ਕੀ ਚੀਜ਼ ਭੇਜੀ ਗਈ ਹੈ? ਇਹ ਸਮੱਗਰੀ ਦੇ ਵਿੱਚ ਪਹਿਲੀ ਸ਼ਿਫਟ 'ਚ ਅਸੀਂ ਆਟਾ ਤੇ ਚੌਲ ਭੇਜੇ ਨੇ ਜੀ ਤੇ ਦੂਜੇ ਨੰਬਰ ਤੇ ਦੂਜੀ ਸ਼ਿਫਟ 'ਚ ਅਸੀਂ ਜਿਹੜੇ ਭੇਜ ਰਹੇ ਹਾਂ ਉਹ ਦਾਲਾਂ ਤੇ ਆਲੂ ਵਗੈਰਾ ਭੇਜ ਰਹੇ ਹਾਂ। ਤੀਜੀ ਸ਼ਿਫਟ ਜਿਹੜੀ ਅਸੀਂ ਕੰਬਲ ਵਗੈਰਾ ਭੇਜ ਰਹੇ ਹਾਂ। ਚੌਥੀ ਸ਼ਿਫਟ ਜਿਹਦੇ 'ਚ ਅਸੀਂ ਚੀਨੀ ਘਿਓ ਤੇ ਪੱਤੀ ਵਗੈਰਾ ਭੇਜੇ, ਚਾਹ ਪੱਤੀ ਵਗੈਰਾ। ਤੇ ਇਹ ਕੁੱਲ ਕਿੰਨੇ ਦਿਨ ਸੇਵਾ ਚੱਲੇਗੀ? ਇਹ ਸੇਵਾ ਸਾਡੀ ਵੈਸੇ ਤਾਂ ਸਾਡੀ ਕੋਸ਼ਿਸ਼ ਹੈ ਕਿ ਇਹਦੀ 3-3 ਮਹੀਨੇ ਦਾ ਰਾਸ਼ਨ ਇਹਨਾਂ ਨੂੰ ਲੋਕਾਂ ਨੂੰ ਦੇ ਦਈਏ। ਇਹ ਸਾਡੀ ਕੋਸ਼ਿਸ਼ ਹੈਗੀ ਹੈ ਵੀ 3-3 ਮਹੀਨੇ ਤੱਕ ਅਸੀਂ ਇਹਨਾਂ ਦੀ ਦੇਰ ਦਾ ਪਿੱਛਾ ਕਰਦੇ ਰਹਾਂਗੇ। ਪਰ ਜੇ ਵੀ ਫਿਰ ਵੀ ਜੇਕਰ ਆਰਮੀ ਪਿੱਛੇ ਨਾ ਹਟੀ, ਜੰਗ ਦਾ ਮਾਹੌਲ ਬਣਿਆ ਰਿਹਾ ਤੇ ਜਦੋਂ ਤੱਕ ਇਹ ਜੰਗ ਦਾ ਮਾਹੌਲ ਬਣਿਆ ਰਹੇਗਾ ਅਸੀਂ ਉੱਥੇ ਦੇ ਲੋਕਾਂ ਨੂੰ ਇਹ ਰਾਹਤ ਸਮੱਗਰੀ ਦਿੰਦੇ ਰਹਾਂਗੇ। ਤੁਸੀਂ ਬਾਬਾ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਆਪਣੇ ਵੱਲੋਂ? ਅਸੀਂ ਲੋਕਾਂ ਨੂੰ ਸੰਦੇਸ਼ ਇਹ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਹਰ ਇਨਸਾਨ ਹੈ ਤੇ ਨਾ ਹਿੰਦੂ ਹੈ ਬੁਰਾ ਨਾ ਮੁਸਲਮਾਨ ਹੈ ਬੁਰਾ, ਬੁਰਾਈ ਪੇ ਆ ਜਾਏ ਤਾਂ ਹਰ ਇਨਸਾਨ ਹੈ ਬੁਰਾ। ਤੇ ਸਾਡਾ ਜਿਹੜਾ ਸੰਦੇਸ਼ ਸਿਰਫ ਮਨੁੱਖਤਾ ਨੂੰ ਸਿਰਫ ਇਹੀ ਹੈ
ਕਿ ਆਪਾਂ ਜਿਵੇਂ ਇੱਕ ਪਰਿਵਾਰ ਦੀ ਜ਼ਿੰਦਗੀ ਜੀਂਦੇ ਹਾਂ ਤੇ ਇਹ ਸਾਰਾ ਸੰਸਾਰ ਇੱਕ ਪਰਿਵਾਰ ਸਮਝ ਲਈਏ। ਜਿਵੇਂ ਪਰਿਵਾਰ ਦੇ ਦੁੱਖ ਨੂੰ ਆਪਣਾ ਦੁੱਖ ਸਮਝਦੇ ਹਾਂ ਤੇ ਇਸ ਤਰ੍ਹਾਂ ਸੰਸਾਰ ਦੇ ਸਾਰੇ ਪਰਿਵਾਰ ਨੂੰ ਅਸੀਂ ਆਪਣਾ ਦੁੱਖ ਸਮਝੀਏ ਤੇ ਆਪਾਂ ਮੋਢੇ ਨਾਲ ਮੋਢਾ ਮਿਲਾ ਕੇ ਚੱਲੀਏ। ਕਿਤੇ ਵੀ ਕੁਦਰਤੀ ਕਰੋਪੀ ਹੁੰਦੀ ਹੈ, ਕਿਤੇ ਵੀ ਕੋਈ ਦੁੱਖ ਦਾ ਸਮਾਂ ਹੁੰਦਾ ਤੇ ਆਪਾਂ ਇੱਕ ਦੂਜੇ ਦਾ ਦੁੱਖ ਵੰਡਾਈਏ। ਸਾਡਾ ਸੰਦੇਸ਼ ਇਹੀ ਹੈ। ਜੀ ਉੜੀਸਾ ਗਏ ਸੀ, ਉੱਥੇ 2.5 ਮਹੀਨੇ ਲੰਗਰ ਚਲਾਇਆ ਜੀ ਤੇ ਉਸ ਤੋਂ ਬਾਅਦ ਫਿਰ ਗੁਜਰਾਤ ਗਏ ਜੀ। ਉੱਥੇ ਵੀ ਜਦੋਂ ਭੁਚਾਲ ਆਇਆ ਉੱਥੇ ਲੋਕਾਂ ਦਾ ਬਹੁਤ ਬੁਰਾ ਹਾਲ ਸੀ। ਲੋਕਾਂ ਨੇ ਟੈਲੀਫੋਨ ਵਗੈਰਾ ਕੀਤੇ ਵੀ ਛੇਤੀ ਆਓ। ਫਿਰ ਉੱਥੋਂ ਜਾ ਕੇ ਵੀ ਅਸੀਂ 1.25 ਮਹੀਨਾ ਲਗਾਤਾਰ ਦਿਨ ਰਾਤ ਲੰਗਰ ਚਲਾ ਕੇ ਲੋਕਾਂ ਨੂੰ ਪਸੰਦ ਕੀਤਾ। ਤੇ ਉਸ ਤੋਂ ਬਾਅਦ ਸਾਡਾ ਇਹ ਵੀ ਹੈ ਵੀ ਜਿੱਥੇ ਵੀ ਦੁਨੀਆ ਵਿੱਚ ਹਿੰਦੁਸਤਾਨ ਤੱਕ ਹੀ ਪੰਜਾਬ ਤੱਕ ਹੀ ਜੇਕਰ ਦੁਨੀਆ ਵਿੱਚ ਕਿਸੇ ਵੀ ਕੋਨੇ ਤੇ ਵੀ ਸਾਡੀ ਲੋੜ ਪਵੇ ਤਾਂ ਉੱਥੇ ਹੀ ਮੈਂ ਲੋਕਾਂ ਦੀ ਸੇਵਾ ਕਰਨ ਵਾਸਤੇ ਜਾਣ ਨੂੰ ਤਿਆਰ ਹਾਂ। ਇਹ ਸਾਰੀ ਸੇਵਾ ਤੁਸੀਂ ਇਕੱਲੇ ਆਪਣੀ ਸੰਸਥਾ ਵੱਲੋਂ ਕਰ ਰਹੇ ਹੋ, ਗਵਰਨਮੈਂਟ ਵੀ ਤੁਹਾਨੂੰ ਕਿਸੇ ਵਿੱਚ ਮਦਦ ਕਰ ਰਹੀ ਹੈ? ਗਵਰਨਮੈਂਟ ਸਾਨੂੰ ਕੋਈ ਮਦਦ ਨਹੀਂ ਕੀਤੀ, ਕੋਈ ਸਾਨੂੰ ਮਦਦ ਨਹੀਂ ਕਰ ਰਹੀ। ਇਹ ਆਪਣੇ ਵੇਚ ਤੇ ਜੋ ਵੀ ਸਾਡੀਆਂ ਸੰਗਤਾਂ ਨੇ ਉਹਨਾਂ ਨੂੰ ਨਾਲ ਲੈ ਕੇ ਤੇ ਉਹਨਾਂ ਦੇ ਮੁਤਾਬਕ ਅਸੀਂ ਇਹ ਸਾਰਾ ਕੁਝ ਕਰ ਰਹੇ ਹਾਂ। ਅੱਜ ਜੋ ਸਮੱਗਰੀ ਭੇਜੀ ਗਈ ਹੈ ਇਹ ਕਿੰਨੀ ਕੁ ਸਮੱਗਰੀ ਭੇਜੀ ਗਈ ਹੈ? ਇਹ ਤਕਰੀਬਨ 4 ਟਰੱਕ ਸਮੱਗਰੀ ਜਾ ਰਹੀ ਹੈ, ਆਟਾ ਔਰ ਚਾਵਲ। ਇਸ ਤੋਂ ਅੱਗੋਂ ਅਸੀਂ ਭੇਜਾਂਗੇ ਆਲੂ ਦਾਲ। ਉਸ ਤੋਂ ਬਾਅਦ ਫਿਰ ਅਸੀਂ ਕੱਪੜਾ ਵਗੈਰਾ ਦੇਵਾਂਗੇ, ਕੰਬਲ ਵਗੈਰਾ ਵੀ ਦੇਵਾਂਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਘਿਓ, ਖੰਡ, ਚੀਨੀ ਔਰ ਉਸ ਤੋਂ ਬਾਅਦ ਚਾਹ ਪੱਤੀ ਵੀ ਦੇਵਾਂਗੇ। ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦੇ ਰਾਵੀ ਦਰਿਆ ਤੋਂ ਪਾਰ ਪਿੰਡ ਲਸਿਆਣ, ਪਰਿਆਨ, ਤੂਰ, ਕੂਕਰ, ਮੈਣੀ ਚੱਕ ਰੰਗਾ, ਕਲੇਜ, ਰਾਜਪੁਰਾ, ਚਿੰਬਾ, ਮੰਮੀਆਂ ਆਦਿ ਪਿੰਡਾਂ ਦੇ ਲੋਕਾਂ ਨੂੰ ਬਾਬਾ ਜੀ ਖੁਦ ਆਪ ਰਾਹਤ ਸਮੱਗਰੀ ਵੰਡਦੇ ਹੋਏ। ਚਾਰ ਜੀ ਹੈ ਬੱਚੇ ਤਿੰਨ ਹੈ, ਬੱਚੇ 4 ਹੈ। ਠੀਕ ਹੈ ਜੀ। ਸਬਜ਼ੀ ਕਰਨ ਦੇ ਇੱਥੇ ਆ ਜਾਓ। 4 ਬੱਚੇ ਤੇ ਹਰੀ ਰਾਮ 40 ਕਿਲੋ ਦਿਖਾਓ। ਇੱਥੇ ਭਾਈ ਸਾਹਿਬ ਬਾਪੂ ਜੀ 30 ਲਿਆਓ ਜੀ। 30 ਦਾ ਕੱਟਾ 30 ਚੌਲ ਕਿ ਨਹੀਂ ਇੱਕ ਕੱਟਾ ਇੱਕ ਖੱਲੀ ਫਿਰ ਪਿੱਛੇ ਹੋ ਨਾ ਮਾਨਾ ਰਾਮ ਕਰਮਚੰਦ ਉਤੋਂ ਦਾ ਕਰਮ ਚੱਲ ਚੱਲ ਇੱਕ ਛੱਡ ਦੋ ਨਾ। ਚਲੋ ਚੱਲ 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 ਕੌਣ ਹੈ ਜੀ? ਇੱਕ ਬੱਚਾ ਤੇ 2 ਪੋਤਰੇ। ਹਾਂਜੀ ਠੀਕ ਹੈ ਜੀ। ਬਹੁਤ ਛੋਟੇ ਬੱਚੇ ਕਿੰਨੇ? ਛੋਟੇ ਬੱਚੇ ਛੋਟੇ ਦਾ ਉਹ ਇੱਕ ਮੁੰਡਾ ਵਿਆਹ ਦਾ ਜਿਹੜਾ ਉਹਦੇ 2 ਬੱਚੇ ਨੇ। ਅੱਛਾ, ਸਾਰੇ ਜੀ ਕਿੰਨੇ ਹੋ? 6 ਜੀ ਹੈ ਜੀ। ਤੇ ਬਾਕੀ ਵੱਡੇ ਨੇ? ਹਾਂ ਬਾਕੀ ਦੇਖ ਲਿਆ ਜੀ। ਉਹ ਬਾਕੀ ਆਓ ਜਾਓ ਇੱਥੇ ਹੁੰਦੇ ਨਾ ਉਹ ਨਾ ਕੋਈ ਇਹ ਖੁੱਲਾ ਹੈ ਨਹੀਂ ਖੁੱਲਾ ਨਹੀਂ ਬਾਬਾ, ਇਹ ਉਦੋਂ ਖੁੱਲ ਗਿਆ ਹੋਣਾ ਜੀ। ਖੁੱਲ ਗਿਆ ਬਾਬਾ ਜੀ। 30 ਕਿਲੋ ਆਟਾ ਚੁੱਕ। ਅੱਛਾ ਇਹਦਾ ਆਟਾ ਕੋਲ ਦੇਖੂਗਾ ਜਾਂ ਮੈਂ ਚੁੱਕ ਲੈਣਾ? ਹਰੀ ਰਾਮ ਜੀ, ਇਹ ਸਹੀ ਹੋ ਗਿਆ। ਹਰੀ ਰਾਮ ਉਧਰੋਂ ਅਜੀਤ ਲੈ ਆ ਲਓ ਜੀ। 40 ਕਿਲੋ ਦਾ ਗੱਟਾ ਦਿਓ ਜੀ। 40 ਗੱਟਾ 40 ਗੱਟਾ ਗੱਟਾ ਦੋ ਬੁਰੇ ਦੋ ਬੁਰੇ ਆਉਂਦੀ ਆ ਗਿਆ ਉਧਰ ਤੇ ਜਪੜੀ ਤੋਂ ਸ਼ਾਮ ਦੇ ਅਬੜੀ ਚੁੱਕ ਨਾ ਸਬਰ ਦੋ ਜਿਹੜੇ ਬੰਦੇ ਸੇ ਲੈ ਲਿਆ ਇੱਕ ਮਿੰਟ ਮੜਾ ਸ਼ਾਮ ਦੇ ਬਾਅਦ ਬਿਸ਼ਨ ਚੱਲ ਬੱਚੇ ਕਿੰਨੇ ਜਾਂ ਗੱਲ ਸੁਣੋ ਪ੍ਰਧਾਨ ਸਾਹਿਬ ਵੱਡੇ ਇਹ ਪੁਆਇੰਟ ਦੇ ਉੱਤੇ ਉਹ ਦਿੰਦਾ ਸਮਾਨ ਦੇਖੋ ਕਿੰਨਾ ਦੇ 30 ਇੱਕ ਬੋਰੀ ਦੇ ਕੀ ਹੋ ਜਾਂਦਾ? 30 ਕਿਲੋ ਬੋਰੀ ਲੈ 7 ਜੀ ਤੇ ਲਿਖਿਆ ਤੋਂ ਬਾਅਦ 7 ਜੀ ਪ੍ਰਾਗਰੇ ਜੀ। ਉਹ ਸਰਪੰਚ ਕਿੱਥੇ ਹੈ? ਸਰਪੰਚ ਤੋਂ ਕਿੰਨੇ ਜੀ? ਇਹਨਾਂ ਦੇ ਕਿੰਨੇ ਜੀ ਹੈ? 7 ਜੀ ਹੈ ਜੀ। 7 ਜੀ ਲਓ ਜੀ 40 ਕਿਲੋ ਕਰੋ। ਇਹ ਜਾਏਗਾ ਕੌਣ ਸਮਾਨ? ਰੈਡੀ ਲੈ ਦਿਓ। ਰੇੜੀਆਂ ਨਾਲ ਲਿਆ ਦਿਓ ਨਾਲ ਕੋਈ ਹੋਰ ਇਥੋਂ ਨਹੀਂ ਆਇਆ ਤਾਂ ਨਾਲ ਲਾ ਕੇ ਲਦਾ ਦਿਓ। ਇੱਕ ਵਾਰੀ ਚੌਲ ਦੀ ਕਰ ਦਿਓ ਜੀ। ਚੌਲ ਦੀ ਇੱਕ ਵਾਰੀ ਕਰ ਦਿਓ। ਆਹ ਤੇ ਹੋ ਗਈ ਤਾਂ ਪਹਿਲਾਂ ਨਾ ਓਏ ਨਹੀਂ ਲਾ ਦਿਓ ਜੱਕ ਹੜ ਆਹ ਫੋਟੋ ਲਾ ਓਏ ਚੱਲ ਫੜ ਕੇ ਉਹ ਲਿਖੇ ਜੀ ਤੁਸੀਂ ਚੌਲ ਉਹ ਲੈ ਬੱਚੇ ਲਾ ਬੇਬੀ ਤਾਰਾ ਚੰਦ ਜੀ। ਆ ਲਓ ਜੀ ਚੌਲ ਵੀ ਆ ਲਓ ਚੌਲ ਵੀ ਜੀ ਕੋਈ ਨਹੀਂ ਖਾਣਾ। ਬੱਚੇ ਕਿੰਨੇ ਬਾਬਾ? ਬੱਚੇ ਕਿੰਨੇ ਹੈ? 2 ਛੋਟੇ ਛੋਟੇ ਬੱਚੇ ਨਾ 6 ਲਿਆਓ ਜੀ। 40 ਦਾ ਦਿਓ ਜੀ। ਅੱਬੇ ਲੈ 40 ਲਿਆਵੇ 2 ਪਰਾਲੋ ਇਹ ਪਰਾਲੋ ਜੀ। ਪ੍ਰੀਤੋ ਕਿੰਨੇ ਦੀ ਹੈ? 7 ਦੀ ਹੈ। ਆਓ ਚਲੋ ਮੈਂ ਉੱਥੇ ਰੱਖਣਾ। ਚਲੋ ਜੀ ਮੈਂ ਰੱਖਣਾ ਨਾਲ। ਬੱਚੇ ਕਿੰਨੇ ਹੈ? ਅੱਛਾ ਕਿੰਨੇ ਆ?
ਲਿਓ 40 ਤੇ ਲਿਓ ਜੀ 40 ਕੋਈ ਹੋਰ ਰੱਖਿਓ ਇੱਕ ਚੌਲਾਂ ਦਾ ਕੋਈ ਗੱਲ ਆ ਲਿਓ ਜੀ ਇਹਦਾ ਕੋਈ ਹੋਰ ਰੱਖਿਓ। ਜਦੋਂ ਗੱਲਬਾਤ ਦੌਰਾਨ ਕੁਝ ਲੋਕਾਂ ਨੇ ਸੰਤ ਬਾਬਾ ਮੋਹਨ ਸਿੰਘ ਭੇਵੇ ਵਾਲਿਆਂ ਨੂੰ, ਜੋ ਕਿ ਖੁਦ ਆਪ ਇਹ ਰਾਹਤ ਸਮੱਗਰੀ ਵੰਡਣ ਵਿੱਚ ਆਪ ਮੌਕੇ ਤੇ ਹਾਜ਼ਰ ਹੋ ਕੇ ਸੇਵਾ ਕਰ ਰਹੇ ਸਨ, ਨੂੰ ਪੁੱਛਿਆ ਕਿ ਰਾਹਤ ਸਮੱਗਰੀ ਜੋ ਤੁਸੀਂ ਵੰਡ ਰਹੇ ਹੋ ਇਹ ਤੁਹਾਨੂੰ ਕਿੱਥੋਂ ਆ ਰਹੀ ਹੈ, ਤਾਂ ਬਾਬਾ ਜੀ ਨੇ ਕਿਹਾ ਕਿ ਇਹ ਰਾਹਤ ਸਮੱਗਰੀ ਜੋ ਅਸੀਂ ਪੀੜਤ ਲੋਕਾਂ ਨੂੰ ਦੇ ਰਹੇ ਹਾਂ ਇਹ ਸਭ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਅਤੇ ਮਿਹਰ ਸਦਕਾ ਹੈ। ਇਸ ਦੇ ਨਾਲ ਹੀ ਬਾਬਾ ਜੀ ਨੇ ਬੜੇ ਭਾਵੁਕ ਹੋ ਕੇ ਕਿਹਾ ਕਿ ਪਰਮਾਤਮਾ ਮਿਹਰ ਹੀ ਕਰੇ ਕਿ ਇਹ ਜੰਗ ਵਰਗੇ ਹਾਲਾਤ ਸੁਧਰ ਜਾਣ। ਫਿਰ ਵੀ ਜੇ ਨਾ ਸੁਧਰੇ ਤਾਂ ਇਹਨਾਂ ਲੋਕਾਂ ਦੀ ਖਾਣ ਪੀਣ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ। ਇਹ ਗਰੀਬ ਲੋਕ ਜੋ ਘਰਾਂ ਨੂੰ ਰਾਸ਼ਨ ਲੈ ਕੇ ਜਾ ਰਹੇ ਨੇ, ਨਾਲ ਇਹ ਕਹਿੰਦੇ ਜਾ ਰਹੇ ਨੇ ਕਿ ਸਾਨੂੰ ਤਾਂ ਇੰਜ ਜਾਪਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਹੀ ਆ ਗਿਆ ਹੈ ਸਾਡੇ ਗਰੀਬਾਂ ਵਾਸਤੇ। ਅਸੀਂ ਇਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਦੋਨਾਂ ਮਹਾਂਪੁਰਸ਼ਾਂ ਨੂੰ ਰੱਬ ਤੰਦਰੁਸਤੀ ਬਖਸ਼ੇ ਅਤੇ ਇਸ ਤਰ੍ਹਾਂ ਹੀ ਇਹ ਗਰੀਬਾਂ ਦੀ ਸੇਵਾ ਕਰਦੇ ਰਹਿਣ। ਇਹ ਤੇਰਾ ਖੜੀ ਯਾਰ ਵਿਜੇ ਸਿੰਘ ਦੀਵਾਨ ਚੰਦ ਸ਼ਾਮ ਸਿੰਘ ਇੱਥੇ ਕਿਸ ਤਰ੍ਹਾਂ ਦੇ ਹਾਲਾਤ? ਵੱਡੀ ਤਕਲੀਫ ਦਰਿਆ ਦੀ ਹੈ। ਅੱਛਾ ਜੀ। ਕਿਉਂ ਇਹਦੇ ਤੇ ਨਾ ਕੋਈ ਪੁਲ ਨਾ ਕੋਈ ਬੰਦਾ ਆ ਸਕਦਾ ਨਾ ਪਾਰ ਜਾ ਸਕਦਾ। ਬਿਜਲੀ ਦਾ ਸਾਧਨ ਹੀ ਹੈ, ਕੋਈ ਸਾਧਨ ਨਹੀਂ ਜਾਂਦਾ, ਚੀਜ਼ ਕੋਈ ਨਹੀਂ ਬੰਦਾ ਲਿਜਾ ਸਕਦਾ। ਠੀਕ ਹੈ, ਮਤਲਬ ਤੁਹਾਡੀਆਂ ਜ਼ਰੂਰਤਾਂ ਕੀ ਕੀ ਹੈਗੀਆਂ? ਮੰਗਾਂ ਤੇ ਕਾਫੀ ਨੇ ਜੀ। ਮੇਨ ਮੰਗਦੀ ਹੋਈ ਹੈ ਜੀ ਸਾਡੇ ਤੇ ਪੁਲ ਬਣ ਜਾਣ ਜਾਂਦੇ ਸਾਧਨ ਹੋ ਜਾਂਦੇ। ਅਸੀਂ ਹਿੰਦੁਸਤਾਨ ਨਾਲ ਜਿਹੜੇ ਮਤਲਬ ਬਰਸਾਤ 'ਚ ਕੱਟੇ ਰਹਿੰਦੇ ਉਹ ਇਕੱਠੇ ਨਹੀਂ ਰਹਿ ਸਕਦੇ, ਜੁੜ ਸਕਦੇ ਹਿੰਦੁਸਤਾਨ ਨਾਲ ਅਸੀਂ। ਜੰਗ ਵਰਗੇ ਹਾਲਾਤਾਂ ਕਰਕੇ ਤੁਹਾਨੂੰ ਕੀ ਕੀ ਮੁਸ਼ਕਲਾਂ ਆਉਂਦੀਆਂ ਵੀ ਹੁਣ ਤੇ ਮੁਸ਼ਕਲਾਂ ਕਾਫੀ ਆ ਵੀ ਲੋਕੀ ਆਪਣਾ ਬੱਚੇ ਜਿਹੜੇ ਪਿੱਛੇ ਲੈ ਗਏ ਦੇ ਆ। ਅੱਛਾ, ਤੁਹਾਨੂੰ ਕੋਈ ਮਾਲੀ ਸਹਾਇਤਾ ਕਿਸੇ ਕੋਈ ਸਰਕਾਰ ਨੇ ਕੋਈ ਪੈਸਾ ਨਹੀਂ ਦਿੱਤਾ, ਕੋਈ ਜ਼ਮੀਨ ਦਾ ਨਹੀਂ, ਕੋਈ ਕੁਛ ਨਹੀਂ ਹੈ। ਮਾਲੀ ਸਹਾਇਤਾ ਅੱਜ ਪਹਿਲੀ ਵਾਰੀ ਜਿਹੜੀ ਤੁਸੀਂ ਦੇ ਰਹੇ ਹੋ। ਠੀਕ ਹੈ। ਇਹੀ ਹੈ। ਤੁਸੀਂ ਬਾਬਾ ਜੀ ਦੇ ਪ੍ਰਤੀ ਕੀ ਮਤਲਬ ਖਿਆਲ ਤੁਹਾਡਾ ਕੀ ਹੈਗਾ ਬਾਬਾ ਜੀ ਦੇ ਪ੍ਰਤੀ? ਬਾਬੇ ਦੇ ਪ੍ਰਤੀ ਇਹ ਖਿਆਲ ਹੈ ਵੀ ਚੰਗੇ ਨੇਕ ਦਿਲ ਆਦਮੀ ਜਿਹਨਾਂ ਮਤਲਬ ਇਹੋ ਜਿਹੇ ਹਾਲਾਤਾਂ 'ਚ ਆਪਣਾ ਟਾਈਮ ਕੱਢ ਕੇ ਕੀਮਤੀ ਇਹਨਾਂ ਲੋਕਾਂ ਦੀ ਸੇਵਾ ਕੀਤੀ ਹੈ। ਠੀਕ ਹੈ। ਇਹ ਜੋ ਸਮਾਨ ਉਹ ਦੇ ਰਿਹਾ ਹੈ ਬਾਬਾ ਜੀ, ਰਿਲੀਫ ਮਟੀਰੀਅਲ ਦੇ ਰਿਹਾ, ਉਹਦੇ ਤੋਂ ਸੰਤੁਸ਼ਟ ਹੈ ਇੱਥੇ ਦੇ ਲੋਕ? ਹਾਂਜੀ, ਸੰਤੁਸ਼ਟ ਹੈ ਜੀ। ਜੇ ਨਾ ਦਿੰਦੇ ਤਾਂ ਕੀ ਕਰ ਸਕਦੇ ਹਨ, ਉਹਨਾਂ ਦਾ ਜ਼ੋਰ ਥੋੜ੍ਹਾ ਵਿਚਾਰੇ ਨਾਲ। ਉਹ ਤਾਂ ਉਹਨਾਂ ਦੀ ਆਪਣੀ ਦਿਲੀ ਹਮਦਰਦੀ ਹੈ ਕਿ ਉਹਨਾਂ ਨੇ ਆਪਣਾ ਮਤਲਬ ਪਤਾ ਨਹੀਂ ਕਿਸ ਤਰ੍ਹਾਂ ਕਰਕੇ ਲਿਆਂਦਾ, ਸੇਵਾ ਕੀਤੀ ਹੈ। ਠੀਕ ਹੈ। ਹਮਦਰਦੀ ਪੂਰੀ। ਹੋਰ ਕੋਈ ਸੰਤ ਮਹਾਂਪੁਰਸ਼ ਜਾਂ ਕੋਈ ਸਰਕਾਰੀ ਆਉਂਦੇ ਵੋਟਾਂ ਵਾਲੇ ਉਹ ਤੁਹਾਡੇ ਨਾਲ ਗੱਡੀਆਂ ਲੈ ਕੇ ਆਉਂਦੇ, ਉਹਨਾਂ ਨੇ ਵੋਟਾਂ ਮੰਗਣੀਆਂ, ਮੁੜ ਕੇ 5 ਸਾਲ ਫਿਰ। ਬਾਬਾ ਜੀ ਨੇ ਤਾਂ ਕੋਈ ਵੋਟਾਂ ਨਹੀਂ, ਉਹਨਾਂ ਨੇ ਵੋਟਾਂ ਨਹੀਂ ਦੇਣੀਆਂ ਜੀ। ਉਹਨਾਂ ਦੇ ਇੱਕ ਧਾਰਮਿਕ ਨੇਤਾ ਨਾਲ। ਸਰਪੰਚ ਗੁਰਬਚਨ ਸਿੰਘ ਮੰਮੀਆਂ। ਅੱਛਾ, ਤੁਸੀਂ ਮੰਮੀਆਂ ਦੇ ਰਹਿਣ ਵਾਲੇ ਹੋ ਜੀ। ਅੱਜ ਜਿਹੜੇ ਜੰਗ ਵਰਗੇ ਹਾਲਾਤ ਹੋਏ ਆ ਭਾਰਤ ਪਾਕਿਸਤਾਨ ਦੇ, ਇਹਦੇ ਤੇ ਤੁਹਾਨੂੰ ਕੀ ਮੁਸ਼ਕਲਾਂ ਆਈਆਂ? ਸਾਨੂੰ ਜੀ ਬਹੁਤ ਜ਼ਿਆਦਾ ਮੁਸ਼ਕਲਾਂ ਆਈਆਂ ਨੇ। ਇੱਕ ਤੇ ਬਿਲਕੁਲ ਅਸੀਂ ਬਾਰਡਰ ਏਰੀਏ ਦੇ ਰਹਿਣ ਵਾਲੇ ਲੋਕ ਆ। ਇੱਕ ਇੱਥੇ ਫੌਜ ਡਿਪਲਾਏ ਹੋ ਗਈ ਸਾਡੇ ਇਲਾਕੇ ਵਿੱਚ ਆ ਕੇ। ਉਹਨਾਂ ਨੇ ਮਤਲਬ ਕੁਝ ਮਾਈਨਫੀਲਡ ਲਾਤੇ ਨੇ, ਕੁਝ ਫੌਜ ਨੇ ਪਿੱਛੇ ਸਾਡਾ ਇਲਾਕਾ ਜਿਹੜਾ ਉਹ ਕੈਪਚਰ ਕਰ ਲਿਆ। ਤੇ ਪਿਛਲੇ ਬੰਨੇ ਸਾਡੇ ਦਰਿਆ ਰਾਵੀ ਆ ਤੇ ਆਉਣ ਜਾਣ ਦੀ ਵੀ ਬੜੀ ਮੁਸ਼ਕਲ ਹੈ। ਇਸ ਕਰਕੇ ਬੱਚੇ ਜਿਹੜੇ ਅਸੀਂ ਤੇ ਇਹ ਇਲੈਕਸ਼ਨ ਦਾ ਟਾਈਮ ਚੱਲਦਾ ਪਿਆ। ਇਲੈਕਸ਼ਨ ਦੇ ਟਾਈਮ 'ਚ ਤਾਂ ਹੋ ਸਕਦਾ ਕਿ ਵੋਟਾਂ ਦੀ ਖਾਤਰ ਕੋਈ ਤੁਹਾਡੀ ਕਿਸੇ ਨੇ ਮਦਦ ਕੀਤੀ ਹੋਵੇ। ਕੋਈ ਮਦਦ ਨਹੀਂ ਸਾਡੀ ਕੀਤੀ। ਅੱਛਾ ਜੀ। ਤੇ ਇਹ ਤੁਸੀਂ ਜੋ ਬਾਬਾ ਜੀ ਸੰਤ ਬਾਬਾ ਮਾਨ ਸਿੰਘ ਭੇਵਾ ਵਾਲੇ ਕਰ ਰਹੇ ਆ ਰਿਲੀਫ ਮਟੀਰੀਅਲ ਜਿਹੜਾ ਤੁਹਾਨੂੰ ਦੇ ਰਿਹਾ, ਕੀ ਲੋਕ ਇੱਥੋਂ ਦੇ ਸੰਤੁਸ਼ਟ ਹੈ ਇੱਥੋਂ? ਅਸੀਂ ਬਹੁਤ ਜ਼ਿਆਦਾ ਸੰਤੁਸ਼ਟ ਹਾਂ ਜੀ। ਜਿਹਨਾਂ ਕਿ ਬਾਬੇ ਹੁਣ ਆਪਣਾ ਇੰਨਾ ਕੀਮਤੀ ਟਾਈਮ ਕੱਢ ਕੇ ਇਹਨਾਂ ਲੋਕਾਂ ਦੀ ਆ ਕੇ ਬਾਰਡਰ ਏਰੀਏ ਤੇ ਜਿਹੜੇ ਬਿਲਕੁਲ ਜੰਗ ਦੇ ਹਾਲਾਤ ਤੇ ਟਾਈਮ ਤੇ ਆ ਕੇ ਸਾਡੀ ਸੇਵਾ ਕੀਤੀ ਆ। ਅਸੀਂ ਇਹਨਾਂ ਦੇ ਬਹੁਤ ਬਹੁਤ ਜ਼ਿਆਦਾ ਧੰਨਵਾਦ। ਕਿਹਦੇ ਰਹਿਣ ਵਾਲੇ ਹੋ ਤੁਸੀਂ? ਲਿਆਲ ਦੇ ਰਹਿਣ ਵਾਲੇ। ਤੁਹਾਡੇ ਪਿੰਡ ਦੇ ਕਿੰਨੇ ਕੁ ਲੋਕ ਹੈ? ਲੋਕ ਸਾਡੇ ਪਹਿਲੇ ਤੇ ਬੜੇ ਕੰਮ ਹੀ, ਹੁਣ ਬੱਚੇ ਨਹੀਂ ਉਧਰ ਉਧਰ ਰਹਿ ਸਕਦੇ ਬਗਾਨੇ ਘਰਾਂ 'ਚ। ਹੁਣ ਫਿਰ ਲੋਕੀ ਆ ਰਹੇ ਨੇ। ਤੁਹਾਨੂੰ ਇੱਥੇ ਕੀ ਮੁਸ਼ਕਲਾਂ ਆਉਂਦੀਆਂ ਪਈਆਂ? ਮੁਸ਼ਕਲਾਂ ਸਾਨੂੰ ਹਰ ਤਰ੍ਹਾਂ ਆਉਂਦੀਆਂ, ਲੜਾਈ ਦੀਆਂ ਵੀ ਆਉਂਦੀਆਂ, ਜਦੋਂ ਦਰਿਆ 'ਚ ਪਾਣੀ ਆਉਂਦੇ ਉਦੋਂ ਵੀ ਆਉਂਦੀਆਂ, ਉਦੋਂ ਵੀ ਸਾਡੇ ਘਰਾਂ 'ਚ ਇੰਨਾ ਪਾਣੀ ਵੱਧ ਜਾਂਦਾ। ਨਹੀਂ, ਹੁਣ ਲੜਾਈ ਕਰਕੇ ਤੁਹਾਨੂੰ ਮੇਨ ਕੀ ਜਿਹੜੀਆਂ ਮੁਸ਼ਕਲਾਂ ਜਾਂ ਤੁਹਾਡੀਆਂ ਕੀ ਮੇਨ ਜ਼ਰੂਰਤਾਂ ਹੈਗੀਆਂ? ਜ਼ਰੂਰਤ ਤੇ ਸਾਨੂੰ ਜ਼ਿੰਦਗੀ ਦੀ ਹੈ। ਜ਼ਿੰਦਗੀ ਬਖਸ਼ੀ ਜਾਏ ਤਾਂ ਸਭ ਕੁਝ ਮਿਲ ਜਾਂਦਾ। ਦੂਜਾ ਹੈ ਕਿ ਸਰਕਾਰਾਂ ਨੇ ਅੱਜ ਤੱਕ ਕੁਝ ਕੀਤਾ ਇਸ ਇਲਾਕੇ ਵਾਸਤੇ? ਇਹ ਦੇਖਿਆ ਜੀ 50 ਸਾਲਾਂ ਤੋਂ ਨਹੀਂ ਦੇਖਿਆ। ਹੁਣ ਜਦੋਂ ਇਹ ਸੰਤ ਬਾਬਾ ਮਾਨ ਜੀ ਭੇਵੇ ਵਾਲਿਆਂ ਨੇ ਸਰਵੇ ਕੀਤਾ, ਉਹਨਾਂ ਨੂੰ ਇਹ ਬੜਾ ਦੁੱਖ ਹੋਇਆ ਇੱਥੋਂ ਦੇ ਲੋਕਾਂ ਦਾ ਦੇਖ ਕੇ। ਇਹ ਜੋ ਰਿਲੀਫ ਮਟੀਰੀਅਲ ਉਹ ਤੁਹਾਨੂੰ ਦੇ ਰਿਹਾ, ਕੀ ਤੁਸੀਂ ਇਹਨਾਂ ਤੋਂ ਸੰਤੁਸ਼ਟ ਹੋ, ਖੁਸ਼ ਹੋ ਇਹ ਲੈ ਕੇ? ਮੇਰੇ ਮਨ
ਖੁਸ਼ੀ ਆ ਜਿਹੜੀ ਉਹ ਵੀ ਦਾਨ ਇਹਨਾਂ ਤੇ ਬਾਬਾ ਜੀ ਨੇ ਦਾਨ ਕੀਤਾ। ਅਸੀਂ ਤੇ ਅੱਗੇ ਨਸੀਬਾਂ ਦੇ ਮਾਰੇ ਦੇ। ਬਾਬਾ ਜੀ ਦੇ ਛੋਟੇ ਛੋਟੇ ਬੱਚੇ ਜਿਹੜੇ ਇਹਨਾਂ ਦੀ ਪੜ੍ਹਾਈ ਵਾਸਤੇ ਕੀ ਹੈਗਾ ਹਾਲ? ਬਹੁਤ ਮੁਸੀਬਤਾਂ, ਬੱਚੇ ਪੜ੍ਹ ਨਹੀਂ ਸਕਦੇ ਆ। ਬੱਚੇ ਤੇ ਕੋਈ 10ਵੀਂ ਦੇ ਟੱਪਦਾ ਹੀ ਨਹੀਂ ਨਾ। ਨਹੀਂ ਇੱਥੇ ਸਕੂਲ ਨਹੀਂ ਹੈ? ਸਕੂਲ ਤੇ ਹੈਗਾ ਹਾਂਜੀ। ਔਰ ਜਿਹੜੇ ਮਾਸਟਰ ਟੀਚਰ ਨੇ ਉਹ ਕੰਮ ਆਉਂਦੇ ਆ। ਜੇ 8 ਨੇ ਤੇ 1-2 ਆਣਗੇ, 1-2 ਘੰਟਾ ਲਾਣਗੇ ਚਲੇ ਜਾਣਗੇ। ਇੱਥੋਂ ਤੁਹਾਨੂੰ ਕਿੰਨੇ ਕਿਲੋਮੀਟਰ ਦੂਰ ਪੈਂਦਾ ਹੈ ਸ਼ਹਿਰ? ਸ਼ਹਿਰ ਸਾਨੂੰ ਇਹ ਮਰਾੜਾ, ਝੋਕਰਾ, ਠੀਕ ਹੈ, ਫਿਰ ਬ੍ਰਹਮਪੁਰ। ਜਾਣ ਦੀਆਂ ਕੀ ਸਹੂਲਤਾਂ ਹੈਗੀਆਂ ਇੱਥੋਂ? ਜਾਣ ਦੀ ਕੋਈ ਸਹੂਲਤ ਨਹੀਂ ਹੈ। ਜੇ ਬਾੜ ਆ ਗਈ, ਦਰਿਆ ਵਿੱਚ ਪਾਣੀ ਆ ਗਿਆ ਤੇ ਭਾਵੇਂ ਹਫ਼ਤਾ ਭਰ ਬੇੜੀ ਨਾ ਪਵੇ, ਬੱਚੇ ਉੱਧਰ ਦੇ ਇੱਧਰ ਰਹਿਣ, ਇੱਧਰ ਦੇ ਲੋਕ ਉੱਧਰ ਰਹਿਣ। ਇਹ ਆਰਮੀ ਲੱਗਣ ਦੇ ਨਾਲ ਤੁਹਾਡੀਆਂ ਕੋਈ ਤਕਲੀਫਾਂ ਵਧੀਆਂ? ਹਾਂਜੀ, ਬਹੁਤ ਜ਼ਿਆਦਾ ਬਾਹਰ ਜਾਣ ਦੀ ਜ਼ਰੂਰਤ ਹੁੰਦੀ। ਬਾਬਾ ਜੀ ਤੁਸੀਂ ਕਹਿ ਰਹੇ ਦੋ ਕੱਟੇ ਚਾਲਾਂ ਦੇ ਮਾਰਾ ਚਕਾਓ ਤੇ ਸਹੀ ਇਹਨੂੰ ਵੀ ਚਕਾਓ ਸਿਰ ਤੇ ਰੱਖੋ। ਦਿੱਲੀ ਸਿੰਘ 45 ਦੇ 2 ਦੇ ਸਾਰੇ ਵੱਡੇ ਆ 30 ਦੇ ਦਿਓ ਜੀ। ਆਓ ਚਲੋ ਜੀ 30 ਦੇ ਹਰਦੀਪ ਆ ਗਿਆ। ਹਰਦੀਪ ਸਿੰਘ ਕਿੰਨੇ ਜੀ ਹੈ ਜੀ? 8 ਦੀ ਗਿਆ ਮੈਂ ਆ ਚੌਲ ਆ ਕੇ ਸਾਰੇ ਅੱਛਾ ਜੀ। ਤੁਹਾਡਾ ਕਿਉਂ ਲੈ ਕੇ ਨਿਕਲੇ ਆ? ਅਸੀਂ ਲੈ ਜਦੇ ਰੇੜੀ ਜੋ ਕੇ ਮੈਂ ਆਈ ਜੀ ਪੱਕਾ। ਇਹ ਤੇਰੇ ਹੀ ਦਮ ਨਹੀਂ ਤੇਰੇ ਨਾਲ ਪਲਕਦੀ ਸੀ ਬਲਦੀ ਹੈ। ਆਹ क्लियर नहीं रहता ब्लैक ना बच्चे कितने छोटा बच्चा मोटा मेरा एक तो घर कल में जी लेना गड्डी के ऊपर टूल खड़ गया। हाँ भाई टूल के खड़ के सारे ले लै गए चढ़ना उससे फौज भी लेनी फौज भी लेनी इतराज करते अच्छा कौन फौज लड़ाई घुमा दे बस हाँ जी बच्चे दो हाँ जी दो बड़े
21 ਦਿਓ ਜੀ 21 ਕੱਲਾ 21 ਬਸ ਕਿੰਨੇ ਜੀ ਹੈ ਕਿੰਨੇ ਜੀ ਯਾਰ ਤੁਸੀਂ ਕਰਦੇ ਇਸ ਤਰ੍ਹਾਂ ਜੋ ਕਰਦੇ ਤੁਸੀਂ ਲੈਣਵਾ ਬੋਲੋ 6 ਜੀ ਮੈਂ ਬੱਚੇ ਕਿੰਨੇ ਆ ਨਿੱਕੇ ਬੱਚੇ 4 2 ਵੱਡੇ ਆ ਕਿੰਨੇ ਬੱਚੇ ਅਰੇ ਮਾਈ ਨੂੰ 40 ਬੀਬੀ ਇਧਰ ਮੂੰਹ ਕਰ ਇਧਰ ਮੂੰਹ ਕਰ ਮਾਤਾ ਮਾਤਾ ਇਧਰ ਮੂੰਹ ਕਰ ਦੱਸ ਦੇ ਘਟਾ ਆਜਾ ਮਾਤਾ ਚਲੋ ਜੋ ਲਿਖੇ ਕਿੰਨੇ ਮਾਤਾ ਜੀ 6 ਜੀ ਬੱਚੇ ਕਿੰਨੇ ਆ ਬੱਚੇ ਮਾਤਾ ਛੋਟੇ ਉਹ ਇਧਰ ਆਓ ਇਧਰ ਸਾਰੇ ਨੂੰ ਹਮਾਰਾ ਇਹਨੂੰ ਕਰ ਅੱਛਾ ਆਪ ਪਾਚ ਬਾਬਾ 4 ਵੱਡੇ 2 ਛੋਟੇ ਛੋਟਾ ਕਿੰਨਾ ਰਹੂਗਾ ਬਾਬਾ 4 ਵੱਡੇ 2 ਛੋਟੇ ਆ ਲੈ ਦੋ ਵੱਡੇ 3 ਬੱਚੇ ਆ ਲੋ 5 ਜੀ ਆ 5 ਜੀ ਬਾਬਾ 3 ਬਾਬਾ 3 ਛੋਟੇ 2 ਵੱਡੇ गाड़ी ले जाओ बेनती है कि चुप करे आराम ਨਾਲ बैठ जाओ ਅਸੀਂ ਇੰਨੀ ਦੇਰ ਤੋਂ ਆਏ ਆ ਤੁਹਾਨੂੰ ਸਭ ਨੂੰ ਵੀ ਸਮਾਨ ਦੇ ਕੇ ਜਾਵਾਂਗੇ ਜਿਵੇਂ ਜਿਹੜੇ ਪਿੰਡ ਨੂੰ ਅਸੀਂ ਕਹਿੰਦੇ ਆ ਉਹ ਇੱਥੇ ਸਿੱਧੇ ਲਾ ਕੇ ਖੜ ਜਾਓ ਜਿਹੜੇ ਸੇਵਾਦਾਰ ਸਾਡਾ ਖੜੂਗਾ ਉਹ ਤੋਂ ਬੰਦ ਹੋਊਗਾ ਅੰਦਰ ਆਵੇ ਹਰ ਇਕੱਲੇ ਜੀ ਨੂੰ ਅਸੀਂ ਰਾਸ਼ਨ ਦੇ ਕੇ ਜਾਵਾਂਗੇ ਤੁਹਾਡੇ ਵਾਸਤੇ ਆਏ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ 8 ਜੀ ਸਾਰੇ 6 ਬੱਚੇ
ਉਹ ਸਾਈਕਲਾਂ ਤੇ ਜਾ ਤੁਸੀਂ ਪਿੰਡ ਰਸੂਲਪੁਰ ਦੇ ਜੀ। ਅੱਛਾ ਅਤੇ ਕਿੱਥੇ ਆਏ ਹੋ ਤੁਸੀਂ? ਇੱਥੇ ਜੀ ਅਸੀਂ ਖਾਲੜਾ ਮੰਡੀ ਦੀ ਦਾਣਾ ਮੰਡੀ ਦੇ ਵਿੱਚ ਆਏ ਹਾਂ। ਇੱਥੇ ਮਤਲਬ ਕੀ ਚੱਲ ਰਿਹਾ ਅੱਜ? ਇੱਥੇ ਚੱਲ ਰਿਹਾ ਜੀ ਬਾਬਾ ਜੀ ਭੇਵੇ ਵਾਲੇ ਦੁਨੀਆ ਦੀ ਸੇਵਾ ਕਰਨ ਦੇ ਆ, ਚੌਲ ਦਿੰਦੇ ਆ, ਦਾਣਾ ਪੱਕਾ ਦਿੰਦੇ ਆ, ਅੱਗੇ ਵਾਸਤੇ ਗਾਂ ਵੀ ਉਹਨਾਂ ਨੇ ਕੋਈ ਕੰਬਲ ਕੁੰਬਲ ਵੀ ਦੇਣਗੇ। ਇਹ ਜਿਹੜੀ ਬਾਬਾ ਜੀ ਸੇਵਾ ਕਰ ਰਹੇ ਆ, ਹਾਂਜੀ, ਇਹਦੀ ਸੇਵਾ ਦੀ ਸਮਝਦੇ ਹੋ ਜ਼ਰੂਰਤ ਹੈਗੀ ਹੈ? ਹਾਂ ਜ਼ਰੂਰਤ ਹੈਗੀ ਹੈ ਜੀ। ਬਹੁਤ ਸੋਹਣੇ ਬੜੇ ਬੜੇ ਲਾਇਕ ਸੰਤ ਨੇ ਕਿ ਜਿਹੜੇ ਦੁਨੀਆ ਨੂੰ ਇਹਨਾਂ ਨੇ ਡੀਸਾ ਦੇ ਵਿੱਚ ਵੀ ਸੇਵਾ ਕੀਤੀ ਆ, ਕਾਰਗਿਲ ਵਿੱਚ ਵੀ ਇਹਨਾਂ ਸੇਵਾ ਕੀਤੀ ਆ, ਫਿਰ ਹੋਰ ਵੀ ਅੱਗੇ ਜਦੋਂ ਭੁਚਾਲ ਆ ਉਦੋਂ ਵੀ ਇਹਨਾਂ ਨੇ ਸੇਵਾ ਕੀਤੀ ਆ। ਇੱਥੇ ਬਾਰਡਰ ਦੇ ਲੋਕਾਂ ਦੇ ਨਾਲ ਇਹਨਾਂ ਦਾ ਬੜਾ ਪਿਆਰ ਇਹਨਾਂ ਕੀਤਾ, ਬੜਾ ਇਹਨਾਂ ਦਾ ਬੜੇ ਅਸੀਂ ਧੰਨਵਾਦੀ ਆ ਜੋ ਕੁਛ ਇਹ ਦੇਣ ਦੇ ਆ। ਡੰਗਰਾਂ ਵਾਸਤੇ ਚਾਰਾ ਵੀ ਇਹਨਾਂ ਨੇ ਆਖਿਆ ਦਾਂਗੇ। ਇਹਨਾਂ ਦਿਨਾਂ 'ਚ ਤੇ ਵੋਟਾਂ ਦਾ ਟਾਈਮ ਚੱਲਦਾ ਪਿਆ, ਵੋਟਾਂ ਲੈਣ ਵੀ ਬਹੁਤ ਆਉਂਦੇ ਹੋਣੇ ਆ, ਵਾਅਦੇ ਵੀ ਬਹੁਤ ਕਰਦੇ ਹੋਣੇ ਆ। ਕਰਦੇ ਨੇ ਜੀ, ਪਰ ਜੀ ਇਹਨਾਂ ਦਾ ਵੋਟਾਂ ਨਾਲ ਸੰਬੰਧ ਕੋਈ ਨਹੀਂ ਹੈ ਸੰਤ ਦਾ। ਨਹੀਂ, ਉਹਨਾਂ ਵੋਟਾਂ ਨੇ ਲੈਣ ਵਾਲਿਆਂ ਨੇ ਤੁਹਾਨੂੰ ਕੁਝ ਦਿੱਤਾ ਜਾਂ ਤੁਹਾਡੇ ਕੋਈ ਮੁਸ਼ਕਲ ਹੱਲ ਕੀਤੀ? ਸਾਨੂੰ ਕੁਝ ਨਹੀਂ ਜੀ ਦਿੱਤਾ। ਸਾਡੀਆਂ ਧੀਆਂ ਭੈਣਾਂ ਵੀ ਨੰਗੀਆਂ ਨਰਾਈਆਂ ਤੁਰਨ ਫਿਰਨ ਡਈਆਂ ਨੇ ਤੇ ਸਾਡੇ ਘਰਾਂ ਦੇ ਵਿੱਚ ਕੋਈ ਦਾਣਾ ਨਹੀਂ, ਕੋਈ ਸਾਡੇ ਪੱਠਿਆਂ ਨੂੰ ਡੰਗਰਾਂ ਵਾਸਤੇ ਕੋਈ ਚਾਰਾ ਨਹੀਂ ਹੈਗਾ। ਸਾਡੀਆਂ ਲੜਕੀਆਂ ਜਿਹੜੀਆਂ ਉਸ ਤਰ੍ਹਾਂ ਨੰਗੀਆਂ ਨਰਾਈਆਂ ਖੜੀਆਂ, ਕੋਈ ਉਹਨਾਂ ਨੂੰ ਮਜ਼ਦੂਰੀ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਵੋਟਾਂ ਪੁੱਛਣ ਆ ਜਾਂਦੇ ਆ ਕੇ ਚਲੇ ਜਾਂਦੇ। ਸਰਕਾਰ ਨੇ ਕੋਈ ਮਦਦ ਕੀਤੀ ਉਦੋਂ ਦੀ ਤੁਹਾਡੀ? ਕੋਈ ਮਦਦ ਨਹੀਂ ਕੀਤੀ ਸਰਕਾਰ ਨੇ ਸਾਡੀ। ਡੰਗਰਾਂ ਦਾ ਕਿਸ ਤਰ੍ਹਾਂ ਤੁਹਾਡੇ ਇੱਥੇ ਖੇਤਾਂ 'ਚ ਆਰਮੀ ਲੱਗਣ ਕਰਕੇ ਜੇ ਮਾਈਨਾਂ ਲੱਗੀਆਂ ਤੇ ਕੋਈ ਹੈ ਪੱਠਾ ਦੱਥਾ ਦਾ ਆਸ ਹੈਗੀ? ਨਹੀਂ ਜੀ, ਸਾਡਾ ਕੋਈ ਨਹੀਂ। ਅਸੀਂ ਕਿਤੇ ਦੂਰੋਂ ਜਾ ਕੇ ਕਿਸੇ ਰਿਸ਼ਤੇਦਾਰ ਦੇ, ਕਿਸੇ ਸੱਜਣ ਮਿੱਤਰ ਦੇ ਪੱਠੇ ਲਿਆ ਕੇ ਇੱਥੇ ਅਸੀਂ ਲਿਆ ਕੇ ਤੇ ਕੁਤਰ ਕਰ ਕੇ ਪਾਸੇ ਪਾਉਣੇ ਆ, ਜਾਂ ਕੋਈ ਮਤਲਬ ਹੋਰ ਕੋਈ ਸੱਜਣ ਮਿੱਤਰ ਪਿਛਾਂ ਜਿਹੜਾ ਉੱਥੋਂ ਪੱਠੇ ਪੁੱਠੇ ਲਿਆ ਕੇ ਪਾਉਣੇ। ਇੱਥੇ ਸਾਨੂੰ ਕੋਈ ਪੱਠੇ ਦਾ ਬੜੀ ਮੁਸ਼ਕਿਲ ਆ ਤੇ ਸਾਡੇ ਡੰਗਰ ਇਸ ਤਰ੍ਹਾਂ ਭੁੱਖੇ ਕੋਈ ਰਿਸ਼ਤੇਦਾਰਾਂ ਨੂੰ ਕੋਈ ਕੱਢ ਕੁੱਟ ਕੇ ਕਦੀ ਮੱਝ ਰੱਖੀ ਬਾਕੀ ਦੇ ਦਿੰਦੇ। ਖਾਸ ਮੁਸ਼ਕਲਾਂ ਕੀ ਹੈਗੀਆਂ ਤੁਹਾਡੀਆਂ ਇਸ ਟਾਈਮ ਤੇ? ਖਾਸ ਮੁਸ਼ਕਲਾਂ ਤਾਂ ਸਾਡੀਆਂ ਜੀ ਇਹੋ ਹੀ ਨੇ ਵੀ ਸਾਡੇ ਡੰਗਰਾਂ ਨੂੰ ਚਾਰਾ ਨਹੀਂ ਮਿਲਦਾ, ਕੋਈ ਸਾਨੂੰ ਮਜ਼ਦੂਰੀ ਨਹੀਂ ਮਿਲਦੀ, ਸਾਡੇ ਉਸੇ ਤਰ੍ਹਾਂ ਜੀਅ ਖਲੋਤੇ ਆ, ਉਸੇ ਤਰ੍ਹਾਂ ਮਤਲਬ ਧੱਕੇ ਹੀ ਖਾਣ ਰਹੇ ਆ ਜੀ। ਕੋਈ ਸਾਡੀ ਗੌਰਮੈਂਟ ਮਦਦ ਨਹੀਂ ਕਰਨ ਰਹੀ। ਸਰਕਾਰ ਤੋਂ ਤੁਸੀਂ ਕੋਈ ਉਮੀਦ ਰੱਖਦੇ ਹੋ ਕਿ ਵੋਟਾਂ ਤੋਂ ਬਾਅਦ ਕੋਈ ਸਰਕਾਰ ਵੀ ਕੁਝ ਕਰੇਗੀ ਤੁਹਾਡੇ ਲਈ ਕਿ ਨਹੀਂ? ਸਾਨੂੰ ਆਸ ਕੋਈ ਨਹੀਂ। ਜੇ ਇਸ ਤਰ੍ਹਾਂ ਹੀ ਸੰਤ ਮਹਾਂਪੁਰਸ਼ ਤੁਹਾਡੀ ਸੇਵਾ ਕਰਨ ਤਾਂ ਉਹਦੇ ਨਾਲ ਹੋ ਸਕਦਾ ਕੋਈ ਹੱਲ ਹੋ ਸਕੇ? ਹਾਂਜੀ, ਹੁੰਦਾ ਜਾਂਦਾ ਜੀ, ਹੱਲ ਹੋ ਸਕਦਾ। ਬਾਬਾ ਜੀ, ਆ ਸਰਹੱਦ ਤੇ ਫੌਜਾਂ ਲੱਗਣ ਕਰਕੇ ਤੁਹਾਨੂੰ ਕੀ ਤਕਲੀਫਾਂ ਜਾਂ ਮੁਸ਼ਕਲਾਂ ਆਈਆਂ? ਮੈਂ ਤੁਹਾਡੇ ਅੱਗੇ ਬੇਨਤੀ ਕਰਨ ਲੱਗਾ ਜੀ। ਬੇਨਤੀ ਇਹ ਆ ਵੀ ਸਾਡਾ ਪਿੰਡ ਆ ਬਾਰਡਰ ਤੋਂ ਕੋਈ 10 ਕਿੱਲੇ ਤੇ ਪਿੰਡ ਰਸੂਲਪੁਰ। ਬੇਨਤੀ ਇਹ ਆ ਵੀ ਉਹ ਜਦੋਂ ਫੌਜ ਇੱਥੇ ਆ ਗਈ ਆ ਨਾ, ਉਦੋਂ ਸਾਰਾ ਪਿੰਡ ਜਿਹੜਾ ਇੱਥੋਂ ਚਲਾ ਗਿਆ। ਅਸੀਂ ਕੀ ਕੀਤਾ ਵੀ ਲਾਗੇ ਬੰਨੇ ਇਕੱਠੇ ਹੋ ਕੇ ਸਾਰੇ ADC ਨੂੰ ਮਿਲੇ ਜਾ ਕੇ ਉਹਨਾਂ ਨੂੰ ਇਹ ਗੱਲ ਆਖਿਆ ਵੀ ਸਾਡੀ ਜ਼ਮੀਨ ਜਿਹੜੀ ਆ ਕੁਛ ਤੇ ਲਾਗੇ ਮੈਨ, ਕੁਛ ਜਿਹੜੀਆਂ ਬੰਬੀਆਂ ਨੇ ਉਹ ਵਿੱਚ ਆ ਗਈਆਂ ਨੇ ਮਹੀਨਾ ਦੇ, ਤੇ ਦੂਜੀ ਜਿਹੜੀ ਫਸਲ ਆ ਉਹਨੂੰ ਕੋਈ ਪਾਣੀ ਪੂਣੀ ਨਹੀਂ ਗਾ ਲੱਗਦਾ। ਜਿਹੜੇ ਹੈਗੇ ਆ ਪੱਠੇ ਉਹ ਵੀ ਮਹੀਨਾ 'ਚ ਆ ਗਏ, ਕੁਛ ਪਾਣੀ ਖਣੋਂ ਸੁੱਕਣ ਡਏ ਨੇ। ਅਸੀਂ ADC ਸਾਹਿਬ ਨੂੰ ਜਾ ਕੇ ਆਖਿਆ ਵੀ ਸਾਡੀ ਜਿਹੜੀ ਤਕਲੀਫਾਂ ਨੇ ਆ ਸੁਣੋ। ਉਹਨਾਂ ਇਹ ਗੱਲ ਆਖਿਆ ਵੀ ਸਾਨੂੰ ਉੱਤੋਂ ਸਰਕਾਰ ਵੱਲੋਂ ਇਹ ਹੁਕਮ ਆਇਆ ਹੈ ਵੀ ਇਹ ਜਿੰਨੇ ਆਦਮੀ ਨੇ ਆਪਣੇ ਰਿਸ਼ਤੇਦਾਰਾਂ ਦੇ ਜਾ ਕੇ ਕੋਲ ਬਹਿ ਗਏ ਨੇ, ਇਹਨਾਂ ਦੀ ਕੋਈ ਮਦਦ ਨਹੀਂ ਕਰਨੀ। ਸਿਰਫ ਇਹਨਾਂ ਇੱਕੋ ਅਸੀਂ ਮਦਦ ਤੁਹਾਡੀ ਕਰ ਸਕਦੇ ਹਾਂ ਵੀ ਜਿਹੜੀ ਜ਼ਮੀਨ ਮਹੀਨਾ ਦੇ ਵਿੱਚ ਆਈ ਆ ਉਹਨਾਂ ਲੋਕਾਂ ਨੂੰ ਅਸੀਂ ਤੂੜੀ ਲਿਆ ਕੇ ਤੇ ਪੱਠੇ ਲਿਆ ਕੇ ਮਗਰੋਂ ਦਾਂਗੇ। ਉਹਨਾਂ ਅੱਗੇ ਬੇਨਤੀ ਕੀਤੀ ਵੀ ਜਿਹੜੀ ਤੂੜੀ ਤੋਂ ਪਿੱਛੋਂ ਲਿਆਉਣੀ ਆ ਉਹਦੇ ਵਿੱਚ ਅੱਧੀ ਰੇਤ ਰਲ ਕੇ ਆ ਜਾਣੀ ਆ, ਤੇ ਉਹ ਜਦੋਂ ਰੇਤ ਰਲਾ ਕੇ ਉਹਨਾਂ ਦਿੱਤੀ ਤੇ ਉਹਦੇ ਨਾਲ ਡੰਗਰ ਹੋਰ ਸਾਡੇ ਜਿਹੜੇ ਜ਼ਿਆਦਾ ਬਿਮਾਰ ਹੋ ਜਾਣੇ। ਤੇ ਇਸ ਕਰਕੇ ਤੁਸੀਂ ਇਸ ਤਰ੍ਹਾਂ ਕਰੋ ਵੀ ਇਹਨਾਂ ਲੋਕਾਂ ਨੂੰ ਜਿਹੜੀ ਮਾਲੀ ਮਦਦ ਕੋਈ ਦਿਓ। ਉਹ ਆਂਦੇ ਨਹੀਂ ਅਸੀਂ ਥੋੜ੍ਹੇ ਦਿਨਾਂ ਤੱਕ ਤੁਹਾਡੇ ਕੋਲ 2-4 ਦਿਨਾਂ ਤੱਕ ਤੂੜੀ ਲੈ ਕੇ ਤੇ ਤੁਰੇ ਆਉਣੇ ਆ। ਅੱਜ ਤਾਈਂ ਸਾਡੇ ਕੋਲ ਕੋਈ ਤੂੜੀ ਲੈ ਕੇ ਨਹੀਂ ਗਏ। ਡੰਗਰ ਜਿਹੜੇ ਨੇ ਉਹ ਬਿਲਕੁਲ ਚਾਰੇ ਤੋਂ ਭੁੱਖੇ ਨੇ। ਇਹ ਵੱਡੀ ਪ੍ਰੋਬਲਮ ਇੱਕ ਤਾਂ ਇਹ ਜੀ। ਦੂਜੀ ਇਹ ਵੀ ਜਿੰਨੇ ਪਿੰਡਾਂ ਦੇ ਵਿੱਚ ਮਜ਼ਦੂਰ ਆ ਉਹਨਾਂ ਨੂੰ ਦਿਹਾੜੀ ਨਹੀਂ, ਕਿਸਾਨ ਜਿਹੜਾ ਉਹਨੂੰ ਕੋਈ ਆੜ੍ਹਤੀ ਜਿਹੜਾ ਹੈ ਉਹ ਗਾਂ ਪੈਸੇ ਦੇਣ ਨੂੰ ਤਿਆਰ ਨਹੀਂ ਗਾ।
ਕਿ ਤੁਹਾਡੀ ਜ਼ਮੀਨ ਇੱਕ ਤਾਂ ਮਹੀਨਾ 'ਚ ਆ ਗਈ, ਦੂਜੇ ਸੋਕੇ 'ਚ ਆ ਗਈ, ਕੋਈ ਵੀ ਉਹਨਾਂ ਦੀ ਬਾਂਹ ਫੜਨ ਲਈ ਤਿਆਰ ਨਹੀਂ। ਤੇ ਸਰਕਾਰ ਜਿਹੜੀ ਆ ਇਹਦੇ ਤੋਂ ਵੀ ਸਾਨੂੰ ਕੋਈ ਐਡੀ ਆਸ ਨਹੀਂ ਜਾਪਦੀ ਵੀ ਇਹ ਸਰਹੱਦੀ ਪਿੰਡਾਂ ਦੀ ਜਿਹੜੀ ਉਹ ਕੋਈ ਮਦਦ ਕਰੇਗੀ। ਤੇ ਬਾਬੇ ਹੋਣੀ ਜਿੱਦਾਂ ਦੇ ਆਏ ਨੇ, ਇਹਨਾਂ ਆਣ ਕੇ ਗਰੀਬਾਂ ਦੀ ਜਦੋਂ ਬਾਂਹ ਫੜੀ ਆ, ਇਲਾਕੇ ਦੇ ਲੋਕ ਜਿਹੜੇ ਨੇ ਇਹਨਾਂ ਪਿੰਡਾਂ ਦੇ ਉਹ ਬੜੇ ਖੁਸ਼ ਨੇ ਵੀ ਬਾਬੇ ਹੋਣਾ ਵਰਗੇ ਮਹਾਂਪੁਰਸ਼ ਇੱਥੇ ਜੇ ਆਉਂਦੇ ਰਹਿਣ ਤੇ ਇਹਨਾਂ ਗਰੀਬਾਂ ਦੀ ਜਿਹੜੀ ਸਾਰ ਆ ਉਹ ਚੰਗੀ ਲਈ। ਸੰਤ ਬਾਬਾ ਮੋਹਨ ਸਿੰਘ ਆਏ ਹਨ ਜਿਹੜੇ ਮਤਲਬ ਰਾਹਤ ਸਮੱਗਰੀ ਲੈ ਕੇ ਆਏ ਆ। ਹਾਂਜੀ। ਇਹਨਾਂ ਦਾ ਖੁਦ ਦਾ ਆਪਣਾ ਸਰੀਰ ਵੀ ਠੀਕ ਨਹੀਂ ਹੈਗਾ। ਹਾਂਜੀ। ਤੇ ਇਹਨਾਂ ਲੋਕਾਂ ਦੀ ਇੰਨੀ ਸੇਵਾ ਕਰਦੇ ਹੈਗੇ, ਨਾ ਕੋਈ ਇਹਨਾਂ ਨੂੰ ਵੋਟਾਂ ਦਾ ਮਤਲਬ ਹੈਗਾ, ਨਾ ਹੀ ਇਹਨਾਂ ਲੋਕਾਂ ਨੂੰ ਪਹਿਲਾਂ ਜਾਣਦੇ ਸੀ। ਇੱਕ ਵਾਰੀ ਆਉਣ ਦੇ ਨਾਲ ਹੀ ਇਹਨਾਂ ਲੋਕਾਂ ਦਾ ਦਰਦ ਉਹਨਾਂ ਨੂੰ ਸੁਣ ਕੇ ਇੰਨਾ ਵੱਡਾ ਕੰਮ ਜਿਹੜਾ ਆਰੰਭਿਆ ਹੈਗਾ। ਤੁਸੀਂ ਇਹਦੇ ਵਾਸਤੇ ਕੁਝ ਚਾਰ ਸ਼ਬਦ ਕਹੋਗੇ ਕਿ ਬਾਬਾ ਜੀ ਪ੍ਰਤੀ ਕੀ ਮਹਿਸੂਸ ਕਰਦੇ ਹੋ? ਬਾਬੇ ਹੋਣੀ ਜਿਹੜੇ ਜੀ ਇਹਨਾਂ ਨੇ ਬੜਾ ਚੰਗਾ ਇਹ ਜਿਹੜਾ ਰੌਲ ਅਦਾ ਕਰਨ ਡਏ ਆਪਣਾ, ਵੀ ਇੱਕ ਗਰੀਬਾਂ ਬਦਲੇ ਇਸ ਤਰ੍ਹਾਂ ਮਹਾਂਪੁਰਸ਼ ਹੋ ਗਏ। ਮੈਂ ਤਾਂ ਸੋਚਦਾ ਵੀ ਇਹੋ ਜਿਹੇ ਜਿਸ ਤਰ੍ਹਾਂ ਇਹਨਾਂ ਬਾਬੇ ਹੋਣਾ ਗਰੀਬਾਂ ਦੀ ਬਾਂਹ ਫੜੀ ਆ, ਇਹੋ ਜਿਹੇ ਹੋਰ ਵੀ ਪੰਜਾਬ ਦੇ ਵਿੱਚ ਮਹਾਂਪੁਰਸ਼ ਜੇ ਇਸ ਤਰ੍ਹਾਂ ਦੀ ਸੇਵਾ ਕਰਨ ਤੇ ਇਹ ਜਿਹੜੇ ਗਰੀਬ ਹੈ ਇਹਨਾਂ ਨੂੰ ਕੋਈ ਅਪ੍ਰੈਲ ਤੱਕ ਜਿਹੜੀ ਕੋਈ ਮੁਸ਼ਕਲ ਨਹੀਂ ਆ ਸਕਦੀ ਜਿੰਨਾ ਚਿਰ ਆ ਪਿਛਾਂ ਹਟ ਸਕਦੀ, ਇੱਥੋਂ ਫੌਜਾਂ ਪਿਛਾਂ ਨਹੀਂ ਹਟਦੀਆਂ। ਇਹ 50 ਸਾਲ ਹੋ ਗਏ ਆਪਣੇ ਦੇਸ਼ ਨੂੰ ਆਜ਼ਾਦ ਹੋਏ। ਹਾਂਜੀ। 50 ਸਾਲ ਦੇ ਵਿੱਚ ਸਰਕਾਰ ਨੇ ਤੁਹਾਡੀਆਂ ਕੁਝ ਤਕਲੀਫਾਂ ਦਾ ਹੱਲ ਕੀਤਾ ਜਾਂ ਕੁਝ ਮਾਲੀ ਮਦਦ ਦਿੱਤੀ ਤੁਹਾਨੂੰ? 50 ਸਾਲ ਦੇ ਵਿੱਚ ਇਹ ਬਣਿਆ ਗੱਲ ਜੀ, ਗਰੀਬ ਜਿਹੜਾ ਉਹ ਗਰੀਬ ਹੋਇਆ, ਅਮੀਰ ਜਿਹੜਾ ਉਹ ਅਮੀਰ ਹੋ ਗਿਆ। ਗਰੀਬ ਜਿਹੜੇ ਨੇ ਉਹਨਾਂ ਕੋਲ ਸਿਰਫ ਇੱਕ ਵਾਰ ਆਉਂਦੇ ਨੇ ਵੋਟਾਂ ਲੈਣ ਲਈ, ਉਦੋਂ ਸਬਜ਼ ਬਾਗ ਜਿਹੜੇ ਵਿਖਾ ਕੇ ਚਲੇ ਜਾਂਦੇ ਵੀ ਤੁਹਾਡਾ ਆਹ ਮਜ਼ਦੂਰੋ ਤੁਹਾਨੂੰ ਆਹ ਦਾਂਗੇ, ਕਿਸਾਨੋ ਤੁਹਾਨੂੰ ਆਹ ਦਾਂਗੇ। ਪਰ 45 ਸਾਲ ਦੇ ਰਾਜ ਦੇ ਵਿੱਚ ਕਾਂਗਰਸ ਨੇ ਕੁਝ ਨਹੀਂ ਦਿੱਤਾ, ਤੇ ਆਹ 5 ਸਾਲਾਂ ਦੇ ਜਿਹੜਾ ਅਕਾਲੀਆਂ ਦਾ ਰਾਜ ਆਇਆ ਇਹਨਾਂ ਦਾ ਉਦੋਂ ਵੀ ਰਿਕਾਰਡ ਤੋੜ ਦਿੱਤਾ। ਵੱਡੀ ਰਿਸ਼ਵਤਖੋਰੀ ਇਹਨਾਂ ਗਰੀਬਾਂ ਦਾ ਕੋਈ ਨਹੀਂ ਸੁਣਦਾ। ਕਿਸਾਨਾਂ ਦਾ ਇੱਥੇ ਝੋਨਾ ਨਹੀਂ ਵਿਕਦਾ, ਕਣਕ ਨਹੀਂ ਵਿਕਦੀ, ਗਰੀਬਾਂ ਨੂੰ ਪੂਰੀ ਦਿਹਾੜੀ ਨਹੀਂ ਮਿਲਦੀ, ਤੇ ਇਹ ਵਿਚਾਰੇ ਇਸ ਤਰ੍ਹਾਂ ਹੀ ਗੁਜ਼ਾਰਾ ਮਾੜਾ ਮੋਟਾ ਕਰਕੇ ਆਪਣਾ ਗੁਜ਼ਾਰਾ ਕਰਦੇ। ਇਹ ਗੱਲ ਨੂੰ ਤੁਸੀਂ ਮੰਨਦੇ ਹੋ ਕਿ ਸੰਤ ਬਾਬਾ ਮਾਨ ਸਿੰਘ ਅਤੇ ਸੰਤ ਬਾਬਾ ਮੋਹਨ ਸਿੰਘ ਜੀ ਨੇ ਇੱਥੇ ਪਹਿਲੇ ਨਿਰੀਖਣ ਕੀਤਾ, ਇੱਥੇ ਸਰਵੇਖਣ ਕੀਤਾ ਜਿਹੜਾ ਉਹ 29 ਜਨਵਰੀ ਨੂੰ ਕੀਤਾ, ਤੇ ਅੱਜ ਜਿਹੜੀ ਹੈਗੀ ਉਹ 5 ਫਰਵਰੀ ਹੈ। 5 ਫਰਵਰੀ ਉਹਨਾਂ ਸਰਵੇਖਣ ਕਰਕੇ ਉਹਨਾਂ ਨਾਲ ਹੀ ਜਿਹੜੇ ਰਾਹਤ ਕੰਮ ਸ਼ੁਰੂ ਕਰ ਦਿੱਤੇ। ਇਹਦੇ ਪ੍ਰਤੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇੰਨੇ ਜਲਦੀ ਇਹ ਸਮਾਨ ਜਿਹੜਾ ਕਿੱਥੋਂ ਆ ਰਿਹਾ ਹੈ? ਅਸੀਂ ਤਾਂ ਇੱਕ ਗੱਲੋਂ ਬੜੇ ਹੈਰਾਨ ਆ ਜੀ, ਜਿੱਦਣ 24 ਤਰੀਕ ਸੀ ਨਾ, ਉਦੋਂ ਬਾਬੇ ਹੋਣੀ ਉੱਥੇ ਆਏ ਨੇ, ਬਾਬੇ ਚੱਲਣ, ਉਹਨਾਂ ਉਦੋਂ ਸਾਰੇ ਲੋਕਾਂ ਦੀ ਜਦੋਂ ਤਕਲੀਫ ਸੁਣੀ ਤਾਂ ਉਹਨਾਂ ਆਖਿਆ ਵੀ ਅਸੀਂ 1 ਤਰੀਕ ਤੋਂ ਰਾਸ਼ਨ ਜਿਹੜਾ ਉਹ ਗਰੀਬਾਂ ਨੂੰ ਵੰਡਣਾ ਸ਼ੁਰੂ ਕਰ ਦਾਂਗੇ। ਤੇ ਅਸੀਂ ਬੜੇ ਹੈਰਾਨ ਹੋ ਗਏ ਗੱਲ ਵੀ ਇੱਕ ਬੰਨੇ ਸਰਕਾਰ ਜਿਹੜੀ ਐਡੀ ਵੱਡੀ ਉਹ ਨਹੀਂ ਇਹ ਕੰਮ ਕਰ ਸਕਦੀ, ਤੇ ਬਾਬੇ ਹੋਣੀ ਐਡੀ ਛੇਤੀ 1 ਤਰੀਕ ਨੂੰ ਲੋਕਾਂ ਨੂੰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਪਰ ਜਿੱਦਣ 1 ਤਰੀਕ ਨੂੰ ਬਾਬੇ ਹੋਣੀ ਆ ਗਏ, ਆਣ ਕੇ ਲੋਕਾਂ ਦੇ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ, ਤੇ ਸਾਰਾ ਜਿਹੜਾ ਬਾਰਡਰ ਦਾ ਇਲਾਕਾ ਇਹ ਸਾਰਾ ਹੈਰਾਨ ਰਹਿ ਗਿਆ ਵੀ ਹੈ ਐਡੇ ਵੀ ਮਹਾਂਪੁਰਸ਼ ਦੁਨੀਆ 'ਚ ਹੈਗੇ ਨੇ ਵੀ ਜਿਹੜੇ ਗਰੀਬਾਂ ਦੀ ਬਾਂਹ ਐਡੀ ਛੇਤੀ ਫੜ ਸਕਦੇ। ਮਤਲਬ ਇਸ ਤੋਂ ਇਹ ਗੱਲ ਹੁਣ ਮਹਿਸੂਸ ਹੁੰਦੀ ਹੈ ਕਿ ਜੋ ਵੀ ਕੁਝ ਕਰ ਸਕਦੇ ਆ ਸੰਤ ਮਹਾਂਪੁਰਸ਼ ਕਰ ਸਕਦੇ ਆ, ਸਰਕਾਰਾਂ ਕੁਝ ਨਹੀਂ ਕਰ ਸਕਦੀਆਂ। ਜੀ ਸਰਕਾਰਾਂ ਤਾਂ ਅੱਗੇ ਨਹੀਂ 50 ਸਾਲ ਕੀਤਾ, 54 ਸਾਲ ਹੋ ਗਏ, ਹੁਣ ਉਹਨਾਂ ਕੀ ਕਰਨਾ ਨਾ, ਇਹ ਸਿਰਫ ਇੰਨਾ ਹੀ ਆ। ਇਹਦੀ ਤਾਂ ਜਿਹੜੇ ਆਪਣੇ ਗਰੀਬ ਜਨਤਾ, ਮਜ਼ਦੂਰ ਤੇ ਕਿਸਾਨ, ਇਹਨਾਂ ਨੂੰ ਸੋਚਣਾ ਪੈਣਾ ਵੀ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ। ਤੇ ਅੱਗੇ 53 ਸਾਲ ਤਾਂ ਇਹਨਾਂ ਦੇ ਲੰਘੇ ਇਸ ਤਰ੍ਹਾਂ ਹੀ ਵੀ ਇਹਨਾਂ ਨੂੰ ਕੱਖ ਨਹੀਂ ਦਿੱਤਾ। ਉਹ ਇਹਨਾਂ ਦੀ ਉਹੋ ਹੀ ਕੁੱਲੀ ਤੇ ਉਹੋ ਹੀ ਜੁੱਲੀ ਆ। ਕੀ ਹੈ ਤੁਹਾਡਾ? ਤੇ ਕਿੱਥੇ ਦੇ ਰਹਿਣ ਵਾਲੇ ਹੋ? ਬਾਰਡਰ ਤੇ ਪੈਂਦਾ ਹੈ ਤੁਹਾਡੇ ਪਿੰਡ ਤੋਂ ਸਰਹੱਦ ਕਿੰਨੀ ਕੁ ਦੂਰ ਪੈਂਦੀ ਹੈ? 2 ਕਿੱਲੇ 1 ਕਿਲੋਮੀਟਰ। ਆ ਫੌਜਾਂ ਸਰਕਾਰ ਨੇ ਸਾਨੂੰ ਕੀ ਦੇਣਾ? ਸਰਕਾਰ ਆਣ ਸਾਡੇ ਭਾਰੀ ਇਹ ਸਰਕਾਰ ਆ, ਸਾਡੀ ਇਹ ਆ, ਕੋਈ ਸਰਕਾਰ ਸਰਕਾਰ ਇਹ ਆ। ਸਰਕਾਰ ਆਣ ਕੇ ਰਾਸ਼ਨ ਵੇਚ ਜਾਂਦੀ ਆ, ਉਹ ਜੀ ਵੋਟਾਂ ਵਾਸਤੇ ਆ ਜਾਂਦੇ ਆ, ਤੇ ਕੋਈ ਕਿਸੇ ਨੂੰ ਦੇਣਾ ਨਹੀਂ, ਲੈਣਾ ਨਹੀਂ, ਗੱਲ ਨਹੀਂ, ਬਾਤ ਨਹੀਂ, ਤੇ ਗਰੀਬਾਂ ਦਾ ਸਰਕਾਰ ਆ। ਸਰਕਾਰ ਇਹ ਆ, ਕੋਈ ਸਰਕਾਰ ਨਹੀਂ। ਜਿਹੜਾ ਸੰਤ ਹੁੰਦਾ ਉਹ ਸਰਕਾਰ ਹੀ ਹੁੰਦਾ, ਸਰਕਾਰ ਹੁੰਦਾ। ਸੰਤ ਜੁਗ ਜਿੰਨੀ ਉਹ ਸੇਵਾ ਕਰਨ ਲੱਗਾ, ਇੰਨੀ ਤੇ ਸਰਕਾਰ ਵੀ ਨਹੀਂ ਸੇਵਾ ਕਰਨੀ। ਅਸੀਂ ਖਾਲੜੇ ਚੋਂ ਬੋਲਣ ਡੱਠੇ ਹਾਂ, ਜੇ ਕੋਈ ਇਤਰਾਜ਼ ਹੋਵੇ ਤੇ ਸਾਡੇ ਪਿੰਡ ਵੀ ਆਣ ਕੇ ਪੁੱਛ ਲਵੇ। ਦੀ ਗੱਲ ਇਹ ਕਦੋਂ ਲਿਖਾ ਕਰਨਾ ਹਾਂ, ਘਰੋਂ ਬਘਾਰ ਹੋਇਆ ਜੋ ਖਾਲੜਾ 6 ਕੱਲੇ ਨਾਰਲੀ ਇਹਨਾਂ ਦਾ ਅੱਧਾ ਦਾ ਸਾਰਾ ਇਹਨਾਂ ਦਾ ਸਮਾਨ ਜਾੜਿਆ ਗਿਆ। ਭੁੱਖੇ ਮਰਦੇ, ਜਨਾਨੀਆਂ ਬੇਵਾਹੀਆਂ ਤੁਰੀਆਂ ਫਿਰਦੀਆਂ, ਇਹਨਾਂ ਦੇ ਕਿਸੇ ਨੇ ਕੋਈ ਸੋਚਿਆ ਨਹੀਂ। ਤੇ ਵੋਟਾਂ ਵਾਲੇ ਗੱਡੀਆਂ ਘੁਮਾਉਂਦੇ ਪਿਆ ਉਹ ਜੀ ਉਹ ਸਾਡੇ ਮਗਰ, ਤੇ ਕਦੀ ਵੀ ਕਿਸੇ ਨੂੰ ਇਹਨਾਂ ਨੇ ਸੋਚਿਆ ਹੋਵੇ ਸੰਤਾਂ ਨੇ ਸਾਨੂੰ ਦਿੱਤਾ, ਸੰਤਾਂ ਦਾ ਵਗੈਰ ਹਾਂਜੀ ਪਿੰਡ ਨੂੰ ਦੇਣਾ ਸਵਾਹ ਇੱਥੇ ਦੇਣਾ ਇਹਨਾਂ ਨੂੰ, ਪਿੰਡ ਵਾਲਿਆਂ ਨੂੰ। ਇਹਨਾਂ ਨੂੰ ਵੋਟਾਂ ਦੀ ਵੋਟਾਂ ਖਵਾਓ ਤੇ ਹੀ ਆਖੋ ਚਲੋ ਜੀ, ਹੋਰ ਕੱਖ ਨਹੀਂ ਸਾਨੂੰ ਦਿੰਦੇ ਜੀ। ਇਹ ਕੋਈ ਨਹੀਂ, ਮੈਂ ਸਾਡੇ ਤੋਂ ਕੋਈ ਲੈਣਾ ਲੈਣਾ ਇਹਨਾਂ ਨੇ ਕੀ ਆ? ਸੰਤ ਦਾ ਜੁਗੋ ਜੁਗ ਰਾਜ ਹੋਵੇ, ਰਾਜ ਹੋਵੇ ਸੰਤ ਦਾ, ਸਾਡੇ ਦਾ, ਇਸ ਦਾ।
ਸੱਚੇ ਪਾਤਸ਼ਾਹ ਜੁਗ ਜੁਗ ਜੀ ਜਿਹੜਾ ਸਾਨੂੰ ਗਰੀਬਾਂ ਨੂੰ ਦੇਣ ਡਿਆ ਬਾਰਡਰਾਂ ਤੇ ਆਣ ਕੇ ਗੱਡੀਆਂ ਟਰੱਕ ਲਾ ਕੇ ਆਟੇ ਦੇ। ਅਜੇ ਤੱਕ ਕਿਸੇ ਸੰਤ ਨਹੀਂ ਇਸ ਤਰ੍ਹਾਂ ਵੰਡੀਆਂ ਗੱਡੀਆਂ ਜਿਨ੍ਹਾਂ ਹੋਰ ਕਿਹੜਾ ਸੰਤ ਵੰਡਦਾ ਆਣ ਕੇ ਇੱਕ ਵੀ ਵੰਡਿਆ ਇਹੋ ਹੀ ਆਣ ਕੇ ਵੰਡਣ ਲੱਠੇ ਗਰੀਬਾਂ ਵਾਸਤੇ। ਜਦੋਂ ਦੀ ਸਰਕਾਰ ਬਣ ਲੱਗੀ ਉਦੋਂ ਦਾ ਕਿਸੇ ਸੰਤ ਨਹੀਂ ਵੰਡਿਆ। ਹਾਂਜੀ ਤੇ ਵੰਡਣ ਥੋੜਾ ਉੱਥੇ ਰੱਖ ਦਿਓ ਨਾਲ ਉਹਦੇ ਮਹੱਲੇ ਜਮਾ ਕਰ ਦਿਓ। ਜਲੰਧਰ ਸਰਜੇ ਦਾ पार्टी बल के ऊपर उठ के गरीब समाज की सेवा करने वास्ते क्योंकि अपने को बहुत नाजुक समय आया है तो मैं तो खुशी नहीं जा सके तो गरीब को सेवा की जा सके मेरे सारे प्राइवेट वास्ते तो सेवा में चाहे Sakto aku. कभी तलमान को प्रेम सुनला आटा एक गड्ढा चावल हमारे इधर आओ बच्चे कितने हैं चलो जी ਅਸੀਂ ਜੀ ਬਾਰਡਰ ਤੇ ਤਕਰੀਬਨ 2 ਕਿਲੋਮੀਟਰ ਦੀ ਵਿੱਥ ਤੇ ਬੈਠੇ ਆ। ਪਿੰਡ ਮਹੀਦੀਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੈ। ਬਿਲਕੁਲ ਬਾਰਡਰ ਤੇ ਬੈਠੇ ਆ। ਸਾਡੀ ਕਿਸੇ ਨੇ ਅੱਜ ਤੱਕ ਹਾਲਤ ਨਹੀਂ। ਸਾਨੂੰ 2 ਮਹੀਨੇ ਹੋ ਗਏ ਘਰੋਂ ਨਿਕਲ ਚੁੱਕੇ ਆ, ਫਿਰ ਵਾਪਸ ਆਏ ਆ। ਸਾਡੀ ਕਿਸੇ ਨੇ ਨਾ ਸਾਨੂੰ ਕੋਈ 1 ਰੁਪਈਆ ਦਿੱਤਾ, ਨਾ ਸਾਨੂੰ ਕੋਈ ਚਾਰਾ, ਨਾ ਸਾਨੂੰ ਕੋਈ ਰਾਹਤ ਸਮੱਗਰੀ ਇੱਥੋਂ ਤੱਕ ਕਿਸੇ ਸਰਕਾਰੀ ਅਫਸਰ ਨੇ ਆਣ ਕੇ ਪੁੱਛਿਆ ਵੀ ਨਹੀਂ। ਬਾਦਲ ਸਾਹਿਬ ਉੱਥੇ ਡਿੰਗਾਂ ਮਾਰੀ ਜਾਂਦੇ ਆ, ਦੂਜੇ ਤੀਜੇ ਲੀਡਰ ਇੱਥੇ ਡਿੰਗਾਂ ਮਾਰੀ ਜਾਂਦੇ ਆ। ਸਾਡੀ ਕਿਸੇ ਸਾਰ ਨਹੀਂ ਲਈ। ਅਸੀਂ ਅੱਜ ਤੋਂ ਪਹਿਲਾਂ 4-5 ਵਾਰ ਜੁੜ ਚੁੱਕੇ ਆ। ਸਨ 47 'ਚ, ਸਨ 48 'ਚ, ਸਨ 65 ਦੇ ਵਿੱਚ, ਸਨ 1971 ਦੇ ਵਿੱਚ ਕਾਰਗਿਲ ਦੀ ਜੰਗ ਵੇਲੇ ਵੀ ਅਸੀਂ ਇੱਥੋਂ ਜੁੜ ਚੁੱਕੇ ਆ। ਸਾਨੂੰ ਕਦੀ ਕਿਸੇ ਨੇ ਕੋਈ ਰਾਹਤ ਸਮੱਗਰੀ ਨਹੀਂ, ਨਾ ਸਾਨੂੰ ਕਿਸੇ ਨੇ ਕੋਈ ਸਾਡੀ ਆਵਾਜ਼ ਲਈ, ਨਾ ਸਾਨੂੰ ਕੋਈ ਲੀੜਾ ਕੱਪੜਾ ਕੁਝ ਨਹੀਂ ਮਿਲਿਆ। ਇੱਥੋਂ ਤੱਕ ਕਿ ਸਾਡੀਆਂ ਜ਼ਮੀਨਾਂ ਦੇ ਵਿੱਚ ਅੱਜ ਮੈਣ ਲੱਗ ਚੁੱਕੇ ਨੇ। ਇੱਧਰ ਚੱਲ ਕੇ ਵੇਖ ਲਓ, 5 ਥਾਵਾਂ ਤੇ ਬਾਰਡਰ ਤੋਂ ਲੈ ਕੇ 3-3 ਕਿੱਲੇ ਦੀ ਵਿੱਥ ਤੇ ਡਿਫੈਂਸ ਪਾ ਚੁੱਕਾ। ਸਾਡੀ ਤਕਰੀਬਨ 1000 ਏਕੜ ਜਿਹੜੀ ਜ਼ਮੀਨ ਆ ਬਿਲਕੁਲ ਸਾਡੀ ਤੈਸ਼ ਨੈਸ਼ ਕਰਕੇ ਸੁੱਟਤੀ ਹੈ ਡਿਫੈਂਸ ਮਹਿਕਮੇ ਨੇ। ਸਾਨੂੰ ਕੋਈ ਅਜੇ ਤੱਕ ਬਾਤ ਨਹੀਂ ਪੁੱਛੀ, ਨਾ ਸਾਨੂੰ ਕੋਈ ਅਜੇ ਝਾਕ ਹੀ ਆ ਵੀ ਕੋਈ ਸਰਕਾਰ ਸਾਡੀ ਸਾਰ ਲਵੇਗੀ। ਜੇ ਅੱਗੇ 55 ਸਾਲਾਂ ਦੀ ਨਹੀਂ ਲਈ, ਹੁਣ ਵੀ ਕਿਸੇ ਨਹੀਂ ਲੈਣੀ। ਸਾਨੂੰ ਕੋਈ ਝਾਕ ਨਹੀਂ ਕਿਸੇ ਤੋਂ, ਤੇ ਨਾ ਸਾਡੀ ਕੋਈ ਅਜੇ ਤੱਕ ਕੀਤੀ ਕਿਸੇ ਨੇ 55 ਸਾਲਾਂ 'ਚ, ਤੇ ਆਉਣ ਵਾਲੇ 55 ਸਾਲਾਂ 'ਚ ਵੀ ਸਾਡੇ ਤੋਂ ਕੋਈ ਕਿਸੇ ਤੋਂ ਉਮੀਦ ਨਹੀਂ ਰੱਖਦੇ। ਅਸੀਂ ਸ਼ੁਕਰਗੁਜ਼ਾਰ ਹਾਂ ਬਾਬਾ ਮਾਨ ਸਿੰਘ ਜੀ ਦੇ, ਸੰਤ ਮੋਹਨ ਸਿੰਘ ਜੀ ਦੇ ਕਹੋਆ ਵਾਲੇ ਜਿਹੜੇ, ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਸਾਡੀ ਇਸ ਮੁਸ਼ਕਲ ਅਤ ਮੁਸ਼ਕਲ ਟਾਈਮ ਦੇ ਉੱਤੇ ਸਾਡੇ ਸਿਰ ਤੇ ਹੱਥ ਰੱਖਿਆ, ਸਾਡੀ ਬਾਂਹ ਫੜੀ ਆ, ਸਾਨੂੰ ਰਾਸ਼ਨ ਰਾਹਤ ਹਰ ਪ੍ਰਕਾਰ ਦੀ ਸਹਾਇਤਾ ਦਿੱਤੀ ਆ। ਅਸੀਂ ਇਹਨਾਂ ਦੇ ਬੜੇ ਧੰਨਵਾਦੀ ਆ। ਵੀ ਅਸੀਂ ਤੁਹਾਨੂੰ ਕੁਛ ਆਹ ਦਿੰਦੇ ਆ ਜਾਂ ਆਹ ਦਿੰਦੇ ਆ, ਨਹੀਂ ਕਿਸੇ ਨੇ ਨਹੀਂ ਦਿੱਤੀ। ਇਹ ਸਾਨੂੰ ਸਭ ਤੋਂ ਪਹਿਲਾਂ ਜਿਹੜੀ ਚੀਜ਼ ਮਿਲਦੀ ਹੈ ਉਹ ਉਜਾੜਾ ਹੀ ਮਿਲਦਾ। ਬਾਰਡਰ ਤੋਂ ਬੰਬ ਹੀ ਮਿਲਦੇ ਨੇ ਜਿਹੜੇ ਸਭ ਤੋਂ ਪਹਿਲਾਂ ਮਿਲਦੇ ਨੇ। ਇਸ ਪਾਸੇ ਆ ਡਰੇਨ ਤੋਂ ਵੇਖ ਲਓ, ਪਿੱਛੇ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਇਲਾਕੇ 'ਚ ਘੁੰਮ ਕੇ ਆਓ, ਜਦੋਂ ਤੁਸੀਂ ਆ ਖੇਮ ਕਰਨ ਵਾਲੀ ਡਰੇਨ ਮਹੀਦੀਪੁਰ 'ਚ ਦਾਖਲ ਹੋਵੋਗੇ, ਤੁਹਾਨੂੰ ਐਂ ਜਾਪੇਗਾ ਜਿਵੇਂ ਅਸੀਂ ਕਿਸੇ ਹੋਰ ਮੁਲਕ 'ਚ ਆ ਗਏ ਵਾਂਗੇ। ਇਹ ਹਿੰਦੁਸਤਾਨ ਦਾ ਇਲਾਕਾ ਹੀ ਨਹੀਂ।
ਐ ਮਹਿਸੂਸ ਹੁੰਦਾ ਸਾਡਾ ਪਿੰਡ ਤਿੰਨਾਂ ਪਾਸੋਂ ਤੋਂ ਘਿਰਿਆ ਆ। ਸਾਡੀ ਕਿਸੇ ਸਰਕਾਰ ਨੇ ਨਾ ਕਿਸੇ ਸੇਵਾ ਸੰਸਥਾ ਨੇ ਸਾਡੀ ਆਵਾਜ਼ ਪੁੱਛੀ ਆ। ਜੇ ਸਾਡੀ ਆਵਾਜ਼ ਪੁੱਛੀ ਆ, ਸਾਡੇ ਸਿਰ ਤੇ ਸੰਤ ਮਾਨ ਸਿੰਘ ਜੀ ਪਹੋਵਾ ਵਾਲੇ ਔਰ ਮੋਹਨ ਸਿੰਘ ਜੀ ਨੇ ਸਾਡੇ ਆਣ ਤੇ ਸਿਰ ਤੇ ਹੱਥ ਰੱਖਿਆ। ਅਸੀਂ ਇਹਨਾਂ ਦੇ ਬੜੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ, ਧੰਨਵਾਦੀ ਹਾਂ। ਔਰ ਗਾਂ ਵੀ ਅਸੀਂ ਇਹਨਾਂ ਤੋਂ ਆਸ ਰੱਖਦੇ ਹਾਂ ਕਿ ਸਾਡੇ ਤੇ ਇਹ ਗਰੀਬ ਗੁਰਬੇ ਤੇ ਇਸੇ ਤਰ੍ਹਾਂ ਹੀ ਆਣ ਕੇ ਜਿਹੜਾ ਹੱਥ ਰੱਖਣ, ਸਾਨੂੰ ਰਾਹਤ ਸਮੱਗਰੀ ਜਿਹੜੀ ਦਿੱਤੀ ਆ, ਅਸੀਂ ਇਹਨਾਂ ਦੇ ਬੜੇ ਬੜੇ ਧੰਨਵਾਦੀ ਹਾਂ। ਭੱਲੀ ਸੁੰਨ ਮਸਾਨ ਭਾਈ ਪਿੰਡ ਮੈਂ ਵੀ ਮੀਟਿੰਗ ਜਦੋਂ ਸੱਟ ਲੱਗੀ ਉਹ ਬਰਨਾਲੇ ਦੇਖਾਂ ਇੱਥੇ ਕੋਈ ਮੁਆਵਜ਼ਾ, ਕੋਈ ਬਾਬਾ ਜੀ ਕੋਈ ਗੱਲ ਨਹੀਂ ਸਾਡੇ ਵਾਸਤੇ। ਮਾਂ ਪਿਓ ਹਿਸਾਬ ਨਾਲ ਤੁਸੀਂ ਸਾਨੂੰ ਨਹੀਂ ਪਤਾ ਕਿੱਥੋਂ ਦੇ ਬਾਬੇ ਆ ਸਾਡੇ ਵਾਸਤੇ, ਜਿੰਨਾ ਰਸ਼ਿਆ ਕੀਤੀ ਆ। ਅਸੀਂ ਤੰਗ ਆ, ਆਟੇ ਦਾਣੇ ਤੋਂ ਵੀ ਪਿੰਡਾਂ 'ਚ ਬੈਠੇ ਆ ਲੋਕ ਦੇ, ਭਾਂਡੇ ਗਹਿਣੇ ਵੀ ਨਹੀਂ ਸਾਡੇ ਲੈ ਰਿਹਾ ਕੋਈ ਇਹੋ ਜਿਹੀ ਜ਼ਿਮੀਂਦਾਰ ਤਗੜਾ। ਸਾਡੇ ਵਾਸਤੇ ਤੇ ਜੋ ਕੁਝ ਤੁਸੀਂ ਕੋਈ ਸਰਕਾਰ ਮੰਤਰੀ ਨਹੀਂ ਸੁਣਦਾ ਸਾਡੀ। ਤਾਰੋਂ ਪਾਰ ਪੈ ਰਹੀਆਂ ਜੇ ਕਿਸੇ ਦੀਆਂ ਉਹ ਵੀ ਲੋਕ ਤੰਗ ਬੈਠੇ ਆ। ਹੋਰ ਆਪਣੀ ਦੱਸੋ ਅੱਗੇ ਤਕਲੀਫਾਂ ਬਹੁਤ ਘਰਾਂ ਤੋਂ ਬੇਕਾਰ ਹੋਏ ਆ। ਕੋਈ ਸਾਕਾਂ ਦਾ ਦਿਹਾੜੀ ਨਹੀਂ, ਗਰੀਬਾਂ ਵਾਸਤੇ ਡੱਪਾ ਨਹੀਂ ਗਾ, ਬਸ ਤਰਲੇ ਵਾਲੀਆਂ ਕਰਾਂ ਨੇ, ਕੋਈ ਪੱਠਾ ਨੇ, ਕੋਈ ਬੱਥਾ ਅੰਦਰ ਵੀ ਨਹੀਂ। ਕੋਈ ਬਹੁਤ ਤੰਗੀ ਤਕਲੀਫ ਹੈ, ਸਾਨੂੰ ਨਹੀਂ ਪਤਾ ਲੱਗਣ ਡਿਆ ਸੀ। ਤੇ ਜੇ ਤਾਂ ਹੁਣ ਸਾਡੇ ਵਾਸਤੇ ਤੇ ਮਾਲਕ ਤੁਸੀਂ ਪਰਮਾਤਮਾ ਜਿਸ ਤਰ੍ਹਾਂ ਕੋ ਆਣ ਕੇ ਰੱਬ ਪਹੁੰਚਦਾ ਆਣ ਕੇ ਰਾਸ਼ਨ ਪਾਣੀ ਜਿਹਨਾਂ ਮੂੰਹ ਚੋਗਾ ਪਾਇਆ, ਜਿਹੜਾ ਜਾਨਵਰ ਲਿਆ ਕੇ ਚੋਗਾ ਪਾ ਰਹੇ ਆ। ਹੋਰ ਇਹਦੋਂ ਕੀ ਹੋਣਾ ਹੀ ਕਹਿ ਸਕਦੇ ਆ। ਜੋ ਸਰਕਾਰ ਸਾਡਾ ਨਹੀਂ ਕੋਈ ਸੁਣ ਰਹੀ, ਨਾ ਅਕਾਲੀ ਨਾ ਕੋਈ ਕਾਂਗਰਸ, ਕੋਈ ਸਰਕਾਰ ਨਹੀਂ ਸੁਣਦੀ। ਉਹਨਾਂ ਦੇ ਨਾਲ ਲੱਗਦਾ ਪਿੰਡ ਧਾਲੀਵਾਲ। ਬਾਬਿਆਂ ਦੇ ਦਰਸ਼ਨ ਕਰ ਬਜ਼ੁਰਗੋ ਆਪਣੀ ਤਕਲੀਫਾਂ ਦੱਸੋ, ਤੁਹਾਨੂੰ ਕੀ ਤਕਲੀਫਾਂ ਨੇ ਇੱਥੇ? ਕੀ ਤੁਹਾਨੂੰ ਤਕਲੀਫਾਂ ਨੇ ਇੱਥੇ? ਜਿਹਨੂੰ ਕੁਝ ਹੁੰਦਾ ਖੇਤਰ ਫੱਗਣ ਦਾ ਪਿਆ ਹੈ, ਕੋਈ ਨਹੀਂ ਹਟਣ ਡਿਆ। ਆ ਸੰਤ ਬਾਬਾ ਮਾਨ ਸਿੰਘ ਜੀ, ਸੰਤ ਬਾਬਾ ਮੋਹਨ ਸਿੰਘ ਜੀ ਨੇ ਆਣ ਕੇ ਲੰਗਰ ਭੰਡਾਰ ਖੋਲਿਆ ਹੈ। ਅਸੀਂ ਤਾਂ ਨੇ ਸਾਡੇ ਭਾਰੇ ਤੇ ਇਹੀ ਰੱਬ ਆ ਜਿਹੜੀ ਸੰਗਤਾਂ ਦੀ ਸੇਵਾ ਕਰਨ ਡਏ ਆ। ਤੇ ਸਰਕਾਰ ਦੇ ਉੱਤੇ ਕੁਰਸੀਆਂ ਆਪਣੀਆਂ ਨੂੰ ਲਾਉਣ ਲਈ ਸ਼ਰਾਬਾਂ ਗੁੜ ਘੜ ਕੇ ਲੋਕਾਂ ਨੂੰ ਲਵਾਉਣ ਲਈ। ਜੇ ਗੁੜ ਘੜ ਸਕਦੀ ਸਰਕਾਰ ਤੇ ਆਟਾ ਦਾਣਾ ਵੀ ਭੇਜ ਸਕਦੀ ਪਿੰਡਾਂ ਵਿੱਚ ਗਰੀਬਾਂ ਵਾਸਤੇ, ਪਰ ਉਸ ਬੰਨੇ ਨਹੀਂ ਇਹਨਾਂ ਦਾ ਧਿਆਨ। ਇਹਨਾਂ ਦਾ ਆਪਣੀ ਕੁਰਸੀ ਵੇਲੇ ਧਿਆਨ। ਮੰਤਰੀ ਕੋਈ ਕਿਸੇ ਸੁਣਦਾ ਤੇ ਕੋਈ ਮੰਤਰੀ ਵੀ ਨਹੀਂ ਇੱਥੇ ਕਿਸੇ ਦੀ ਕੁਛ ਹੁੰਦਾ। ਗੁੜ ਦੇਣ ਜਾਂਦੇ ਨੇ, ਠੀਕ ਹੈ ਜੀ। ਗੁੜ ਦਾ ਮਤਲਬ ਕਿ ਸ਼ਰਾਬ ਵਗੈਰਾ ਵੰਡ ਰਹੇ ਨੇ, ਰਾਸ਼ਨ ਨਹੀਂ ਦੇ ਰਹੇ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਸਾਡਾ ਤੇ ਮਾਰਗ ਸਿਰਫ ਧਰਮ ਦਾ ਮਾਰਗ ਹੈ। ਸਾਡਾ ਤਾਂ ਨਾ ਤਾਂ ਕਿਸੇ ਗੁੱਟ ਨਾਲ ਸੰਬੰਧ ਹੈ, ਨਾ ਕੋਈ ਸਿਆਸਤ ਨਾਲ ਸੰਬੰਧ ਹੈ। ਅਸੀਂ ਤੇ ਪਹਿਲਾਂ ਜਿਵੇਂ ਉੜੀਸਾ ਲੰਗਰ ਲਾਇਆ, ਉੱਥੇ ਲੋਕਾਂ ਨੂੰ ਪਹੁੰਚ ਛਕਾਇਆ। ਫਿਰ ਗੁਜਰਾਤ ਲੰਗਰ ਲਾਇਆ। 1988 ਦੇ ਵਿੱਚ ਅਸੀਂ ਹੜ੍ਹ ਆਇਆ ਸੀ, ਉਹਦੇ ਵਿੱਚ ਸਰਦਾਰ ਮੋਦੀ ਵਗੈਰਾ ਅਸੀਂ ਉੱਥੇ ਲੰਗਰ ਵਗੈਰਾ ਦਿੱਤਾ। ਹੁਣ ਵੀ ਇਸੇ ਬਾਰਡਰ ਦੇ ਵਿੱਚ ਏਰੀਆ ਕਰਕੇ ਇੱਥੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਆਈ। 1.5-2 ਮਹੀਨੇ ਤੋਂ ਮਿਲਟਰੀ ਲੱਗੀ ਹੈ। ਲੜਾਈ ਦੇ ਚਾਂਸ ਨਾ ਰੱਬ ਨਾ ਹੀ ਕਰੇ ਹੋਵੇ। ਬਾਕੀ ਅਸੀਂ ਇਹ ਸੋਚ ਕੇ ਸਾਨੂੰ ਪਤਾ ਲੱਗਾ ਕਿ ਲੋਕ ਕਾਫੀ ਪਰੇਸ਼ਾਨ ਨੇ। ਰੋਟੀ ਤੋਂ ਵੀ ਇਹਨਾਂ ਨੂੰ ਤੰਗੀ ਹੈ, ਕਿਉਂਕਿ ਜਿਹੜੀਆਂ ਜ਼ਮੀਨਾਂ ਵਿੱਚ ਸੀਗੀਆਂ ਇਹਨਾਂ ਦੀਆਂ ਉਹਨਾਂ ਵਿੱਚ ਮਹਿੰਜਾਂ ਲੱਗੀਆਂ। ਇਸ ਕਰਕੇ ਅਸੀਂ ਬੜੇ ਬਾਬੇ ਸੰਤ ਬਾਬਾ ਮਾਨ ਸਿੰਘ ਨਾਲ ਸਲਾਹ ਕਰਕੇ ਇਹੀ ਇਹ ਪਰਵ ਮਨਾਇਆ ਵੀ ਬਾਰਡਰ ਦਾ ਜਿੰਨਾ ਵੀ ਏਰੀਆ ਹੈਗਾ ਉਹਨਾਂ ਵਿੱਚ ਲੋਕਾਂ ਨੂੰ ਖੰਡ ਆਪਣਾ ਚਾਵਲ ਤੇ ਆਟਾ ਦੇ ਦਈਏ। ਬਾਅਦ 'ਚ ਅਗਲਾ ਇਸ ਤੋਂ 10 ਦਿਨ ਬਾਅਦ ਸਾਡਾ ਪ੍ਰੋਗਰਾਮ ਹੈਗਾ ਖੰਡ ਪੱਤੀ ਤੇ ਆਪਣਾ ਹੋਰ ਵੀ ਜਿਹੜਾ ਆਪਣਾ ਦਾਲ ਤੇ ਆਲੂ ਵਗੈਰਾ ਵੀ ਦਿੰਦੇ। ਤੇ ਸਾਡੇ ਤਾਂ ਸਿਰਫ ਇੰਨਾ ਕੀ ਮਤਲਬ ਹੈ ਕਿ ਇਹਨਾਂ ਨੂੰ ਆਪਣਾ ਗਰੀਬ ਲੋਕਾਂ ਦੀ ਸਿਰਫ ਮਦਦ ਕਰਨਾ। ਨਹੀਂ
मेरा सवाल है कि मतलब ਜਿਹੜੇ ਪਿੰਡਾਂ 'ਚ ਸ਼ਰਾਬ ਬਣ ਰਹੇ ਨੇ ਜਿਹੜੇ ਪੋਲੀਟੀਸ਼ੀਅਨ ਵੋਟਾਂ ਹਾਸਲ ਕਰਨ ਦੇ ਕਈ ਪਿੰਡਾਂ 'ਚ ਲੋਕ ਮਰ ਵੀ ਗਏ ਨੇ ਇਸੇ ਕਰਕੇ ਖਾਣ ਨੂੰ ਹੋਰ ਕੁਝ ਮਿਲਦਾ ਨਹੀਂ, ਸਿਰਫ ਸ਼ਰਾਬ ਪੀ ਜਾਂਦੇ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਸ਼ਰਾਬ ਤਾਂ ਪਹਿਲੀ ਗੱਲ ਤਾਂ ਬਣਨੀ ਨਹੀਂ ਚਾਹੀਦੀ ਕਿਉਂਕਿ ਬਹੁਤ ਮਾੜੀ ਚੀਜ਼ ਹੈ। ਬਾਕੀ ਜਿਹੜੇ ਸ਼ਰਾਬ ਲੋਕ ਬਣਦੇ ਨੇ ਇਹ ਜਾਣੀ ਕਿ ਗੱਲ ਬਹੁਤ ਗਲਤ ਹੈ ਤੇ ਲੋਕ ਵੋਟਾਂ ਲੈਣ ਵਾਸਤੇ ਆਏ ਨੇ। ਜਦੋਂ ਕੋਈ ਮੁਸੀਬਤ ਦਾ ਸਮਾਂ ਹੁੰਦਾ ਹੈ ਉਦੋਂ ਜਿਹੜੇ ਸਿਆਸੀ ਲੋਕ ਉਹ ਇੱਥੇ ਨਹੀਂ ਹੁੰਦੇ। ਫਾਜ਼ਿਲਕਾ ਤੇ ਉਧਰ ਤਕਰੀਬਨ ਗੰਗਾਨਗਰ ਵਗੈਰਾ ਉਧਰ ਤੱਕ ਉਦੋਂ ਬਾਅਦ ਜੇ ਫੌਜਾਂ ਪਛਾਣ ਗਈਆਂ ਤਾਂ ਠੀਕ ਹੈ, ਨਹੀਂ ਤਾਂ ਫਿਰ ਜਨਾੜ ਕੇ ਫਿਰ ਵੀ ਮਾਨੇ ਜਦ ਤੱਕ ਫੌਜਾਂ ਨਹੀਂ ਹਟਣਗੀਆਂ ਤੁਸੀਂ ਵੀ ਨਾਲ ਸਾਥ ਦਿਓਗੇ? ਸਾਥ ਦਿੰਦੇ ਰਹਾਂਗੇ। ਕਰ ਰਹੇ ਜੀ ਤੁਹਾਡੇ ਜਦੋਂ ਕਹਿੰਦੇ ਵੀ ਇਹ ਚਲੋ ਸਾਨੂੰ ਹੋਰ ਨਹੀਂ ਤੇ ਬਾਬਾ ਜੀ ਨਹੀਂ ਚਲੋ ਆ ਕੇ ਤੇ ਮਦਦ ਸਾਡੀ ਕਰਤੀ। ਕਈ ਵਿਚਾਰੇ ਗਰੀਬ ਨੇ ਜਿਨ੍ਹਾਂ ਨੂੰ ਮਤਲਬ ਦਿਹਾੜੀ ਵਗੈਰਾ ਵੀ ਅੱਜ ਕੱਲ੍ਹ ਮਿਲ ਸਕਦਾ। ਅੱਗੇ ਤਾਂ ਲੋਕ ਦਿਹਾੜੀ ਕਰ ਲੈਂਦੇ ਸੀਗੇ ਤੇ ਜਿਨ੍ਹਾਂ ਜ਼ਮੀਨਾਂ ਵਿੱਚ ਲੋਕ ਦਿਹਾੜੀ ਕਰਦੇ ਸੀ ਉਹ ਹੁਣ ਤਾਂ ਬੰਦੇ ਨੇ ਕੰਮ ਨਹੀਂ ਹੁੰਦੇ ਆ ਜਿਹੜੇ ਸੇਵਾ ਲਾ ਰਹੇ ਆ। ਪਿੰਡੇ ਲੋਆ ਖੁਰਦ ਰਤਨਪੁਰ ਧਾਰੀਵਾਲ ਅੰਮ੍ਰਿਤਸਰ ਵਿੱਚ ਪੈਂਦੇ ਬਾਰਡਰ ਵਾਘਾ 27 ਦੇ ਲੱਗਦੇ ਨਾਲ ਦੇ ਪਿੰਡ 10 ਪਿੰਡਾਂ ਦੇ ਬਾਬਾ ਜੀ ਨੇ ਰਾਸ ਸਮਗਰੀ ਵੰਡਦੇ ਹੋਏ 8/2/2002 ਨੂੰ ਬਾਬਾ ਜੀ ਨੇ 1100 ਪਰਿਵਾਰ ਨੂੰ ਰਾਹਤ ਸਮੱਗਰੀ ਦਿੰਦੇ ਹੋਏ ਪਿੰਡ ਧਾਰੀਵਾਲ ਵਿੱਚ ਸੰਗਤਾਂ ਨੂੰ ਇਕੱਠਿਆਂ ਕਰਦੇ ਬਾਬਾ ਜੀ ਨੇ ਆਟਾ ਚੌਲ ਆਦਿ ਸਮੱਗਰੀ ਵੰਡ ਕੇ ਸੰਗਤ ਨੂੰ ਨਿਹਾਲ ਕੀਤਾ। ਲੋਕ ਆਪੋ ਆਪਣੇ ਘਰਾਂ ਨੂੰ ਰਾਹਤ ਸਮੱਗਰੀ ਲੈ ਜਾਂਦੇ ਹੋਏ ਮੈਨਾਂ ਦੇ ਵਿੱਚ ਆ ਗਈਆਂ ਜੀ। ਬਹੁਤ ਬੁਰਾ ਹਾਲ ਆ, ਕੋਈ ਨਾ ਦਿਹਾੜੀ ਦੱਪਾ ਲੱਭਦਾ ਤੇ ਨਾ ਕੋਈ, ਬਹੁਤ ਜ਼ਿਆਦਾ ਬੁਰਾ ਹਾਲ ਆ। ਵੀ ਕੋਈ ਇੱਕ ਰਾਂ ਉੱਠ ਕੇ ਗਏ ਆ, ਇੱਕ ਰਾਂ ਫੇਰ ਆਏ ਆ ਤੇ ਬਹੁਤ ਜ਼ਿਆਦਾ ਬੁਰਾ ਹਾਲ ਆ। ਅੱਜ ਸੰਤ ਮਹਾਂਪੁਰਸ਼ ਇੱਥੇ ਆਏ ਆ ਬਾਬਾ ਮਾਨ ਸਿੰਘ ਜੀ ਤੇ ਉਹਨਾਂ ਕਿਰਪਾ ਕੀਤੀ ਹੈ ਤੇ ਆਟਾ ਚੌਲ ਉਹਨਾਂ ਸਾਨੂੰ ਦਿੱਤਾ ਜਾਇਆ ਜਾਂਦਾ। ਜਿਵੇਂ ਅਸੀਂ ਨਾ ਬਹੁਤ ਗੁਰੂ ਨਾਨਕ ਪਾਤਸ਼ਾਹ ਇੱਥੇ ਜਿਵੇਂ ਆ ਗਏ ਆ, ਜਿਵੇਂ ਚਾਬੀਆਂ ਉਹਨਾਂ ਇਹਨਾਂ ਨੂੰ ਦੇ ਗਏ 20 ਰੁਪਈਆਂ ਦਾ ਜਿਹੜਾ ਲੰਗਰ ਲਾਇਆ ਨਾ ਉਹਦਾ ਵਿਆਜ ਹੀ ਹਿਸਾਬ ਨਾਲ ਦੇਣ ਡਿਆ ਹੈ। ਬਹੁਤ ਕਿਰਪਾ ਹੈ ਜੀ। ਸੰਤ ਮਹਾਂਪੁਰਸ਼ ਦੁਨੀਆ 'ਤੇ ਆਉਂਦੇ ਰਹਿਣ ਤੇ ਇਸ ਤਰ੍ਹਾਂ ਸਾਨੂੰ ਮੁਰਦਿਆਂ ਵਾਂਗਰ ਨਾ ਸਾਨੂੰ ਫਿਰ ਜਿਉਣ ਦਾ ਹੱਕ ਨਾ ਦਿੱਤਾ। ਸਾਡੇ ਕੋਈ ਆਟਾ ਚੌਲ ਹਰ ਇੱਕ ਚੀਜ਼ ਨਾਲ ਦਿੱਤੀ ਹੈ। ਐਂ ਜਾਪਦਾ ਜਿਵੇਂ ਸਾਡੇ ਨਾਲ ਪੇਟ ਭਰ ਕੇ ਅਸੀਂ ਰੋਟੀ ਖਾ ਸਕਦੇ ਹਾਂ। ਚਲੀ ਜਾਂਦੀ ਹੈ। ਇਹੋ ਜਿਹੇ ਮਹਾਂਪੁਰਸ਼ ਆਉਂਦੇ ਰਹਿਣ ਤੇ ਕੋਈ ਮਾੜਾ ਗਰੀਬ ਵੀ ਰੋਟੀ ਖਾ ਸਕਦਾ
ਹੁਣ ਇੱਥੇ ਕਿੰਨੀ ਕਿਰਪਾ ਹੁੰਦੀ ਆ 8-10 ਪਿੰਡਾਂ ਨੂੰ ਲੰਗਰ ਦਿੱਤਾ ਬਹੁਤ ਆਟਾ ਦਾਲ ਹਰ ਇੱਕ ਚੀਜ਼ ਦੇਣ ਡਿਆ ਆ ਬੜੀ ਮਾਲਕ ਦੀ ਕਿਰਪਾ ਜੀ ਮਹਾਰਾਜ ਇਹੋ ਜਿਹਾ ਸੰਯੋਗ ਹਰ ਇੱਕ ਸੰਤ ਨੂੰ ਦੇਵੇ ਬਹੁਤ ਕਿਰਪਾ ਪੱਕੇ ਰਹਿਣ ਵਾਲੇ ਆ ਸਾਨੂੰ ਬਾਰਡਰਾਂ 'ਚ ਹਰ ਇੱਕ ਧਰਤੀ ਮੁਸ਼ਕਲਾਂ ਵਾ ਸਾਡੇ ਮਤਲਬ ਜਿਹੜੇ ਬਾਰਡਰ 'ਚ ਰਹਿੰਦੇ ਆ ਇਹਨਾਂ ਦੇ ਆਵਾਜਾਈ ਰਹਿਣ ਵਾਸਤੇ ਹਰ ਇੱਕ ਚੀਜ਼ ਵਾਸਤੇ ਅਸੀਂ ਬੜੇ ਔਖੇ ਆ ਤੇ ਜੋ ਬਾਬਾ ਜੀ ਨੇ ਸਾਨੂੰ ਇੱਕ ਵਾਰ ਮਤਲਬ ਦਿੱਤਾ ਵਾ ਅਸੀਂ ਉਹਨਾਂ ਬੜੇ ਧੰਨਵਾਦੀ ਕਹਿੰਦੇ ਮੈਨ ਲੱਗੇ ਵੇਖੇ ਨਹੀਂ ਕੋਈ ਮਰਲੇ ਦੇ ਵਿੱਚ ਨਹੀਂ ਜਿੱਥੇ ਪੱਠੇ ਵੀ ਰੋਕ ਵੱਢ ਲੈ ਗਏ ਅੱਜ ਮੈਂ ਖੁੱਤੇ ਗਿਆ ਮਹੀਨੇ ਪਿੱਛੋਂ ਰੋਣ ਨਿਕਲ ਗਿਆ ਹੁਣ ਰਾਸ਼ਨ ਵਰਤ ਰਿਹਾ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਬੜਾ ਚੰਗਾ ਕੰਮ ਕੀਤਾ ਮੈਂ ਨਾ ਇੱਕ ਸੁਰਗਾਪੁਰੀ ਹੈ ਮੈਨੂੰ ਤੁਹਾਨੂੰ ਇਹ ਜਿਹੜਾ ਦਾਨ ਕੀਤਾ ਕਈ ਜੀ ਕਈ ਦਿਨ ਭੁੱਖੇ ਰਹੇ ਨੇ ਕੀ ਆਖੀਏ ਜਿਹੜੇ ਗਰੀਬ ਆਦਮੀ ਨੇ ਜਾਇਦਾਦਾਂ ਅੱਡੀਆਂ ਵੇਚ ਕੇ ਤੇ ਵਿਚਾਰੇ ਪਹਾੜਿਆਂ 'ਚ ਗਏ ਨੇ ਡਰਦੇ ਮਹੀਨਾ ਤੋਂ ਚੱਲ ਕੇ ਵੇਖੋ ਨਾ ਇਹਦੇ ਪਾਸੇ ਪਿੰਡੋਂ ਬੜੇ ਦੁਖੀ ਆ ਤੇ ਗਵਰਨਮੈਂਟ ਨੇ ਕੋਈ ਮਦਦ ਨਹੀਂ ਕੀਤੀ ਤੁਹਾਡੀ ਨਹੀਂ ਜੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਤੇ ਵੇਲੇ ਸਾਨੂੰ ਬੜਾ ਨਿਹਾਲ ਕਰਕੇ ਗਏ ਨੇ 4-5 ਗੱਡੀਆਂ ਰਾਸ਼ਨ ਦੀਆਂ ਵੰਡ ਕੇ ਗਏ ਨੇ ਇਹਨਾਂ ਕੋਈ ਵੱਡਾ ਖਿਤਾਬ ਦੇਵੇ ਜਿਹੜੇ ਗੁਰੂ ਘਰ ਦੇ ਵਿੱਚ ਬੜੀ ਖੁਸ਼ੀ ਹੈ ਸਾਨੂੰ ਤੇ ਮਹਾਰਾਜ ਬਾਪੂ ਜੀ ਤੁਹਾਨੂੰ ਹੋਰ ਕਿਹੜੀ ਚੀਜ਼ ਦੀ ਲੋੜ ਹੈ ਇੱਥੇ ਇਹ ਤੇ ਸਿਰਫ ਤੁਹਾਡੇ ਦਰਸ਼ਨਾਂ ਦੀ ਲੋੜ ਹੈ ਅਨਾਜ ਦੀ ਲੋੜ ਸੀ ਸਾਨੂੰ ਮਿਲ ਗਿਆ ਖਾਣ ਨੂੰ ਬਸ ਸਾਨੂੰ ਹੋਰ ਕਿਸੇ ਸ਼ਾਇਦ ਨਹੀਂ ਕਿਤੇ ਨਾਮਦਾਨ ਬਖਸ਼ ਦਿਓ ਸਾਨੂੰ 30 ਰੁਪਏ ਕਿਲੋ ਆਟਾ ਦਿੰਦੇ ਨੇ ਇਹ ਜਿਹੜੇ ਗਰੀਬ ਜਨਤਾ ਹੀ ਭਾਰੇ ਦਿੱਤੇ ਇਹ ਜਿੱਤੇ ਸਾਖਾਂ ਦੇ ਕਹੇ ਉੱਥੋਂ ਵੀ ਲੜ ਕੇ ਹੁਣ ਆਏ ਉਹ ਆਂਦੇ ਤੁਸੀਂ ਦੇ ਵਿਗੜ ਜਾਂਦੇ ਸਾਨੂੰ ਸੰਤ ਤੇ ਵੇਲੇ ਮਾਨ ਸਿੰਘ ਹੋਣੀ ਦੀ ਸਾਨੂੰ ਬੜਾ ਨਿਹਾਲ ਕਰਕੇ ਗਏ ਰਾਤ ਬਾਪੂ ਜੀ ਤੁਸੀਂ ਆਪਣੇ ਰਿਸ਼ਤੇਦਾਰਾਂ ਵਿੱਚ ਗਏ ਸੀ ਹਾਂਜੀ ਕੁਝ ਜੀ ਹੁਣ ਵੀ ਉੱਥੇ ਰਹਿੰਦੇ ਕਿ ਸਾਰੇ ਵਾਪਸ ਆ ਗਏ ਨੇ ਨਹੀਂ ਜੀ ਵਾਪਸ ਆ ਗਏ ਹੁਣ ਡੰਗਰ ਉੱਥੇ ਨੇ ਇੱਕ ਜੀ ਉੱਥੇ ਦੂਜੇ ਹੀ ਘਰ ਆ ਗਏ ਅੱਛਾ ਰਿਸ਼ਤੇਦਾਰ ਰੱਖਦੇ ਨਹੀਂ ਹੁਣ ਨਹੀਂ ਜੀ ਰੱਖਣ ਕੀ ਡੰਗਰ ਸੁੱਖਣਾ ਦੁੱਧ ਦਾ ਕੰਮ ਹੈ ਦੁੱਧ ਤੋਂ ਰੋਟੀ ਖਾਣੇ ਦੁੱਧ ਵੇਚਣਾ ਤੇ ਉਹਦੀ ਰੋਟੀ ਖਾਣੀ ਤੇ ਡੰਗਰ 10-10 15 ਕਿਸੇ ਨੇ 5-5 ਰੱਖਣਾ ਗੁਰਦਾਸਪੁਰ ਦਾ ਪਿੰਡ ਜੈਦਪੁਰ ਗੁਰਦਾਸਪੁਰ ਦੇ ਪਹਿਲੇ ਪਿੰਡ ਰਾਵੀ ਦੇ ਬਿਲਕੁਲ ਕਿਨਾਰੇ ਤੇ ਪਿੰਡ ਜੈਦਪੁਰ ਤੇ ਖੁਦਾਈਪੁਰ ਜਿੱਥੇ ਕਿ ਬਿਲਕੁਲ ਸੁੰਨ ਮਸਾਨ ਪਿਆ ਹੈ ਜਦੋਂ ਸੰਗਤਾਂ ਨੂੰ ਬਾਬਾ ਜੀ ਨੇ ਰਾਸ਼ਨ ਵੰਡਿਆ ਉਹਨਾਂ ਨੇ ਬੜਾ ਆਪਣਾ ਸਾਰਾ ਕੁਝ ਹਾਲ ਦੱਸ ਕੇ ਰੋਣ ਲੱਗ ਪਏ
30 ਕਿਲੋ ਆਟਾ ਤੇ 2 ਘੰਟੇ ਚੌਲ ਦੋ ਜਣੇ ਬਾਬਾ ਇਧਰ ਆ ਰੱਖ ਜਾ ਲੈ ਆ ਰੱਖ ਚਲੋ ਬਾਬਾ ਜੀ 30 ਕਿਲੋ ਆਟਾ ਦੇ 1 ਕਿਲੋ ਜਵਾ ਦੇ ਲੀਗਾ ਲੈ ਲੀਗਾ चलो 30 किलो आटा 2 घंटे चला दे आगे आ जरा अपना आ जरा चलो 2 घंटे चल 20 किलो आटा जो लोगों बाबा जी ने अपने हस्ती राशन वंडते हुए भाई साहब बन रही है मगर मगर लैन से आई जाना भाई हसरानी हसरानी आजो आजो तू क्या मुंह बनने वाला है कैसा 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 नहीं ये सरपंच जयपुर नहीं बड़ा जयपुर बड़ा होने नाते सरपंच चले गए सी लेकिन अं एक दो पिंड रह गए बाकी सब चले गए फिर जो हालात किस चीज़ का डर होना वैसे नहीं और जो माइंस वगैरह लगे हैं नहीं माइना डर है एक बार साढ़े पिंड माइंस पाटन तो साढ़े घर जान के पै गया जी उस दिन तो बाद पब्लिक ने सोचा भी होर पाटन के होर लागे उन तो फायदा कुछ नहीं होना इसलिए चलो बच्चे तुम पीछे चले जाओ वैसे जैसा अं बैंकर भी कढ़ ले बैंकर पर घर बनाए ने जिन्हें को धमाका पड़ना फटाफट बैंकर जा बड़ी जी मगर मगर लैन से आई जाना भाई हसरानी हसरानी आजो आजो तू क्या मुंह बनने बड़े सानू ये कहा कि इतने कई जो सियासी लोग होंगे ने वो सानू शराब देंगे है गुड़ कर देंगे हैं शराब पीओ तो असं उन्होंने लोगों को अपील करते हैं सरकार को या कोई सियासी पार्टियां ने ये उन्होंने गुड़ या शराब वगैरह ना देन ये ਜਿਹੜੇ ਵਿਚਾਰੇ ਲੋਕ ਆਏ ਨੇ ਬਾਰਡਰਾਂ ਤੋਂ ਉਹਨਾਂ ਦੀ ਮਦਦ ਕਰਨ ਉਹਨਾਂ ਨੂੰ ਖਰਚ ਪਹੁੰਚਾਉਣ ਉਹਨਾਂ ਨੂੰ ਪੈਸਾ ਦੇਣ ਉਹਨਾਂ ਦੀ ਧੀਆਂ ਭੈਣਾਂ ਦੇ ਵਿਆਹ ਦੀ ਕੋਈ ਮਦਦ ਕਰਨ ਉਹਨਾਂ ਨੂੰ ਮਰ ਕੇ ਕੋਈ ਨਾ ਕੋਈ ਰਾਸ ਸਮੱਗਰੀ ਪਹੁੰਚਾਉਣ ਇਹ ਉਹਨਾਂ ਦਾ ਫਰਜ਼ ਬਣਦਾ ਤੇ ਜੇ ਬਾਕੀ ਜੇਕਰ ਸਾਨੂੰ ਇਹ ਕਿ ਜੇਕਰ ਮਹੀਨੇ 2 ਮਹੀਨੇ ਅੰਦਰ ਬਿਲਟੀ ਨਾ ਹੋ ਇੱਥੋਂ ਉੱਠੀ ਪਿਛਾੜੀ ਭਾਵੇਂ ਸਾਨੂੰ 5 ਸਾਲ ਵੀ ਲੰਗਰ ਚੱਲਣਾ ਪਵੇ ਇਸ ਸਮਾਂ ਦੇ ਨਾਲ ਦੇਵਾਂਗੇ ਹੁਣ ਅਸੀਂ 12 ਦਿਨ ਦਾ ਜਿਹੜਾ ਟੂਰ ਹੈ ਸਾਡਾ ਫਿਰੋਜ਼ਪੁਰ ਇਲਾਕੇ ਦਾ ਉਹ ਪੂਰਾ ਕਰਨ ਤੋਂ ਬਾਅਦ ਅਸੀਂ ਇਸੇ ਜਗ੍ਹਾ ਤੋਂ ਸ਼ੁਰੂ ਕਰਾਂਗੇ ਇਹਨਾਂ ਲੋਕਾਂ ਨੂੰ ਖੰਡ घी पत्ती दाल और आटा ये देवांगे उस तो बाद जेकर फौज ना हटी अगले महीने फिर अच्छी आटा देवांगे हर जी फौज नहीं हटी हर हरेक महीने उन्हें देवांगे नहीं पिंड सिंह जी चंद्रबाबू मोहन सिंह जिस टाइम फौजां बॉर्डर ते लगियां ते लोग जिहड़े गरीब लोगों नूं बॉर्डर तो पिछां हटाया गया उन्हां दी तरसयोग हालत देख के असीं सर्वा कीता 4-5 दिन सर्वा करने तो बाद असी साड़ी संस्था ने फैसला किया कि इत्थों के उजड़े हुए लोगों को कुछ ना कुछ पैरों पर खड़ा दिता जाए इस चीज़ को देख के असी तीन जिले गुरदासपुर अमृतसर ते फिरोजपुर फाजिलका असी राहत समग्री बननी शुरू की है हुण तक असी 17,000 के करीब लोगों को असी राशन दे चुके हैं राशन में है चावल और आटा है इस तो बाद असी खंड पत्ती और उस तो बाद दाल आलू वगैरह भी असी इन्हां दी मदद करांगे कंबल वगैरह देने की भी कोशिश करांगे उस तो बाद जो इन्हां दी हालत वेखी तो इन्हां दी जमीनां विच मैंजां लगियां ने लोग सारी दिहाड़ी मजदूरी वगैरह करते हैं पर वो कुछ देखते हुए भी सानू इन्ना तरस आया कि इन्हां नूं असीं पैरां ते खड़े कर दईए कि जेकर 2 साल 4 साल भी फौजां जेकर पिछे ना हटियां इन्हां नूं असीं हर 2 महीने बाद आटा चावल ते दूसरी समग्री दिंदे रहांगे असीं कल बाघा बार्डर गए सीगे उत्थे लोगों ने सानू सवाल किया कि इत्थे सियासी पार्टियां वगैरह आउंदियां ने सानू गुड़ जां शराब वगैरह की कोशिश कर देने की कोशिश करते हैं
ਅਸੀਂ ਇਹ ਉਹਨਾਂ ਨੂੰ ਅਪੀਲ ਕਰਦੇ ਹਾਂ, ਸਿਆਸੀ ਪਾਰਟੀਆਂ ਚਾਹੇ ਕੋਈ ਵੀ ਹੈ, ਕਿ ਉਹ ਇਹਨਾਂ ਲੋਕਾਂ ਨੂੰ ਸ਼ਰਾਬ ਜਾਂ ਗੁੜ ਵਗੈਰਾ ਦੇਣ ਦੀ ਕੋਸ਼ਿਸ਼ ਨਾ ਕਰਨ। ਉਹਨਾਂ ਨੂੰ ਸਿਰਫ ਇਹ ਚੀਜ਼ ਦੇਣ ਜੋ ਕਿ ਉਹਨਾਂ ਨੂੰ ਇਸ ਟਾਈਮ ਜ਼ਰੂਰਤ ਹੈ, ਕੱਪੜੇ ਜ਼ਰੂਰਤ ਹੈ, ਰਾਸ਼ਨ ਦੀ ਜ਼ਰੂਰਤ ਹੈ, ਇਹ ਚੀਜ਼ ਦੀ ਉਹ ਮਦਦ ਕਰਨ। ਬਾਕੀ ਅਸੀਂ ਤੇ ਜਦ ਤੱਕ ਅਸੀਂ ਰੱਬ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਮਹਾਰਾਜ ਛੇਤੀ ਤੋਂ ਛੇਤੀ ਫੌਜਾਂ ਪਿਛਾ ਹਟਾਵੇ ਔਰ ਇਹ ਲੋਕ ਆਪਣੇ ਘਰਾਂ ਵਿੱਚ ਜਾ ਕੇ ਵਸ ਜਾਣ। ਔਰ ਫਿਰ ਵੀ ਜੇਕਰ ਜਦ ਤੱਕ ਫੌਜਾਂ ਨਹੀਂ ਹਟਣਗੀਆਂ, ਅਸੀਂ ਸਾਰੇ ਲੋਕਾਂ ਨੂੰ ਤਕਰੀਬਨ ਤੌਰ 'ਤੇ 35-36 ਹਜ਼ਾਰ ਦੀ ਆਬਾਦੀ ਹੈ ਟੋਟਲ, ਇਹ ਸਾਰੀ ਅਸੀਂ ਇਹਨਾਂ ਨੂੰ ਅਸੀਂ ਭੇਜ ਦਿੰਦੇ ਰਹਾਂਗੇ। ਠੀਕ ਹੈ ਜੀ, ਛੋਟੇ ਨਾਲ ਨਹੀਂ ਇਹ ਹੁਣ ਇਹ ਰੱਖਣੀ ਪਈ, ਮੈਨੂੰ ਨਹੀਂ ਪਤਾ ਜੈਤਪੁਰ ਦਾ। ਸਾਨੂੰ ਹੀ ਜ਼ਮੀਨ ਵਿੱਚ ਸਭ ਤਾਰਬੰਦੀ ਲੱਗ ਚੁੱਕੀ ਸੀ ਔਰ ਮੈਂਸ ਲੱਗ ਚੁੱਕਾ ਸੀ। ਸਾਡਾ ਜਿਹੜਾ ਕਿ ਬਹੁਤ ਮੰਦਾ ਹਾਲ ਸੀ ਤੇ ਸਾਡੀ ਜੀ ਏਜੰਟ ਵੀ ਪਿੱਛੇ ਚੱਲ ਗਈ ਸੀ। ਹੁਣ ਤੇ ਰਿਸ਼ਤੇਦਾਰਾਂ ਵੀ ਨਹੀਂ ਚੱਲੀ ਜੋ ਕਿ ਮੁੜ ਕੇ ਵਾਪਸ ਆਉਣ ਨੂੰ ਫਿਰਦੀ ਹੈ ਔਰ ਪਸ਼ੂਆਂ ਵਗੈਰਾ ਦਾ ਕੋਈ ਪੱਠਾ ਦੱਥਾ ਦਾ ਕੋਈ ਸਾਡੇ ਕੋਲ ਸਾਧਨ ਨਹੀਂ ਹੈਗਾ। ਸਾਡਾ ਬਹੁਤ ਮੰਦਾ ਹਾਲ ਸੀ ਤੇ ਸਾਡੀ ਗੌਰਮੈਂਟ ਅਜੇ ਤੱਕ ਕੋਈ ਸਹਾਇਤਾ ਨਹੀਂ ਕੀਤੀ। ਤੇ ਅਸੀਂ ਹੁਣ ਸਾਨੂੰ ਇਹ ਬਾਬਾ ਜੀ ਭੇਵੇ ਵਾਲੇ ਨੇ, ਇਹਨਾਂ ਨੂੰ ਪਤਾ ਨਹੀਂ ਕੁਦਰਤੀ ਕਿੱਥੋਂ ਪਤਾ ਲੱਗ ਗਿਆ, ਇਹਨਾਂ ਨੂੰ ਅਸੀਂ ਜਾਣਦੇ ਤਾਂ ਨਹੀਂ ਸੀ। ਇਹਨਾਂ ਪਿੰਡ ਦੀ ਬਹੁਤ ਜ਼ਿਆਦਾ ਮਦਦ ਕੀਤੀ ਹੈ, ਰਾਸ਼ਨ ਦਿੱਤਾ ਤੇ ਜਿਹਦੇ ਆਸਰੇ ਲੋਕੀ ਕੁਝ ਗੁਜ਼ਾਰਾ ਕਰ ਸਕਣਗੇ। ਕਮਲ ਨਾ ਪਾਈ ਤੇ ਰੱਖ ਕੇ ਚੁੱਕ ਤੁਰ ਜਾਓ ਬਾਹਰ ਜਾ ਕੇ ਬਾਜਾ ਮਾਰ पेंटिंग कर रहे ना वैसे देखते थे ऐसे डेट पा देने बाबा जी खिलाफ। अच्छा बाबा जी ऐसे डेट पा देनी बाबा जी कुछ साइन कर दी वो वधिया बाबा जी देना भी एंट्री कार्ड हो गया उन्होंने रख ठीक है। अवतार अवतार साइड करो आप बहुत ज्यादा दौड़ जाओ दे भाई आलू आप 50 है ना आलू नहीं दिते आप भाई रखो आलू वाले चलो जी चलो थोड़े चलो चलो बाहर चले आके इतने दिन ने को बाहर दो बस 40 200 चल भी थोड़ा रख दे कितना हुआ 40 2 2 40 2 2 चलो भाजी ले गए कितना है ना 40 1 1 आप फड़ो बल्ले दो फड़ और दो में खड़ गया बल्ले खड़ गया दो कुत्तियां बल्ले छड़ गया छड़ गया क्या पर्ची है भाई और केड़ा 30 1 1 अभी भी हां अभी ले भी चला दे एक और ला एक और एक साल में एक और को ला माता ये आला चलो चलो आलू उधर बात इधर बाजा निकल आलू आ जाने तेरे लाल आलू चल दे चौल उधर आगे बढ़ती आलू फड़ खड़ी एक एक नाल बाबा थोड़ा सोच थले थोड़ा बना दो थोड़ा सा कोई नहीं कार संभाल ला कल्ला आलू फड़ाया जी नहीं हट गया चल पापड़ कोई गल नहीं करे मेरी गर्दन चोरी फड़ी गई सारा पखंडी कोई गर्दन नहीं धोती तेरी कोई गर्दन नहीं धोती ना 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 मारदा है क्रिकेट की बाल मारी दी है चल आगे भाई 8 2 2 अरे गर्दन धोती चल जा 8 2 2 जी हो गया बस नहीं पर चल बाहर चौल भी दो 2 मिनट जाओ चौल चौल
ਇੱਥੇ ਆ ਕੇ ਪਰਚੀ ਲਈ 70 3 ਆ 30 ਦਾ ਫੜਾ ਐਸਾ 30 ਹੈ ਅੱਛਾ 30 ਦੇ ਦੋ ਫੜਾ 30 ਦੇ ਦੋ 30 ਦੇ ਦੋ 30 ਦੇ ਦੋ ਫੜਾ 30 ਦੇ ਦੋ ਆਵੇ 30 ਦੇ ਉਧਰ ਮੈਂ ਦੋ ਇੱਕ ਨਹੀਂ ਲਾਓ ਦੇ ਦੋ ਇੱਕ ਹੋਰ ਰੱਖ 30 ਦਾ ਅਗੇ ਇਧਰ ਆ ਇਧਰ ਮੂੰਹ ਕਰਨਾ ਹੈਲੋ ਇੱਕੋ ਰੱਖ ਇੱਕ ਦੀ ਹੋਰ ਇੱਕ ਦੀ ਹੋਰ ਰੱਖ ਨਾਲ ਜਾ ਕੇ ਰੱਖਿਓ ਚਲੋ ਲੈ ਲੈ ਚੱਲੇ ਵੀ ਅੱਗੇ ਚਲੋ ਜੀ 50 ਸਾਡੀ ਵੈਸੇ ਜਿਹੜੀ ਕੋਸ਼ਿਸ਼ ਹੈ ਸਰਪੰਚ ਸਾਹਿਬ ਉਹ ਹੈ ਕਿ ਅਸੀਂ ਤੁਹਾਡੀ ਵੱਧ ਤੋਂ ਵੱਧ ਮਦਦ ਕਰੀਏ ਇੰਨੀ ਮਦਦ ਕਰੀਏ ਤੁਹਾਨੂੰ ਲੋਕਾਂ ਨੂੰ ਸਾਨੂੰ ਸਿਰਫ ਸਹਿਯੋਗ ਦੇਣ ਦੀ ਲੋੜ ਹੈ ਤੁਹਾਡਾ ਸਹਿਯੋਗ ਇਹ ਹੈ ਕਿ ਤੁਹਾਡਾ ਸਿਦਕ ਸੰਤੋਖ ਸਬਰ ਤੇ ਤੁਹਾਡੀ ਨਿਹੱਥ ਇਮਾਨਦਾਰੀ ਦੀ ਲੋੜ ਹੈ ਸਮਝਣਾ ਮਤਲਬ ਸਭ ਨੂੰ ਮਿਲੇ ਇਹ ਨਾ ਹੋਵੇ ਕਿ ਇੱਕ ਨਾਲ ਮਿਲ ਜਾਏ ਤੇ ਇੱਕ ਰਹਿ ਜਾਣ ਇੱਕ ਜੇ ਰਹਿ ਜਾਣ ਇੱਕ ਨਾਲ ਮਿਲ ਜਾਏ ਜਿਹਦਾ ਦਿੱਤਾ ਹੋ ਜਾ ਨਾ ਜਿਹੜੇ ਰਹਿ ਜਾਂਦੇ ਨੇ ਉਹ ਵਿਚਾਰੇ ਫਿਰ ਰੋਂਦੇ ਰਹਿ ਜਾਂਦੇ ਨੇ ਠੀਕ ਹੈ ਇਸ ਕਰਕੇ ਸਾਡੀ ਵੱਧ ਤੋਂ ਵੱਧ ਇਹ ਕੋਸ਼ਿਸ਼ ਹੈ ਪਿੱਛੇ ਨਾ ਆਜੋ ਬਾਬਾ ਜੀ ਅੱਗੇ ਆਜੋ ਪਿੱਛੇ ਬਾਬਾ ਜੀ ਅੱਗੇ ਆਜੋ ਪ੍ਰੇਰਨਾ ਜੀ ਸਾਨੂੰ ਗੁਰੂ ਨਾਨਕ ਸਾਹਿਬ ਤੋਂ 20 ਰੁਪਈਆ ਤੋਂ ਮਿਲੀ ਹੈ ਕਿ ਸਾਡੇ ਆਦਿ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਦੇ ਪਹਿਲੇ ਗੁਰੂ ਨੇ ਜ਼ਿੰਦਗੀ 'ਚ ਕਿਤੇ ਪਹਿਲੀ ਵਾਰੀ ਮਾਰ ਖਾਧੀ ਤੇ 20 ਰੁਪਈਏ ਦਾ ਲੰਗਰ ਭੁੱਖੇ ਸਾਧੂਆਂ ਨੂੰ ਗਰੀਬਾਂ ਨੂੰ ਲੰਗਰ ਛਕਾ ਕੇ ਤੇ ਫੇਰ ਖਾਧੀ ਫਿਰ ਅਸੀਂ ਸੋਚਿਆ ਵੀ ਸਾਡਾ ਫਰਜ਼ ਬਣਦਾ ਵੈਸੇ ਸੱਚ ਹੈ ਬਿਲਕੁਲ ਕਿ ਸਾਡੇ ਮਨ ਦੇ ਵਿੱਚ ਇਹ ਕੋਈ ਨਹੀਂ 1% ਵੀ ਨਹੀਂ ਹੈ ਇਹਨਾਂ ਗਰੀਬਾਂ ਪ੍ਰਤੀ ਵੀ ਅਸੀਂ ਇਹਨਾਂ ਦੇ ਸਿਰ ਤੇ ਸਾਨ ਕਰਦੇ ਅਸੀਂ ਬਲਕਿ ਇਹ ਸਾਡੇ ਮਨ 'ਚ ਹੈ ਕਿ ਅਸੀਂ ਇਹ ਸਾਡਾ ਫਰਜ਼ ਬਣਦਾ ਜੋ ਇਹਨਾਂ ਨਾਲ ਗੁਜ਼ਰੀ ਹੈ ਨਾ ਜਾਂ ਗੁਜ਼ਰ ਰਹੀ ਹੈ ਜਿੱਥੋਂ ਇਹ ਲੰਘ ਰਹੇ ਨੇ ਜੇ ਸਾਨੂੰ ਲੰਘਣਾ ਪੈ ਜਾਏ ਤੇ ਸਾਡੀ ਕੋਈ ਬਾਹ ਨਾ ਫੜੇ ਤਾਂ ਸਾਡਾ ਕੀ ਹਾਲ ਇਸੇ ਗੱਲ ਨੂੰ ਮੁੱਖ ਰੱਖ ਕੇ ਅਸੀਂ ਤੁਰੇ ਹਾਂ ਤੇ ਸਾਡੀ ਕੋਸ਼ਿਸ਼ ਵੀ ਹੈ ਕਿ ਅਸੀਂ ਵੱਧ ਤੋਂ ਵੱਧ ਇਹਨਾਂ ਦੀ ਸੇਵਾ ਕਰ ਸਕੀਏ ਰਿਸੋਰਸਿਸ ਕੀ ਨੇ ਬਾਬਾ ਜਿਹੜਾ ਸਮਾਨ ਆ ਰਿਹਾ ਜੀ ਇਹਦਾ ਰਿਸੋਰਸਿਸ ਕੀ ਨੇ ਕਿੱਥੋਂ ਆ ਰਹੇ ਇਹਦਾ ਤਾਂ ਸਾਨੂੰ ਵੀ ਨਹੀਂ ਪਤਾ ਸੱਚੀ ਗੱਲ ਹੈ ਵੀ ਇਹਦਾ ਜੇ ਸੱਚ ਪੁੱਛਦੇ ਨਾ ਜੀ ਕਿੱਥੋਂ ਆ ਰਿਹਾ ਤੇ ਕੌਣ ਦੇ ਰਿਹਾ ਹਾਂਜੀ ਤੇ ਅਸੀਂ ਤੇ ਇੱਕ ਗੱਲ ਸੁਣੀ ਸੀ ਸੰਤ ਬਾਬਾ ਈਸ਼ਰ ਤੋਂ ਰਾੜੇ ਵਾਲਿਆਂ ਤੋਂ ਵੀ ਵਰਤਾਉਣਾ ਸਾਡੀ ਡਿਊਟੀ ਹੈ ਵੀ ਤੁਸੀਂ ਵਰਤਾਈ ਜਾਇਓ ਦੇਣਾ ਕਿਤੇ ਹੋਰ ਦੀ ਡਿਊਟੀ ਹੈ ਤੇ ਜਦੋਂ ਜਿਹੜਾ ਵਰਤਾਉਣ ਵਾਲਾ ਜੇ ਦੇਣ ਵਾਲਾ ਬਣ ਜੇ ਉਹ ਤੇ ਕੰਮ ਪੂਰਾ ਨਹੀਂ ਹੁੰਦਾ ਹਾਂਜੀ ਜਦੋਂ ਦੇਣ ਵਾਲਾ ਇੱਕ ਵਹਿਰੂ ਕਹਿ ਲਓ ਰਾਮ ਕਹਿ ਲਓ ਅੱਲਾ ਕਹਿ ਲਓ ਖੁਦਾ ਕਹਿ ਲਓ ਰੱਬ ਕਹਿ ਲਓ ਗੁਰੂ ਨਾਨਕ ਕਹਿ ਲਓ ਦੇਣ ਵਾਲਾ ਜਿਹੜਾ ਦੇ ਰਿਹਾ ਉਹਦੀ ਡਿਊਟੀ ਦੇਣ ਦੀ ਹੈ ਤੇ ਸੱਚ ਕਰਕੇ ਜਾਣਿਓ ਵੀ ਇਹ ਨਾ ਸਾਨੂੰ ਇੰਨਾ ਕਿਤੇ ਜ਼ਰੂਰ ਪਤਾ ਵੀ ਜੇ ਇਹਨਾਂ ਦੀ ਜ਼ਿੰਦਗੀ ਵੀ ਸਾਨੂੰ ਵਰਤਾਣਾ ਪੈ ਜਾਏ ਤੇ ਵਿੱਚੋਂ ਮੁੱਕਣਾ ਕੋਈ ਨਹੀਂ ਇਹ ਸਾਨੂੰ ਬਾਕੀ ਅਸੀਂ ਇਹਨਾਂ ਗਰੀਬਾਂ ਦੀ ਪਿੱਠ ਨਹੀਂ ਲੱਗਣ ਦਿਆਂਗੇ ਵੈਸੇ ਅਸੀਂ ਇੱਕ ਮੀਟਿੰਗ ਕਰ ਰਹੇ ਹਾਂ ਉੱਥੇ 130-35 ਪਿੰਡ ਜਿਹਨੂੰ ਅਸੀਂ ਕਵਰ ਕਰ ਰਹੇ ਹਾਂ ਉਸ ਮੀਟਿੰਗ ਦੇ ਵਿੱਚ ਅਸੀਂ ਇਹਦਾ ਟੀਚਰ ਰੱਖ ਰਹੇ ਹਾਂ ਅੱਜ ਜਿਵੇਂ ਹੁਣ ਸਰਕਾਰ ਵੀ ਦੇ ਰਹੀ ਕੋਈ ਤੂੜੀ ਇਹਨਾਂ ਨੂੰ 5 ਕਿਲੋ ਕਿ 10 ਕਿਲੋ ਤੂੜੀ ਨਾਲ ਤੇ ਇੱਕ ਛੋਟਾ ਜਿਹਾ ਹਾਂਜੀ 5 ਕਿਲੋ ਤੂੜੀ ਨਾਲ ਤੇ ਇੱਕ ਬੱਕਰੀ ਨਹੀਂ ਰੱਜਦੀ ਮੱਝ ਨੇ ਤੇ ਕੀ ਰੱਜਣਾ ਠੀਕ ਗੱਲ ਹੈ ਕਿ ਗਲਤ ਗੱਲ ਹੈ ਤੇ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਆਪਣੇ ਵਲੰਟੀਅਰ ਇਕੱਠੇ ਕਰਕੇ ਵੀ ਇੱਕ ਟਰੱਕ ਤੂੜੀ ਦਾ ਤੂੰ ਜਿੱਥੋਂ ਮਰਜ਼ੀ ਪ੍ਰਬੰਧ ਕਰਨਾ
ਫਸਲ ਪੱਕਣ ਤੇ ਜਾ ਰਹੀ। ਅਸੀਂ ਅੰਦਾਜ਼ਾ ਲਾਇਆ ਵੀ ਜਿਵੇਂ 130-35 ਪਿੰਡ ਹੈ ਤੇ ਜੇ 1300 ਟਰੱਕ ਤੂੜੀ ਹੋਵੇ, ਇੱਕ ਪਿੰਡ ਦੇ ਵਿੱਚ 10 ਟਰੱਕ ਸੁੱਟ ਦਿੱਤੇ ਜਾਣ ਤੇ ਇਹਨਾਂ ਗਰੀਬਾਂ ਦਾ ਮੇਰੇ ਖਿਆਲ ਹੈ ਕਿ ਸਾਲ ਨਿਕਲ ਜਾਏ। ਮੇਰਾ ਆਪਣਾ, ਕਿਉਂਕਿ ਮੈਂ ਖੁਦ ਮੱਝਾਂ ਰੱਖੀਆਂ ਨੇ ਜੀ ਉੱਥੇ, ਮੇਰੇ ਕੋਲ ਉੱਥੇ ਕੋਈ 250-300 ਮੱਝ ਹੋਣੀ ਹੈ ਜੀ, ਤੇ ਇਸ ਕਰਕੇ ਉਹ ਤਜਰਬਾ ਵੀ ਹੈ। ਤੇ ਹੁਣ ਜਿਵੇਂ ਆਲੂ ਨੇ, ਇਹ ਸਾਡੇ ਇੱਕ ਸ਼ਰਧਾਲੂ ਨੇ ਆਪਣੇ ਪੱਟ ਕੇ ਦੇ ਦਿੱਤੇ ਨੇ ਕਿੱਲੇ ਨੇ। ਹੁਣ ਅਸੀਂ ਉੱਥੇ ਕੋਈ 6-7 ਕਿੱਲੇ ਆਪਣੇ ਵਾਸਤੇ ਲਾਏ ਸੀ। ਮੈਂ ਫਿਰ ਕਿਹਾ ਵੀ ਆਪਾਂ ਮੁੱਲ ਲੈ ਕੇ ਖਾ ਲਾਂਗੇ ਹੌਲੀ ਹੌਲੀ, ਤੇ ਉਹ ਵੀ ਚੁੱਕ ਕੇ ਇੱਥੇ ਸੁੱਟੋ। ਤੇ ਹੁਣ ਅਗਲਾ ਜਿਹੜਾ ਸਾਡਾ ਪ੍ਰੋਗਰਾਮ ਹੈ, ਸ਼ਾਇਦ ਅੱਗੋਂ ਅਸੀਂ ਕੋਈ 40-50 ਕਿੱਲੇ ਆਲੂ ਆਪਣੇ ਲਾਇਆ ਕਰੀਏ। ਜੇ ਤਾਂ ਕੋਈ ਵੈਸੇ ਤਾਂ ਸਾਡੀ ਅਰਦਾਸ ਹੈ ਵੀ ਕੁਦਰਤੀ ਕੋਈ ਕਰੋਪੀ ਨਾ ਹੋਵੇ, ਪਰ ਜੇ ਕਿਤੇ ਕੁਦਰਤੀ ਕਰੋਪੀ ਹੋ ਗਈ ਤੇ ਉਹ ਆਲੂ ਨੇ ਜਿਹੜੇ ਘਰ ਦੇ ਚੁੱਕ ਕੇ ਤੇ ਸੁੱਟ ਛੱਡੇ, ਸੇਵਾ ਕਰ ਛੱਡੀ। ਤੇ ਜੇ ਕੁਦਰਤੀ ਕਰੋਪੀ ਨਾ ਹੋਈ ਤੇ ਚੁੱਕ ਕੇ ਮੰਡੀ ਸੁੱਟ ਛੱਡੇ। ਤੇ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਉਣ ਵਾਲੇ ਟਾਈਮ 'ਚ ਕਿ ਦਾਲਾਂ ਬੀਜੀਆਂ ਜਾਣ ਵੱਧ ਤੋਂ ਵੱਧ, ਜੋ ਆਪਣੇ ਕੋਲ ਗੁਰੂ ਦੀ ਕਿਰਪਾ ਨਾਲ ਜ਼ਮੀਨ ਮਹਿਰੂ ਦੀ ਦਿੱਤੀ ਬੜੀ ਹੈ। ਤੇ ਸਾਡਾ ਇਹ ਟੀਚਾ ਵੀ ਅਸੀਂ ਇਹਨਾਂ ਦੀ ਸੇਵਾ ਕਰ ਸਕੀਏ। ਅੱਜ ਵੀ ਅਸੀਂ ਰਸਤੇ 'ਚ ਗੱਲਾਂ ਕਰਦੇ ਆ ਰਹੇ ਸੀ ਵੀ ਆਪਾਂ ਗੁਰਦੁਆਰੇ ਮੰਦਿਰਾਂ 'ਚ ਲੰਗਰ ਲਾਉਂਦੇ ਹਾਂ, ਤੇ ਉੱਥੇ ਜੇ ਆਪਾਂ ਕਿਸੇ ਟਾਈਮ ਆਪਾਂ ਨੂੰ ਨਾ ਵੀ ਰੋਟੀ ਮਿਲੇ ਤੇ ਆਪਾਂ ਘਰ ਜਾ ਕੇ ਖਾ ਸਕਦੇ ਹਾਂ, ਪਰ ਇੱਥੇ ਜਿੱਥੇ ਮਿਲ ਹੀ ਕੁਛ ਨਹੀਂ ਰਿਹਾ, ਤੇ ਇਸ ਕਰਕੇ ਇਹ ਅਸਲੀ ਲੰਗਰ ਹੈ। ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਕਿ ਜਿਹੜੀ ਮੇਰੀ ਗੋਲਕ ਹੈ ਨਾ, ਉਹ ਗਰੀਬਾਂ ਦਾ ਮੂੰਹ ਹੈ। ਜਿਹੜਾ ਗਰੀਬ ਦੇ ਮੂੰਹ 'ਚ ਪਾਏਗਾ ਉਹ ਸਮਝ ਲਓ ਵੀ ਉਹਦਾ ਕੀਤਾ ਮੇਰੀ ਗੋਲਕ 'ਚ ਪੈ ਗਿਆ। ਆਹ ਸਾਡਾ ਟੀਚਾ। ਹੋਰ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਜੀ ਵੀ ਲੜਾਈ ਬਹੁਤ ਲੰਬੀ ਹੈ ਜੀ, ਕਿਉਂਕਿ 130-35 ਪਿੰਡਾਂ ਦਾ ਮਸਲਾ ਜਿਹੜਾ ਇਹ ਛੋਟੀ ਗੱਲ ਨਹੀਂ ਹੈ। ਤੇ ਫਿਰ ਵੀ ਅਸੀਂ ਨਾ ਵਾਹਿਗੁਰੂ ਦੀ ਬੜੀ ਕਿਰਪਾ ਹੈ ਕਿ ਕਦੋਂ ਤੱਕ ਜੀ 2 ਦਿਨ ਤੱਕ ਆਪਾਂ ਕਵਰ ਕਰ ਦਾਂਗੇ। ਚਲੋ 2-5-7 ਦਿਨ ਤੱਕ ਨਾ ਅਸੀਂ ਸਾਰਾ ਜਿਹੜਾ ਏਰੀਆ ਕਵਰ ਕਰ ਜਾਵਾਂਗੇ, ਤੇ ਕੋਈ ਐਸੀ ਗੱਲ ਨਹੀਂ, ਸਭ ਠੀਕ ਹੋ ਜਾਏਗਾ। ਦੇਣ ਵਾਲਾ ਦੇ ਰਿਹਾ, ਉਹ ਦਿੰਦਾ ਦੋਵੇਂ ਹੱਥੀ, ਅਸੀਂ ਲਟਾਉਂਦੇ ਆ ਦੋਵੇਂ ਹੱਥੀ, ਹਾਂਜੀ। ਜੇ ਦੇਣ ਵਾਲਾ ਔਖਾ ਨਹੀਂ ਤੇ ਵਰਤਾਉਣ ਵਾਲੇ ਨੂੰ ਵੀ ਔਖਾ ਨਹੀਂ ਹੋਣਾ ਚਾਹੀਦਾ, ਸੌਖਾ ਹੋਣਾ ਚਾਹੀਦਾ। ਆਹ ਸਾਡਾ ਇੱਕ ਪਿਕਚਰ ਤਿਆਰ ਕਰਕੇ ਜਾਵਾਂਗੇ ਕਿਸੇ ਟਾਈਮ, ਅਸੀਂ ਤੁਹਾਡੇ ਸਟੂਡੀਓ 'ਚ ਆਵਾਂਗੇ, ਠੀਕ ਹੈ ਵੀ ਜੇ ਆਪਾਂ ਸਾਰੇ ਇੰਜ ਤੁਰ ਪਈਏ ਸਾਰੇ, ਬਿਲਕੁਲ ਪੰਜਾਬ ਤਾਂ ਕਿ ਇੰਡੀਆ 'ਚ ਗਰੀਬੀ ਨਹੀਂ ਰਹਿ ਸਕਦੀ, ਕਿਸੇ ਨੂੰ ਵੇਖਣ ਨੂੰ ਜ਼ਰੂਰਤ ਨਹੀਂ, ਕਿਸੇ ਨੂੰ ਆਪਾਂ ਨੂੰ ਝਾਕਣ ਦੀ ਲੋੜ ਨਹੀਂ। ਜੇ ਹਰ ਬੰਦਾ ਆਪਣੇ ਫਰਜ਼ ਨੂੰ ਪਹਿਚਾਣੇ, ਬਿਲਕੁਲ, ਤੇ ਆਪਾਂ ਮੋਢੇ ਨਾਲ ਮੋਢਾ ਮਿਲਾ ਕੇ ਤੁਰ ਪਈਏ ਤੇ ਗਰੀਬੀਆਂ ਕੀ ਸਰਕਾਰੀ ਤੌਰ ਤੇ ਕਿਸੇ ਨੇ ਆ ਕੇ ਤੁਹਾਨੂੰ ਨਹੀਂ ਪੁੱਛਿਆ ਵੀ ਤੁਸੀਂ ਜਿਉਂਦੇ ਦੇ ਕੇ ਮਰ ਗਏ ਜੇ? ਇਹ ਮੈਂ ਤੁਹਾਨੂੰ ਮੇਰੀ ਗੱਲ ਸੁਣੋ, ਜੇ ਸਰਕਾਰ ਤੁਹਾਨੂੰ ਪੁੱਛਦੀ ਤਾਂ ਸਾਨੂੰ ਤੁਹਾਡੇ ਦਰਸ਼ਨ ਕਿਵੇਂ ਹੁੰਦੇ? ਮੇਰੀ ਤਾਂ ਡਿਊਟੀ ਸੇਵਾ ਦੀ ਲੱਗੀ ਹੈ, ਜਿੱਥੇ ਵੀ ਕਿਤੇ ਮੇਰੀ ਤਾਂ ਡਿਊਟੀ ਸੇਵਾ ਹੀ ਲੱਗੀ ਦਰਗਾਹ 'ਚ, ਜਿੱਥੇ ਵੀ ਕਿਤੇ ਸੇਵਾ ਦਾ ਮੌਕਾ ਮਿਲਦਾ ਤੇ ਜਾਂਦੇ ਆ। ਉੜੀਸਾ ਵਿੱਚ ਲੋੜ ਪਈ ਤੇ ਉੱਥੇ ਵੀ ਜਾ ਕੇ ਲੰਗਰ ਲੋਕਾਂ ਨੂੰ ਛਕਾਇਆ। ਫਿਰ ਗੁਜਰਾਤ ਵਿੱਚ ਭੁਚਾਲ ਆਇਆ, ਉੱਥੇ ਵੀ ਜਾਣ ਦਾ ਮੌਕਾ ਮਿਲਿਆ, ਉੱਥੇ ਵੀ ਗਰੀਬਾਂ ਲੋਕਾਂ ਦੀ ਸਾਰ ਲਈ। ਇੱਥੇ ਵੀ ਜਦੋਂ ਪਤਾ ਲੱਗਿਆ ਵੀ ਇੱਥੇ ਵੀ ਅਸੀਂ 15 ਦਿਨ ਤੋਂ ਹੁਣ ਡੇਲੀ ਚੱਲ ਰਹੇ ਹਾਂ ਤਾਂ ਕਿ ਇਹਨਾਂ ਗਰੀਬ ਲੋਕਾਂ ਦੀ ਮੂੰਹ ਦੇ ਵਿੱਚ ਕੋਈ ਰਾਸ਼ਨ ਪੈ ਜੇ। ਬਾਕੀ ਪੰਜਾਬ ਹੈ, ਚਾਹੇ ਹਿੰਦੁਸਤਾਨ, ਚਾਹੇ ਦੁਨੀਆ ਦਾ ਕੋਈ ਵੀ ਕੋਨਾ ਹੈ, ਜਿੱਥੇ ਵੀ ਕਿਤੇ ਮੈਨੂੰ ਸੇਵਾ ਦਾ ਮੌਕਾ ਮਿਲੂਗਾ ਮੈਂ ਹਰ ਕੰਮ ਜਾਣ ਨੂੰ ਤਿਆਰ ਹਾਂ। ਤੇ ਮੇਰਾ ਤਾਂ ਸਿਰਫ ਆਸ਼ਾ ਹੀ ਜ਼ਿੰਦਗੀ 'ਚ ਜਦੋਂ ਇਸ ਪਾਸੇ ਲੱਗੀ ਹੋਈ ਸੇਵਾ ਕਰਨਾ ਹੈ, ਗਰੀਬਾਂ ਦਾ ਭਲਾ ਕਰਨਾ ਹੈ। ਬਾਕੀ ਇਹੀ ਸੇਵਾ ਕਰਦੇ ਮੇਰੀ ਜ਼ਿੰਦਗੀ ਚਲੀ ਜਾਵੇ, ਮੇਰਾ ਇਹੀ ਕੰਮ ਕੀਤੀ ਹੈ। ਅਸੀਂ ਫੌਜੀ ਸ਼ਾਸਨ ਦੇ ਵਿੱਚ ਰਹਿੰਦੇ ਹੋਏ ਡਿਸਪਲਿਨ ਨੂੰ ਸੰਭਾਲਦੇ ਕਤਰਾ ਲਾਉਣ ਨੂੰ ਤਿਆਰ ਹਾਂ, ਪਰ ਇੱਥੇ ਅਸੀਂ ਪਿਛਾ ਨਹੀਂ ਹਟਾਂਗੇ। ਸਰਕਾਰ ਦੀ ਅਸੀਂ ਪੂਰੀ ਫੌਜ ਦੀ ਮਦਦ ਕਰਾਂਗੇ। ਜਿਹੜੇ ਪ੍ਰੈਕਟਿਕਲ ਲੋਕ ਨੇ ਉਹਨਾਂ ਨੇ ਸਾਨੂੰ ਨਹੀਂ ਆ ਕੇ ਪੁੱਛਿਆ, 5 ਸਿਰ ਤੱਕ ਤੂੜੀ ਵੀ ਨਹੀਂ ਮਿਲੀ। ਸਾਡੇ ਬੰਦੇ ਪਿਛਾ ਗਏ ਨੇ ਜਾਂ ਇੱਥੇ ਅਸੀਂ ਇੱਕ ਦੂਜੇ ਦਾ ਸਾਥ ਦੇ ਰਹੇ ਹਾਂ। ਬਾਕੀ ਇਹ ਸੰਤਾਂ ਨੇ ਆ ਕੇ ਇਹੋ ਜਿਹੀ ਅਫਜ਼ਾਈ ਕੀਤੀ ਹੈ ਕਿ ਇਹ ਇੱਕ ਹਿੰਦੁਸਤਾਨ ਦੀ ਕੰਧ ਬਣਾ ਦਿੱਤੀ ਸਾਰੇ ਹਿੰਦੁਸਤਾਨ ਨੂੰ ਬਚਾਉਣ ਵਾਸਤੇ। ਮੇਰਾ ਕਹਿਣਾ ਇਹ ਹੈ ਕਿ ਮੈਂ ਫੌਜੀ ਹੋਣ ਦੇ ਨਾਤੇ ਸਾਡੇ ਬੱਚੇ ਜਿਹੜੇ ਨੇ ਨਾਲ ਇਸ ਲਈ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੱਗ ਰਹੇ ਨੇ, ਤੇ ਜਿਹੜੀ ਸੰਤਾਂ ਨੇ ਮਦਦ ਕੀਤੀ ਹੈ ਸਾਡੇ ਬੁੱਢੇ ਤੋਂ ਲੈ ਕੇ ਬੱਚੇ ਤੱਕ ਵੀ ਇਹ ਸਾਥ। ਜਿਹੜੇ ਪਿੰਡ ਵਾਸਤੇ ਸਰਹੱਦ ਤੇ ਬੈਠੇ ਸੀਗੇ, ਉਹਨਾਂ ਵਾਸਤੇ ਸਰਕਾਰ ਨੇ ਜਿਹੜੇ ਦਾਅਵੇ ਕੀਤੇ ਸੀਗੇ ਬਈ ਏਡ ਆਈ ਸੀਗੀ, ਸਰਕਾਰੀ ਪੈਸਾ ਵੀ ਭੇਜਿਆ ਗਵਰਨਮੈਂਟ ਨੇ, ਉਹ ਤੁਹਾਡੇ ਪਿੰਡਾਂ ਤੱਕ ਪਹੁੰਚਿਆ ਜੀ? ਕੋਈ ਪਹੁੰਚਿਆ ਨਹੀਂ। ਜਿਹੜੀ ਤੁਹਾਡੀ ਪਿੱਠ ਨਾਲ ਲੱਗਣ ਦਿੱਤੀ, ਮੈਂ ਵੇਖ ਰਿਹਾ ਮਸਲਾ ਇੱਥੇ ਵੀ ਇਹ ਤੁਹਾਡੇ ਦਿਲ ਤਾਂ ਬਦਲ ਸਕਦੇ ਜੇ ਤੁਹਾਡੀ ਲਾਲ ਕਰ ਸਕੇ। ਸਕੂਲ ਹੀ ਕੋਈ ਚੰਗਾ ਨਹੀਂ,
ਬੱਚੇ ਕੀ ਕਰਨਗੇ? ਇਹ ਜੀ ਸਾਰੇ ਦਿਹਾੜੀਦਾਰ ਨੇ, 2-2 4-4 ਕਿੱਲੇ ਤੋਂ ਪਹਿਲੀ ਉੱਤੇ ਨਹੀਂ ਹੈਗੀ ਇਹਨਾਂ ਲੋਕਾਂ ਦੀ। ਇਹਨਾਂ ਦੀ ਹੈਗੀ ਉਹ ਵੀ ਕੋਲ ਹੀ ਸਰਕਾਰ ਨੇ ਹਾਂਜੀ ਕਿਸੇ ਕੋਈ ਸਕੂਲਾਂ ਚਾਹੁੰਦੇ ਜੀ ਘਬਰਾਓ ਨਾ, ਆਪਾਂ ਆਪਣੇ ਟੀਚਰ ਭੇਜਾਂਗੇ। ਕੋਈ ਬੜੀ ਮਿਹਰਬਾਨੀ, ਵਾਹਿਗੁਰੂ ਬਾਬਾ ਕਿਰਪਾ ਕਰਿਓ। ਤੁਸੀਂ ਘਬਰਾਓ ਨਾ, ਕੋਈ ਨਹੀਂ, ਬਸ ਰੱਬ ਅੱਗੇ ਅਰਦਾਸ ਕਰ ਛੱਡੋ ਕਿ ਮੈਂ ਤੁਹਾਡੀ ਸੇਵਾ ਕਰ ਸਕਦਾ। ਭਾਈ ਨਹੀਂ ਇੰਨੀ ਅਰਦਾਸ ਕਰਿਓ, ਮੈਂ ਕੋਈ ਤੁਹਾਡੇ ਤੇ ਸਾਨ ਨਹੀਂ ਕਰਨਾ ਆਇਆ। ਮੇਰੀ ਸੁਣ ਲਓ ਕਰ, ਸਮਝ ਗਏ ਨਾ? ਕੋਈ ਤੁਹਾਡੇ ਤੇ ਮੈਂ ਸਾਨ ਨਹੀਂ ਕਰਨਾ ਆਇਆ, ਤੇ ਨਾ ਸਾਨ ਕਰਨਾ ਵੀ ਕਾਹਦੀ ਸੇਵਾ। ਤੇ ਬਾਕੀ ਅਸੀਂ ਨਾ ਤੁਸੀਂ ਰੱਬ ਅੱਗੇ ਇੰਨੀ ਅਰਦਾਸ ਕਰ ਦਿਓ ਵੀ ਆ ਜਿਹੜਾ ਪ੍ਰੋਗਰਾਮ ਅਸੀਂ ਚੁੱਕੀ ਬੈਠੇ ਆ ਤੇ ਅਸੀਂ ਤੁਹਾਡੀ ਨਾਲ ਸੇਵਾ ਕਰ ਸਕੀਏ। ਠੀਕ ਹੈ ਜੀ, ਠੀਕ ਹੈ। ਬਾਬਾ ਦੀ ਕਿਰਪਾ ਨਾਲ ਕੋਈ ਘਬਰਾਓ ਨਾ, ਜੇ ਸਾਲ ਵੀ 10 ਸਾਲ ਵੀ ਮੋੜ ਰਿਹਾ ਤੁਹਾਨੂੰ ਰੋਟੀ ਦੇ ਪੱਖੋਂ ਨਹੀਂ ਗੁਰੂ ਨਾਨਕ ਚੁੱਕੇ ਮਾਰਨਾ। ਆਉਣਾ ਭੇਜਾਂਗੇ ਤਾਂ ਕੋਈ ਖੰਡ ਭੇਜਾਂਗੇ, ਪੱਤੀ ਭੇਜਾਂਗੇ ਵਾਲੀ ਚਿੱਤ ਹੈ ਤੇ ਆਪਾਂ ਚੁਕਾ ਦੇਣੀਆਂ ਬੋਰੀਆਂ ਜਿਹੜੀ ਮਿਲਾਂ ਦੇ ਗੌਰਮੈਂਟ ਦੀਆਂ, ਪੈਸੇ ਥੋੜੀ ਗੌਰਮੈਂਟ ਦਿੰਦੀ। ਇਹ ਹੁਣ ਲੱਗਾ ਸਾਰਾ ਆਟਾ ਚੁਕਾਇਆ, ਉੱਥੋਂ ਮਿਲਾਂ ਤੋਂ ਚੁਕਾਇਆ। ਪਹਿਲਾਂ ਪਤਾ ਕੀਤਾ ਵੀ ਪਹਿਲਾਂ ਮੈਦਾ ਕੱਢਣ ਦੇ ਮਾਰ ਨਹੀਂ, ਪਿਓਰ ਆਟਾ ਕੱਢੋ। ਫਿਰ ਚੌਲ ਚੁਕਾਤੇ, ਪਤਾ ਨਹੀਂ ਹੁਣ ਥੋੜੇ ਦਿਨ ਦੀ ਗੱਲ ਹੈਗੀ ਹੈ। ਆਪਣਾ ਉੱਥੇ ਬੜਾ ਹੈਗਾ ਖੇਤੀਬਾੜੀ ਦਾ ਕੰਮ ਵੀ ਬੜਾ ਤਗੜਾ ਹੈ, ਉੱਥੇ ਬੜੀ ਖੁੱਲੀ ਜ਼ਮੀਨ ਪਵੇ। ਤੇ ਆ ਤੂੜੀ ਬਾਰੇ ਅਸੀਂ ਇੱਕ ਮੀਟਿੰਗ ਕਰ ਰਹੇ ਤੇ ਕਿਵੇਂ ਕਰਨਾ ਫਿਰ ਉਹ ਦੇਖੋ ਬਾਬਾ ਕਿਰਪਾ ਮਹੀਨੇ ਬਾਅਦ ਪੱਕ ਜਣੀਆਂ ਹਾਂਜੀ। ਕੋਈ ਜਾਗਰਤੀ ਪੈਦਾ ਕਰੋ ਲੋਕ। ਤੁਸੀਂ ਸੁਣੋ ਮੇਰੀ ਗੱਲ, ਤੁਸੀਂ ਵੀ ਕਿਸੇ ਕੁਰਸੀ ਵਾਲੇ ਤੋਂ ਘੱਟ ਨਹੀਂ ਹੈਗੇ। ਤੁਸੀਂ ਵੀ ਇਸੇ ਧਰਤੀ ਤੇ ਜੰਮੇ ਹੋ, ਇਸੇ ਤੇ ਪਲੇ ਹੋ। ਤੁਹਾਡਾ ਵੀ ਉਹਨਾਂ ਹੀ ਹੱਕ ਹੈ ਜਿੰਨਾ ਇੱਥੇ ਵਜ਼ੀਰਾਂ ਦਾ ਹੱਕ ਹੈ, ਮੰਤਰੀਆਂ ਦਾ ਹੱਕ ਹੈ। ਪਰ ਜਿਹੜੇ ਆਪਾਂ ਆਪਣੇ ਹੱਕ ਭੁੱਲ ਗਏ, ਹੱਕ ਲੈਣੇ ਭੁੱਲ ਗਏ। ਕੀ ਗੱਲ ਤਗੜੇ ਹੋਵੋ, ਬਾਬਾ ਮਿਹਰ ਕਰੂਗਾ, ਗੁਰੂ ਕਿਰਪਾ ਕਰੂਗਾ, ਅਸੀਂ ਤੁਹਾਡੇ ਨਾਲ। ਆ ਮੈਂ ਤੁਹਾਨੂੰ ਵੀ ਕਹਾਂ ਜੀ, ਤੁਸੀਂ ਫਿਕਰ ਨਾ ਕਰਿਓ, ਤੁਸੀਂ ਫਿਕਰ ਨਾ ਕਰੋ, ਤੁਸੀਂ ਫਿਕਰ ਨਾ ਕਰਿਓ। ਬਾਬਾ ਮਿਹਰ ਕਰੇ ਹੈ ਛੋਟਾ। ਜਦੋਂ ਤੁਹਾਡਾ ਕੋਈ ਵੀ ਹੱਲਾ ਗੁੱਲਾ ਆਵੇ ਕਿ ਜੀ ਉੱਥੇ ਰਹੇ, ਬਾਕੀ ਚੁੱਕੋ ਸਮਾਨ ਤੇ ਨਾ ਤੁਹਾਡਾ ਬਰਬਾਦ ਤੇ ਨਾ ਹੋ ਤੁਸੀਂ। ਬਣਾਵਾਂਗੇ ਚੰਗਾ ਗਰੀਬੀ ਚੁੱਕੋ।